ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਜਿਸ ਤਰੀਕੇ 'ਚ ਹਮੇਸ਼ਾ ਆਪਾਂ ਇਕੱਠੇ ਹੁੰਦੇ ਹਾਂ ਇੱਥੇ, ਪਿਆਰ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਇੱਕ ਦੂਜੇ ਦੇ ਨਾਲ, ਕੋਈ ਨਾ ਕੋਈ ਹਮੇਸ਼ਾ ਮਸਲਾ ਲੈ ਕੇ ਆਉਂਦੇ ਹਾਂ ਜਾਂ ਫਿਰ ਕਿਸੇ ਨਾ ਕਿਸੇ ਇੱਕ ਸ਼ਖਸ ਨੂੰ ਲੱਭ ਕੇ ਲੈ ਕੇ ਆਈਦਾ ਤੁਹਾਡੇ ਲਈ। ਤੇ ਜਿਸ ਤਰੀਕੇ 'ਚ ਹਮੇਸ਼ਾ ਮੈਂ ਆਪਣੇ ਨਾਲ ਇੱਕ ਕੁਛ ਨਾ ਕੁਛ ਹੀਰੇ ਲੱਭਣ ਦੀ ਟਰਾਈ ਕਰਦੀ ਹਾਂ, ਅਤੇ ਹੀਰਿਆਂ ਨੂੰ ਤੁਹਾਨੂੰ ਪਤਾ ਛਾਂਟ ਕੇ ਲੈ ਕੇ ਆਉਣਾ ਪੈਂਦਾ। ਸੋ ਇੱਕ ਤਰੀਕੇ ਦਾ ਜੋਰੀ ਵਾਲਾ ਕੰਮ ਵੀ ਮੈਂ ਲੱਭ ਲਿਆ ਆ। ਅਤੇ ਜਦੋਂ ਹੀਰਿਆਂ ਨੂੰ ਹੁਣ ਲੱਭ ਕੇ ਇੱਕ ਕਹਿੰਦੇ ਪਿਟਾਰੇ ਦੇ ਵਿੱਚ ਪਾ ਕੇ, ਅਤੇ ਫਿਰ ਹੁਣ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਉਣੇ ਆ। ਅਤੇ ਜਿਹਦੇ ਵਿੱਚ ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਘਰ ਦੇ ਵਿੱਚ ਬੈਠ ਕੇ ਤੁਸੀਂ ਸਾਨੂੰ ਸਾਰੇ ਜਾਣੇ ਦੇਖ ਸਕੋ ਔਰ ਉਹਨਾਂ ਨੂੰ ਜਾਣ ਸਕੋ ਜਿਨ੍ਹਾਂ ਹੀਰਿਆਂ ਦੀ ਪਹਿਚਾਣ ਮੈਨੂੰ ਪਰਮਾਤਮਾ ਨੇ ਕਰਵਾਈ ਹੈ। ਅਤੇ ਉਹੀ ਹੀਰੇ ਤੁਹਾਡੇ ਰੂਬਰੂ ਹੋਣ, ਇੱਕ ਦੂਜੇ ਦੇ ਨਾਲ ਤੁਸੀਂ ਇਕੱਠੇ ਇੱਕ ਅੱਗੇ ਤੋਂ ਅੱਗੇ ਕੁਛ ਨਾ ਕੁਛ ਅਲੱਗ ਤਰੀਕੇ ਦੇ ਵਿੱਚ ਸ਼ੁਰੂ ਕਰ ਸਕੋ। ਸੋ ਸਾਰਿਆਂ ਦੀ ਲਾਈਫ ਦਾ ਇਹੀ ਇੱਕ ਸਿੱਟਾ ਰਹਿ ਜਾਂਦਾ ਹੈ ਜੀ ਕਿ ਕੁਛ ਨਾ ਕੁਛ ਅਸੀਂ ਕਰੀਏ, ਕੋਈ ਨਾ ਕੋਈ ਮਿਸ਼ਨ ਹੈਗਾ, ਕਿਸੇ ਦਾ ਕੋਈ ਮਿਸ਼ਨ ਹੈ। ਸੋ ਇੱਦਾਂ ਹੀ ਅੱਜ ਜਿਹੜੇ ਆਪਣੇ ਗੈਸਟ ਹੈਗੇ ਆ, ਉਹਨਾਂ ਨੇ ਵੀ ਇੱਕ ਲਾਈਫ ਦੇ ਵਿੱਚ ਆਪਣਾ ਮਿਸ਼ਨ ਫੜਿਆ ਹੋਇਆ ਆ ਕਿ ਮੈਂ ਕੁਛ ਨਾ ਕੁਛ ਕਰਨਾ ਹੈ ਅਤੇ ਬਸ ਹਮੇਸ਼ਾ ਕੁਛ ਨਾ ਕੁਛ ਕਰਦੇ ਹੀ ਰਹਿਣਾ ਆ। ਅਤੇ ਵਿਹਲੇ ਬੈਠਣਾ ਉਹਨਾਂ ਨੂੰ ਬਿਲਕੁਲ ਨਹੀਂ ਆਉਂਦਾ, ਜਿੰਨਾ ਕੁ ਮੈਂ ਉਹਨਾਂ ਨੂੰ ਜਾਣ ਸਕੀ ਹਾਂ ਔਰ ਜਿੰਨੀ ਕੁ ਉਹਨਾਂ ਦੀ ਜਰਨੀ ਨੂੰ ਪਹਿਚਾਣ ਸਕੀ ਹਾਂ ਥੋੜ੍ਹੇ ਜਿਹੇ ਟਾਈਮ ਦੇ ਵਿੱਚ, ਉਹ ਇੱਦਾਂ ਲੱਗਦਾ ਹੈ ਕਿ ਵੀ ਓ ਵਾਓ, this guy is doing so good and he needs some rest। ਥੋੜ੍ਹਾ ਜਿਹਾ ਪੋਜ਼ ਚਾਹੀਦਾ ਇਹਨਾਂ ਨੂੰ ਕਿ ਵੀ ਹਾਂ ਰੈਸਟ ਕਰਨ, ਆਪਣਾ ਇੰਜੋਏ ਕਰਨ। ਅਤੇ ਆਓ ਅੱਜ ਅਸੀਂ ਮਿਲਦੇ ਹਾਂ ਇੱਕ ਉਹ ਸ਼ਖਸ ਨੂੰ ਜਿਹਨੇ ਆਪਣੀ ਸ਼ੁਰੂਆਤ ਕੀਤੀ ਹੈ ਪੰਜਾਬ ਤੋਂ, ਇੰਡੀਆ ਤੋਂ, ਜਰਮਨੀ, UK ਔਰ ਸੋ ਮੈਨੀ ਅਦਰ ਕੰਟਰੀਜ਼। ਇਹ ਮੈਂ ਤੁਹਾਡੇ ਲਈ ਹੁਣ ਥੋੜ੍ਹਾ ਜਿਹਾ ਸੀਕ੍ਰੇਟ ਰੱਖੂੰਗੀ ਕਿਉਂਕਿ ਉਹਨਾਂ ਦੇ ਮੂੰਹੋਂ ਸੁਣਾਂਗੇ ਆਪਾਂ ਉਹਨਾਂ ਦੀ ਪਹਿਚਾਣ ਕੀ ਹੈ। ਅਤੇ ਨਹੀਂ ਤਾਂ ਸਾਰਾ ਕੁਛ ਮੈਂ ਹੀ ਤੁਹਾਨੂੰ ਦੱਸਦਾ, ਫਿਰ ਤੁਸੀਂ ਪੋਡਕਾਸਟ ਕੀ ਦੇਖੋਗੇ, ਹੈ ਨਾ। ਪਰ ਵੈਲਕਮ ਤੁਹਾਡਾ ਅੱਜ ਫਿਰ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਲਖਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਸੋ ਮਚ ਤੁਹਾਡਾ, ਬਹੁਤ ਸਵਾਗਤ ਹੈ ਤੁਹਾਡਾ ਇਨਵਾਈਟ ਕਰਨ ਲਈ ਇੱਥੇ ਇਸ ਮੰਚ 'ਤੇ। ਐਂਡ ਰੀਅਲੀ ਐਪਰੀਸ਼ੀਏਟ ਕਿ ਤੁਸੀਂ ਆਪਣਾ ਟਾਈਮ ਕੱਢ ਰਹੇ ਚੀਜ਼ ਲਈ। ਥੈਂਕ ਯੂ ਫॉर ਇਨਵਾਈਟਿੰਗ ਮੀ ਐਂਡ ਆਈ ਰੀਅਲੀ ਹੋਪ ਕਿ ਹੋਪਫੁਲੀ ਮੇਰੀ ਜਰਨੀ ਕਿਸੇ ਨੂੰ ਇੰਸਪਾਇਰ ਕਰ ਸਕੇ ਚੀਜ਼ ਲਈ ਅਤੇ ਕਿਸੇ ਨੂੰ ਵੈਲਿਊ ਮਿਲ ਸਕੇ ਚੀਜ਼ ਦੇ ਅੰਦਰੋਂ। ਥੈਂਕ ਯੂ ਫॉर ਦੈਟ। ਨਾ ਬਿਲਕੁਲ, ਜਿੱਦਾਂ ਤੁਸੀਂ ਜਿੰਨਾ ਕਿ ਤੁਹਾਨੂੰ ਮੈਂ ਜਾਣ ਸਕੀ ਹਾਂ, ਅਤੇ ਉਹੀ ਜਿੱਦਾਂ ਹੁਣ ਮੈਂ ਆਪਣੇ ਇੰਟਰੋ ਦੇ ਵਿੱਚ ਤੁਹਾਡੇ ਬਾਰੇ ਦੱਸਿਆ ਕਿ ਵੀ ਤੁਸੀਂ ਹਮੇਸ਼ਾ, ਜਿੰਨਾ ਮੈਂ ਤੁਹਾਨੂੰ ਦੇਖਿਆ, ਤੁਸੀਂ ਆਲ ਦਾ ਟਾਈਮ ਔਨ ਦਾ ਗੋ ਰਹਿੰਦੇ ਹੋ, ਔਨ ਦਾ ਗੋ। ਸੋ ਤੁਹਾਨੂੰ ਇੰਨਾ ਹਲਕਾ ਜਿਹਾ ਕਿਤੇ ਲੱਗਦਾ ਨਹੀਂ ਕਿ ਮੈਂ ਰੈਸਟ ਕਰਾਂ, ਆਰਾਮ ਚਾਹੀਦਾ ਆ ਮੈਨੂੰ। ਪਹਿਲਾਂ ਥੈਂਕ ਯੂ ਇੰਟਰਵਿਊ ਲਈ ਵੀ, ਕਿਉਂਕਿ ਬਹੁਤ ਵੱਡੀ ਚੀਜ਼ਾਂ ਤੁਸੀਂ ਕਹਿ ਦਿੱਤੀਆਂ ਮੇਰੇ ਲਈ, ਪਰ ਇੰਨੇ ਦਾ ਮੈਂ ਇੰਨੀ ਯੋਗ ਹੈ ਇਹ ਚੀਜ਼ ਕਿਹਾ, ਪਰ ਥੈਂਕ ਯੂ ਫॉर ਦੈਟ। ਬਾਕੀ ਰਹੀ ਗੱਲ ਬਿਜ਼ੀ ਹੋਣ ਦੀ, ਬਿਜ਼ੀ ਹੋਣਾ ਅਤੇ ਪ੍ਰੋਡਕਟਿਵ ਹੋਣਾ ਵੀ ਦੋ ਚੀਜ਼ਾਂ ਡਿਫਰੈਂਟ ਚੀਜ਼ਾਂ ਹੁੰਦੀਆਂ। ਜਾਂ ਕੁਛ ਲੋਕ ਕਹਿੰਦੇ ਆ ਕਿ ਮੈਂ ਬਹੁਤ ਬਿਜ਼ੀ ਹਾਂ, ਪਰ ਕੁਝ ਨਾ ਹੁੰਦੇ ਪਏ ਵੀ ਬਿਜ਼ੀ ਆ, ਕਹਿੰਦੇ ਨਾ ਵਿਹਲੇ ਬਿਜ਼ੀ, ਕੋਈ ਵਿਹਲੇ ਬਹੁਤ ਬਿਜ਼ੀ ਹਨ। ਅੱਜ ਕੱਲ੍ਹ ਉਹ ਬਹੁਤ ਜ਼ਿਆਦਾ ਚੱਲ ਰਿਹਾ ਹੈ। ਕੁਛ ਹੁੰਦਾ ਕੁਛ ਪ੍ਰੋਡਕਟੀਵਿਟੀ। ਸੋ ਮੈਨੂੰ ਹੁੰਦਾ ਕਿ ਕੁਛ ਨਾ ਆਪਣੇ ਟਾਈਮ ਨੂੰ ਕਿਤੇ ਨਾ ਕਿਤੇ ਯੂਟੀਲਾਈਜ਼ ਕਰਦਾ ਰਹਾਂ। ਕੁਛ ਚੀਜ਼ਾਂ ਹੁੰਦੀਆਂ ਬੰਦਾ ਕਹਿੰਦਾ ਕਿ ਜੇ ਮੈਂ ਫਰੀ ਬੈਠਾ ਤਾਂ ਮੈਂ ਕਿੱਥੇ ਲਗਾਵਾਂ ਕਿ ਮੇਰਾ ਮਾਈਂਡ ਇੰਗੇਜ ਰਹੇ, ਕਿ ਪੋਜ਼ੀਟਿਵਿਟੀ ਵਾਲੀ ਸਾਈਡ ਵੱਲ ਜਾਵਾਂ। ਕੁਛ ਤਾਂ ਮੈਂ ਕਹਿੰਦਾ ਕੁਛ ਸਿੱਖਣ ਨੂੰ ਮਿਲਿਆ ਮੈਨੂੰ। ਸੋ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਕੁਛ ਨਾ ਕੁਛ ਨਵਾਂ ਸਿੱਖਦਾ ਰਹਾਂ। ਚਲੋ ਅੱਛਾ, ਫਿਰ ਮੈਨੂੰ ਹੁਣ ਅੱਜ ਤੁਸੀਂ ਸ਼ੁਰੂਆਤ ਇੱਥੋਂ ਦੱਸੋ ਕਿ ਤੁਸੀਂ ਕੁਛ ਨਾ ਕੁਛ ਤਾਂ ਤੁਸੀਂ ਕਰਦੇ ਆਫ ਕੋਰਸ, ਆਈ ਨੋ ਦੈਟ ਪ੍ਰੋਡਕਟਿਵਿਟੀ ਤੁਹਾਡੀ ਬਹੁਤ ਜ਼ਿਆਦਾ ਆ ਐਂਡ ਹਮੇਸ਼ਾ ਇੱਦਾਂ ਹੀ ਰਹੇ, ਹੈ ਨਾ। ਸਾਡੇ ਵੱਲੋਂ ਤਾਂ ਵੈਲ ਵਿਸ਼ਿਜ਼ ਹੀ ਆ ਤੁਹਾਡੇ ਲਈ। ਬਟ ਦ ਥਿੰਗ ਇਜ਼, ਜਿਹੜੀ ਤੁਸੀਂ ਸ਼ੁਰੂਆਤ ਆਪਣੀ ਕਿੱਥੋਂ ਕੀਤੀ ਹੈ, ਕਿਉਂਕਿ ਇੱਕ ਸ਼ੁਰੂਆਤ ਹਮੇਸ਼ਾ ਉਹੀ ਨਹੀਂ ਹੋ ਸਕਦੀ ਜੋ ਤੁਸੀਂ ਅੱਜ ਹੋ। ਨਹੀਂ ਬਿਲਕੁਲ, ਕਿਤੇ ਨਾ ਕਿਤੇ ਤਾਂ ਬੰਦੇ ਨੂੰ ਸ਼ੁਰੂਆਤ ਕਰਨੀ ਪੈਂਦੀ ਹੈ। ਤੁਹਾਡੀ ਸ਼ੁਰੂਆਤ ਕਿਹੜੇ ਘਰ ਤੋਂ? ਪੰਜਾਬ ਜਿੱਦਾਂ ਕਿ ਮੈਂ ਜੰਮਿਆ ਪਲਿਆ ਕਪੂਰਥਲੇ ਸੀਗਾ, ਉੱਥੇ ਰਿਹਾ। ਇੱਕ ਵਿਜ਼ਨ ਸੀਗਾ ਛੋਟੇ ਹੁੰਦੇ ਤੋਂ ਕਿ ਕੁਛ ਕਰਨਾ ਲਾਈਫ 'ਚ, ਕੁਛ ਅੱਗੇ ਵਧਣਾ। ਐਂਡ ਫਿਰ ਉਹ ਵਿਜ਼ਨ ਸੀਗਾ ਕਿ ਲਾਈਕ ਫੈਮਿਲੀ ਆਲਰੇਡੀ ਬਾਹਰ ਸੀਗੀ ਪਹਿਲਾਂ ਤੋਂ ਹੀ, ਅਤੇ ਇੱਕ ਹੁੰਦਾ ਨਾ, ਪਰ ਉਹਨਾਂ ਨੇ ਸੀਗਾ ਕਿ ਪਿੱਛੇ ਬੱਚਾ ਪੜ੍ਹੇ, ਉੱਥੇ ਪੜ੍ਹੇ, ਰੂਟਸ ਨਾਲ ਜੁੜਿਆ ਰਿਹਾ, ਜੋ ਕਿ ਹਰ ਪੇਰੈਂਟਸ ਦਾ ਡਰੀਮ ਹੁੰਦਾ ਹੈ ਸਾਡਾ ਬੱਚਾ ਪਿੱਛੇ ਪੰਜਾਬ ਨਾਲ ਹੈ, ਜਿੱਥੇ ਤੋਂ ਵੀ ਹੈਗੇ ਉਹ ਰੂਟਸ ਨਾਲ ਕਨੈਕਟਡ ਰਹੇ। ਸੋ ਉਹੀ ਇੱਕ ਵਿਜ਼ਨ ਸੀ ਉਹਨਾਂ ਦਾ ਵੀ, ਉੱਥੇ ਰਹੇ, ਟਾਈਮ ਸਪੈਂਡ ਕੀਤਾ। ਉਸ ਤੋਂ ਬਾਅਦ ਫਿਰ ਅੱਗੇ ਮੂਵ ਹੋਏ, ਇੱਕਦਮ UK ਨੂੰ ਆ ਗਏ। ਜਰਮਨੀ ਵਾਜ਼ ਐਨ ਆਪਸ਼ਨ, ਪਰ ਗੱਲ ਇਹ ਕਿ ਲੈਂਗੁਏਜ ਬੈਰੀਅਰ ਇਸ਼ੂ ਹੋ ਗਿਆ ਸੀ ਉੱਥੇ। ਬੈਕ ਇਨ ਡੇਜ਼ ਥੋੜ੍ਹਾ ਜਿਹਾ ਡਿਫਰੈਂਟ ਹੁਣ ਤਾਂ ਇੰਗਲਿਸ਼ ਇੱਕ ਡਿਫਰੈਂਟ ਲੈਂਗੁਏਜ ਹੋ ਗਈ, ਤਾਂ ਕਿਸੇ ਨੂੰ ਕੋਈ ਇਸ਼ੂ ਨਹੀਂ ਹੈਗਾ, ਬਟ ਬੈਕ ਇਨ ਡੇਜ਼ ਇਸ਼ੂ ਸੀਗਾ ਚੀਜ਼। ਫਿਰ
ਕਹ ਲਓ ਕਿ ਯੂਕੇ ਆਣਾ ਵਾਸ ਲਾਈਕ ਲਾਸਟ ਮਿੰਟ ਪਲਾਨ, ਵਿਦਿਨ ਅ ਵੀਕ ਪਲਾਨ ਕਰ ਲਿਆ ਸੀ ਇੱਥੇ ਆਉਣ ਨੂੰ। ਤੇ ਮੇਰਾ Okay. ਕਾਲਜ, ਮੇਰੀ ਯੂਨੀ ਇੱਥੋਂ ਹੋਈ ਆ, ਬਰਮਿੰਘਮ ਇੱਥੋਂ ਹੀ। ਅਰੇ ਵਾਹ। ਤੇ ਬਸ ਕਹ ਲਓ ਕਿ ਜਰਨੀ ਸੀਗੀ, ਇੱਕ ਵਿਜ਼ਨ ਸੀਗਾ ਕਿ ਲਾਈਫ 'ਚ ਗਰੋ ਕਰਨਾ, ਅੱਗੇ ਵਧਣਾ ਚੀਜ਼ ਨੂੰ। ਪਰ ਉਹ ਹੌਲੀ ਹੌਲੀ ਜਰਨੀ ਨੂੰ ਅੱਗੇ ਫਿਰ ਇੱਕ ਯੂਕੇ ਤੋਂ ਗਾ ਵੱਖਰੀ ਕੰਟਰੀਆਂ 'ਚ ਮੂਵ ਯਾ, ਇਨ ਦ ਸੈਂਸ ਕਿ ਲਾਈਕ ਇਨ ਦ ਵਿਜ਼ਨ ਫਾਈਲ ਕਿ ਵਿਜ਼ਨਰੀ। ਯਾਨੀ ਕਿ ਪੰਜਾਬੀ ਤੋਂ ਤੁਸੀਂ ਇੱਕ ਬ੍ਰਹਮੀ ਬਣ ਗਏ ਨੇ। ਬਰਮਿੰਘਮ ਐਕਸੈਂਟ ਦੇ ਵਿੱਚ ਤੁਹਾਨੂੰ ਸੋ ਬਿਲਕੁਲ ਯੂ ਬਿਕੇਮ ਬ੍ਰਹਮੀ। ਬਰਮਿੰਘਮ ਤੋਂ ਫਿਰ ਜਨਾ ਲੰਡਨ ਮੂਵ ਹੋ ਗਿਆ। ਇਹ ਉਹ ਵੀ ਇੱਕ ਜਰਨੀ ਸੀਗੀ ਕਿ ਇੱਥੋਂ ਮੂਵ ਹੋਣਾ ਲੰਡਨ 'ਚ ਵਾਸ ਅਨਦਰ ਬਿਗ ਚੇਂਜ ਫॉर ਹਾਂ, ਉਹਦੇ ਤੇ ਤੁਸੀਂ ਥੋੜੀ ਜਿਹੀ ਹਾਈਲਾਈਟ ਕਰੋ, ਤੁਸੀਂ ਲੰਡਨ ਬਾਰੇ ਸਮਥਿੰਗ। ਯਾ, ਓਕੇ, ਸੋ ਜਦੋਂ ਬਰਮਿੰਘਮ 'ਚ ਸੀਗਾ ਉਦੋਂ ਇੱਕ ਹੁੰਦਾ ਸੀਗਾ ਕਿ ਹਾਂ ਠੀਕ ਹੈ ਇੱਥੇ ਆ ਗਿਆ, ਠੀਕ ਹੈ ਨੈਕਸਟ ਮੂਵ ਕੀ ਆ। ਫਿਰ ਕੁਝ ਫਰੈਂਡ ਸੀਗੇ ਲੰਡਨ ਦੇ, ਇਵਨ ਯੂਨੀ ਟਾਈਮ ਤੇ ਵੀ ਸੀਗੇ, ਕਾਲਜ ਟਾਈਮ ਤੇ ਸੀਗੇ, ਕਿ ਜੋ ਵੀ ਲੰਡਨ ਤੋਂ ਇੱਥੇ ਆਉਂਦੇ ਸੀਗੇ। ਓਕੇ। ਤੇ ਇੱਕ ਕਿਉਰਿਓਸਿਟੀ ਹੁੰਦੀ, ਬੰਦਾ ਕਹਿੰਦਾ ਕਿ ਯਾਰ ਲੈਟਸ ਸੀ ਕਿ ਉੱਥੇ ਕੀ ਹੈਗਾ ਲੰਡਨ। ਫਿਰ ਲੰਡਨ ਆਉਣਾ ਜਾਣਾ ਸ਼ੁਰੂ ਕਰ ਲਿਆ। तो एक टाइम आया ਸੀਗਾ 2005 ਚ ਕਿ ਜਦੋਂ ਮੈਂ ਬਰਮਿੰਘਮ ਤੋਂ ਇੱਕ ਪਲਾਨ ਕਰਕੇ ਤੁਰਿਆ ਕਿ ਮੈਂ ਲੰਡਨ ਰਹਿਣਾ ਜਾ ਕੇ। ਓਕੇ। ਮੈਂ ਆਪਣਾ ਸਾਰਾ ਸਮਾਨ ਲੈ ਕੇ ਚਲਾ ਗਿਆ ਓਪਾ ਵਿਦਾਮ ਕੋ ਸੋਚੇ ਫੈਮਿਲੀ ਸੀਗੀ ਉੱਥੇ, ਵੀ ਫਰੈਂਡ ਸੀਗੀ, ਕਜ਼ਨ ਸੀਗੀ। ਸੋ ਇੱਕ ਸ਼ੁਰੂਆਤ ਕਰਨ ਲਈ ਸੀਗਾ ਉੱਥੇ ਕੁਝ, ਪਰ ਮਹੀਨੇ ਕੇ ਬਾਅਦ ਮੈਂ ਸਮਾਨ ਲੈ ਕੇ ਵਾਪਸ ਆ ਗਿਆ। ਹਾਂ, ਬਰਮਿੰਘਮ ਛੱਡ ਕੇ ਜਾ ਕੇ ਤੁਹਾਡਾ ਦਿਲ ਨਹੀਂ ਲੱਗਦਾ ਨਹੀਂ ਸੀ। ਉਹ ਕਹਿ ਰਿਹਾ ਕਿ ਬਰਮਿੰਘਮ में वापस ਕੀਤੀ ਆ ਫਿਰ ਕਿਉਂਕਿ ਇੱਕ ਹੁੰਦਾ ਕਿ ਚੇਂਜ ਬਹੁਤ ਵੱਡਾ ਚੇਂਜ ਸੀਗਾ ਫਿਰ, ਪਰ ਉਹ ਐਕਸਪੀਰੀਅੰਸ ਕਰਨਾ ਜ਼ਰੂਰੀ ਸੀਗਾ। ਫਿਰ ਕੁਝ ਮੰਥ ਬਾਅਦ ਫਿਰ ਡਿਸਾਈਡ ਕੀਤਾ ਕਿ ਨਹੀਂ, ਨਾਓ ਆਈ ਕੈਨ ਸੀ ਦ ਡਿਫਰੈਂਸ ਯਾ, ਕਿ ਮੈਂ ਆਈ ਥਿੰਕ ਆਈ ਮੈਂਟ ਟੂ ਬੀ ਫॉर ਲੰਡਨ। ਉਹ ਚੀਜ਼ ਹੋਈ ਨਹੀਂ ਕਿ ਬੰਦਾ ਜਦੋਂ ਐਜੂਕੇਸ਼ਨ ਲੈ ਰਿਹਾ, ਕਿਉਂਕਿ ਬੀਇੰਗ ਇਨਟੂ ਆਈਟੀ ਇੰਡਸਟਰੀ, ਆਈਟੀ ਗ੍ਰੈਜੂਏਟ, ਇੱਕ ਹੁੰਦਾ ਬੰਦਾ ਕਹਿੰਦਾ ਕਰੀਅਰ ਕਿੱਥੇ ਹੈ ਮੇਰਾ, ਕਰੀਅਰ ਵਾਈਜ਼ ਮੇਰੇ ਕੋਲ ਓਪਰਚੁਨਿਟੀਜ਼ ਕਿੱਥੇ ਆ। So I think September, October, the time until मैं decide कर लिया कि नहीं, London is the city for me and I moved permanently to London. ਸੋ ਅੱਛਾ, ਤੁਸੀਂ ਜੌਬ ਪਹਿਲਾਂ ਬਰਮਿੰਘਮ ਦੇ ਵਿੱਚ ਤੁਸੀਂ ਜੌਬ ਕਰਦੇ ਸੀ, ਯਾਨੀ ਕਿ ਯੂਨੀਵਰਸਿਟੀ ਚ? ਟਾਈਮ ਤੇ ਨਹੀਂ, ਕਿਉਂਕਿ ਮੈਂ ਉਸ ਵੇਲੇ ਇੱਕ ਘਰ ਦੇ ਵੱਲੋਂ ਆਉਂਦਾ ਸੀਗਾ ਕਿ ਨਹੀਂ ਤੂੰ ਪੜ੍ਹਾਈ ਤੇ ਫੋਕਸ ਕਰ। ਹਾਂ, ਘਰ ਦੇ ਵੱਲੋਂ ਆਉਂਦਾ ਰਿਹਾ। ਹਾਂ, ਇੱਕ ਮੈਂ ਛੋਟੀ ਜਿਹੀ ਜੌਬ ਜ਼ਰੂਰ ਕੀਤੀ ਸੀ, ਮੇਰੀ ਅੱਜ ਵੀ ਯਾਦ ਹੈ ਚੀਜ਼ ਤੇ, ਐਜ਼ ਅ ਸਟੂਡੈਂਟ ਜੋ ਕਰਦੇ ਆ। ਮੈਨੂੰ ਇੱਕ ਲਾਸਟ ਮਿੰਟ ਕਾਲ ਆਈ ਸੀਗੀ ਕਿ ਮੇਰੇ ਫਰੈਂਡ ਦੀ ਕਿ ਸਭ ਮਿਲ ਲਈ ਐਕਚੁਅਲੀ। ਓਕੇ। ਸਾਰਾ ਕੰਮ ਕੀਤਾ ਹੈ, ਸੋ maybe 4 weeks Student life, it is like, I love piano, no, like we have different experience, student guild, subway, different experience thing, I enjoy it. So ਇੱਕ ਉਹ ਜਰਨੀ ਸੀ ਕਿ ਉਸ ਤੋਂ ਬਾਅਦ ਫਿਰ ਲੰਡਨ ਸਨਾਰੇ ਚ ਆ ਗਏ, ਲੰਡਨ ਲਾਈਫ ਚ ਆ ਗਏ। ਉੱਥੇ of course everything is very expensive, ਬੰਦਾ ਕਿ ਪਰ ਉਹ ਐਕਸਪੀਰੀਅੰਸ ਕਰਨਾ ਜ਼ਰੂਰੀ ਹੈ। ਉੱਥੇ ਤਾਂ ਲਾਈਫ ਸਟਾਈਲ ਚਾਹੇ ਕੰਮ ਹੋ ਜੇ ਕਰਨਾ ਜ਼ਰੂਰੀ ਹੈ, ਕਿਉਂਕਿ ਆਂਦੀ ਸੀ। ਫਿਰ ਮੈਂ ਲੰਡਨ ਤੋਂ ਬਰਮਿੰਘਮ ਯੂਨੀ ਅਪ ਡਾਊਨ ਕਰਦੇ ਰਹੇ। ਅੱਛਾ, ਓਕੇ। ਤੁਸੀਂ ਯੂਨੀਵਰਸਿਟੀ ਵੀ ਨਹੀਂ ਆਪਣੀ ਕੰਪਲੀਟ ਕੀਤੀ, ਪਰ ਉਹ ਮੂਵਡ ਓਵਰ ਦੇਅਰ। ਕਿਉਂਕਿ ਬੰਦਾ ਇੱਕ ਵਿਸ਼ਵ ਦੀ ਗੱਲ ਹੈ ਕਿ ਲਾਈਕ ਵੀ ਮੈਂ ਇੱਕ ਫਰਸਟ ਈਅਰ ਯੂਨੀ ਚ ਸੀਗਾ ਜਦੋਂ ਮੈਂ ਬਰਮਿੰਘਮ ਛੱਡ ਕੇ ਲੰਡਨ ਮੂਵ ਹੋ ਗਿਆ ਸੀਗਾ। ਤੇ ਉਹ ਫਿਰ 2 ਸਾਲ ਫਿਰ ਅਪ ਐਂਡ ਡਾਊਨ ਕਰਦੇ ਰਹੇ। ਮਾਈ ਗੁਡਨੈਸ, ਓਕੇ। But it was good experience. I enjoyed it. It was a different journey. On the trains, on the buses? Well, ਪਹਿਲਾਂ ਟ੍ਰੇਨ ਸਟਾਰਟ ਕੀਤਾ ਸੀ, ਬਾਅਦ ਚ ਫਿਰ ਕਾਰ ਬਾਈ ਕਰ ਲਈ ਸੀਗੀ। ਇਹ ਵਾਸ ਟਾਈਮ ਕੰਜ਼ਿਊਮਿੰਗ ਜ਼ਿਆਦਾ ਹੋ ਜਾਂਦਾ ਤੇ ਬੰਦਾ ਇੱਕ ਟਾਈਮ ਦੀ ਬਹੁਤ ਵੈਲਿਊ ਚੀਜ਼ ਨਹੀਂ। ਯਾ, ਮੇਰੇ ਲਈ, ਕਿਉਂਕਿ ਜੇ ਤੁਸੀਂ ਟਾਈਮ ਦੀ ਰਿਸਪੈਕਟ ਕਰਨਾ ਸ਼ੁਰੂ ਕਰੋਗੇ ਤਾਂ ਟਾਈਮ ਤੁਹਾਨੂੰ ਰਿਸਪੈਕਟ ਦੇਵੇਗਾ। ਮੇਰੇ ਲਈ ਬਹੁਤ ਮੈਟਰ ਕਰਦਾ ਕਿ ਮੇਰਾ ਟਾਈਮ ਕਿੱਥੇ ਯੂਟਿਲਾਈਜ਼ ਹੋ ਰਿਹਾ ਜ਼ਿਆਦਾ, ਘੱਟ ਤੋਂ ਘੱਟ ਸਮੇਂ 'ਚ ਮੈਂ ਕਿੱਥੇ ਟਾਈਮ ਨੂੰ ਚੀਜ਼ਾਂ ਨੂੰ ਇਸਤੇਮਾਲ ਕਰ ਸਕਦਾ। ਸੋ ਤੁਸੀਂ ਇੰਨਾ, ਮੈਂ ਕਹੂੰਗੀ ਕਿ ਤੁਸੀਂ ਇੰਨੇ ਡਾਊਨ ਟੂ ਅਰਥ ਹੈਗੇ ਹੋ, ਇੰਨੇ ਹੰਬਲ ਹੈਗੇ ਹੋ ਤੁਸੀਂ। ਪਰਮਾਤਮਾ ਦੀ, ਮੈਂ ਕਹੂੰਗੀ ਉਹ ਵੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਆਉਂਦੀ ਗੱਲ, ਬਟ ਜਿੰਨਾ ਤੁਸੀਂ ਆਪਣੇ ਆਪ ਨੂੰ ਇੰਨਾ ਤੁਸੀਂ ਕੰਮ ਕਰ ਲਿਆ ਹੈ ਆਪਣੀ ਲਾਈਫ ਦੇ ਵਿੱਚ, ਤੁਹਾਨੂੰ ਕਦੀ ਇੱਦਾਂ ਕੋਈ ਫੇਲੀਅਰ ਲੱਗਿਆ ਕਿ ਗੈਸ ਕਿ ਜਿੱਥੇ ਤੁਹਾਨੂੰ ਇੱਕਦਮ ਲੱਗਿਆ ਹੋਵੇ ਓ ਵਾਟ ਹੈਵ ਡਨ? ਬਹੁਤ ਜਗ੍ਹਾ ਤੇ ਲੱਗਿਆ, ਬਹੁਤ ਡਿਸੀਜ਼ਨ ਇੱਦਾਂ ਦੇ ਲਿੱਤੇ ਲਾਈਫ ਦੇ ਅੰਦਰ, ਕਿਉਂਕਿ ਬਹੁਤ ਸਾਰੀ ਚੀਜ਼ਾਂ ਬੰਦਾ ਸਿੱਖਦਾ, ਪਰ ਜਦੋਂ ਤੱਕ ਤੁਸੀਂ ਟਰਾਈ ਨਹੀਂ ਕਰੋਗੇ ਨਾ, ਸਿੱਖੋਗੇ ਨਹੀਂ ਕਦੀ ਵੀ। ਕੋਈ ਵੀ ਐਜ਼ ਐਂਟਰਪ੍ਰੈਨਿਓਰ ਲੈ ਲਓ, ਬਿਜ਼ਨਸਮੈਨ ਲੈ ਲਓ, ਚਾਹੇ ਉਹ ਸਟੂਡੈਂਟ ਹੀ ਲੈ ਲਓ, ਜਦ ਤੱਕ ਉਹ ਕੁਛ ਟਰਾਈ ਨਹੀਂ ਕਰੂਗਾ ਉਹਨੂੰ ਅੱਗੇ ਨਹੀਂ ਪਤਾ ਲੱਗੇਗਾ। ਸੋ ਬਹੁਤ ਸਾਰੀ ਚੀਜ਼ਾਂ 'ਚ ਮੈਂ ਲੈਟ ਡਾਊਨ ਹੋਇਆ, ਬਹੁਤ ਸਾਰੀ ਚੀਜ਼ਾਂ ਦੇ ਅੰਦਰ ਮੈਂ ਫੇਲ ਹੋਇਆ, ਬਹੁਤ ਸਾਰੀ ਚੀਜ਼ਾਂ 'ਚ ਅੱਗੇ ਸਿੱਖਿਆ। ਪਰ ਕਹਿੰਦੇ ਨਾ, ਯੂ ਈਦਰ ਲਰਨ ਔਰ ਯੂ ਅਰਨ। ਸੋ ਆਈ ਹੈਵ ਲਰਨਡ ਇਨ ਅ ਹਾਰਡ ਵੇ। ਬਹੁਤ ਸਾਰੀ ਚੀਜ਼ਾਂ 'ਚ ਫੇਲ ਹੋਇਆ, ਲੌਸਿਸ ਲਿੱਤੇ, ਪਰ ਉਹ ਮੇਰਾ ਐਕਚੁਅਲੀ ਇੱਕ ਬਹੁਤ ਬੈਸਟ ਪੀਰੀਅਡ ਸੀ ਲਾਈਫ ਦਾ। ਮੈਂ ਐਕਸਪਲੋਰ ਕਰ ਰਹੀ ਚੀਜ਼ਾਂ ਨੂੰ, ਕਿਉਂਕਿ ਜਿਹੜਾ ਤੁਹਾਡੀ ਅਰਲੀ ਏਜ ਹੁੰਦੀ ਹੈ, ਬੰਦਾ ਕਹਿੰਦਾ ਕਿ ਮੈਂ 20s 'ਚ ਆ, ਠੀਕ ਹੈ, ਤਾਂ ਬੰਦਾ ਕਹਿੰਦਾ 20s ਦਾ ਟਾਈਮ ਨਾਲ 20 to 25 ਵਾਲਾ ਟਾਈਪ ਜਿਹੜਾ ਤਾਂ ਹੈਗਾ ਨਾ,
ਮੈਂ ਇਹੀ ਕਹੂੰਗੀ ਐਕਸਪਲੋਰ ਕਰੋ, ਡਸਨਟ ਮੈਟਰ ਫੇਲ ਹੋਵੇ, ਕਿਉਂਕਿ ਦੇਖੋ ਰਿਜ਼ਲਟ ਤਾਂ ਕਿਸੇ ਨੂੰ ਨਹੀਂ ਪਤਾ ਕੀ ਹੈ, ਪਰ ਜਦੋਂ ਤੁਸੀਂ ਐਫਰਟ ਨਹੀਂ ਪਾਓਗੇ, ਟਰਾਈ ਨਹੀਂ ਕਰੋਗੇ, ਤੁਹਾਨੂੰ ਪਤਾ ਨਹੀਂ ਹੈ। ਆਈ ਵੁੱਡ ਸੇ ਕਿ ਬੰਦੇ ਨੂੰ ਐਕਸਪੀਰੀਅੰਸ ਕਰਨਾ ਚਾਹੀਦਾ ਟਾਈਮ ਐਕਸਪਲੋਰ ਕਰਨ ਲਈ। ਹਰ ਇੱਕ ਡਿਫਰੈਂਟ ਤਰ੍ਹਾਂ ਦੀ ਮੇਰਾ ਇੱਦਾਂ ਹੈ ਕਿ ਮੈਂ ਵਿਸ਼ ਨਹੀਂ ਕਰਦਾ, ਮੈਂ ਕਰਦਾ, ਨਹੀਂ ਤਾਂ ਮੇਰੇ ਦਿਲ 'ਚ ਰਹਿੰਦਾ ਕਿ ਆਈ ਵਿਸ਼ ਮੈਂ ਕਰ ਲੈਂਦਾ, ਪਰ ਉਹ ਮੈਂ ਵਿਸ਼ ਰਹਿਣ ਦੀ ਜਗ੍ਹਾ ਮੈਂ ਕਹਿੰਦਾ ਮੈਂ ਕਰ ਹੀ ਲੈਣਾ। ਲਾਈਫ ਮੈਨੂੰ ਪਿੱਚ ਕਰ ਦਿੰਦੀ ਚੀਜ਼, ਨੋ ਰਿਗਰੈਟਸ ਬੇਸਿਕਲੀ, ਮੈਂ ਰਿਗਰੈਟ ਨਹੀਂ ਕਰਦਾ ਕਦੇ ਵੀ ਚੀਜ਼ ਨੂੰ। ਓਕੇ, ਲਾਈਫ 'ਚ ਇੱਕ ਚੀਜ਼ ਕਹਿ ਲਓ ਕਿ ਰਿਗਰੈਟ ਬੰਦਾ ਉਦੋਂ ਕਰੂਗਾ ਜਦੋਂ ਬੰਦਾ ਕਹਿੰਦਾ ਕਿ ਮੈਂ ਕੁਝ ਕੀਤਾ ਹੀ ਨਹੀਂਗਾ, ਤੇ ਬੰਦਾ ਕਹਿੰਦਾ ਕਰ ਲਿਆ, ਮੈਂ ਟਰਾਈ ਕੀਤੀ ਹੈ, ਆਈ ਗੇਵ ਮਾਈ 100%, ਫਿਰ ਰਿਗਰੈਟ ਨਹੀਂ ਹੁੰਦਾ, ਉਹ ਲੈਸਨ ਹੁੰਦਾ। ਤੇ ਇਹੀ ਤੁਸੀਂ ਚੀਜ਼ਾਂ ਹਰ ਜਗ੍ਹਾ ਦੇ ਉੱਤੇ ਅਪਲਾਈ ਕਰਦੇ ਹੋ? ਹਰ ਜਗ੍ਹਾ ਤੇ ਅਪਲਾਈ ਕਰਨੀਆਂ ਪੈਂਦੀਆਂ, ਕਿਉਂਕਿ ਬਹੁਤ ਸਾਰੀ ਚੀਜ਼ਾਂ ਹੁਣ ਤਾਂ ਚਲੋ ਐਕਸਪੀਰੀਅੰਸ ਨਾਲ ਬੰਦਾ ਵਾਈਸ ਹੋ ਜਾਂਦਾ ਹੈ ਕਿ ਅਰਲੀ ਡੇਜ਼ 'ਚ ਐਕਸਪੀਰੀਅੰਸ ਨਹੀਂ ਸੀ, ਸੋ ਰੋਂਗ ਡਿਸੀਜ਼ਨ ਜ਼ਿਆਦਾ ਹੁੰਦੇ ਸੀ। ਇਹ ਹੈ ਸਕਸੈਸ ਘੱਟ ਮਿਲਦੀ ਸੀਗੀ, ਮਤਲਬ ਪੋਜ਼ਿਟਿਵਿਟੀ ਵੀ ਘੱਟ ਮਿਲਦੀ ਸੀ, ਕਿਉਂਕਿ ਲੈਟ ਡਾਊਨ ਕਰਨ ਵਾਲੇ ਬਹੁਤ ਸੀ ਲੋਕੀ, ਤੁਹਾਡੇ ਪਰਸਨਲ ਲਾਈਫ 'ਚ ਲੈਟ ਡਾਊਨ ਕਰਨ ਵਾਲੇ ਬਹੁਤ ਆ। ਇਹੀ ਮੈਂ ਤੁਹਾਡੇ ਕੁਐਸਚਨ ਆਉਣ ਲੱਗੀ ਸੀਗੀ ਕਿ ਜਦੋਂ ਤੁਸੀਂ ਕਿਹਾ ਕਿ ਤੁਹਾਡੀ ਫੈਮਿਲੀ ਇੱਥੇ ਸੀ ਔਰ ਲੰਡਨ ਵੀ ਤੁਹਾਡੀ ਫੈਮਿਲੀ ਸੀ, ਤਾਂ ਤੁਹਾਨੂੰ ਫੈਮਿਲੀ ਦੀ ਸਪੋਰਟ ਉਸ ਤਰੀਕੇ 'ਚ ਮਿਲੀ ਹੈ? ਜਿੱਦਾਂ ਦੇਖੋ ਸਪੋਰਟ ਹਰ ਕੋਈ ਬੰਦਾ ਆਪਣੇ ਅਕੋਰਡਿੰਗਲੀ ਕਰਦਾ, ਬਟ ਇਹ ਆ ਜਾਂਦਾ ਕਿ ਉਹ ਸਪੋਰਟ ਤੁਹਾਨੂੰ ਕਿੱਥੇ ਤੱਕ ਲੈ ਜਾਂਦੀ ਹੈ। ਹੁਣ ਇੱਕ ਐਗਜ਼ਾਮਪਲ ਦੀ ਲੈ ਲਓ, ਜੇ ਆਪਾਂ ਇੱਕ ਜਰਨੀ ਵੀ ਲੈਂਦੇ ਹਾਂ, ਆਪਾਂ ਇਹਨਾਂ ਐਗਜ਼ਾਮਪਲ ਦੂਜੀ ਕੰਟਰੀ ਵੀ ਜਾਣਾ, ਆਪਾਂ ਘਰੋਂ ਚੱਲਦੇ ਹਾਂ, ਆਪਾਂ ਗੱਡੀ 'ਤੇ ਗਏ, ਏਅਰਪੋਰਟ ਦੇ ਕੋਲ ਗੱਡੀ ਪਾਰਕ ਕੀਤੀ, ਅੱਗੇ ਸਿਕਿਉਰਿਟੀ ਕਲੀਅਰ ਕੀਤੀ, ਹਰ ਇੱਕ ਦੀ ਜਰਨੀ, ਹਰ ਇੱਕ ਦੀ ਆਪਣੀ ਸਪੋਰਟ ਆ। ਤੁਹਾਨੂੰ ਗੱਡੀ ਨੇ ਲੈ ਕੇ ਏਅਰਪੋਰਟ 'ਤੇ ਲੱਗਿਆ, ਏਅਰਪੋਰਟ ਸਿਕਿਉਰਿਟੀ ਕਲੀਅਰ ਕੀਤੀ, ਉਹਨਾਂ ਦੀ ਆਪਣੀ ਸਪੋਰਟ ਸੀਗੀ, ਤੁਸੀਂ ਪਲੇਨ 'ਚ ਬੈਠੇ ਫਿਰ ਅੱਗੇ ਉੱਤੇ। ਸੋ ਹਰ ਇੱਕ ਬੰਦੇ ਦੀ ਸਪੋਰਟ ਇੱਕ ਲੈਵਲ ਤੱਕ ਆ। ਸੋ ਕੁਛ ਲੈਵਲ ਤੱਕ ਮੇਰੀ ਸਪੋਰਟ ਸੀਗੀ ਜਿਹੜੀ ਕਿ ਮੈਨੂੰ ਮਿਲੀ, ਪਰ ਉਸ ਤੋਂ ਇਲਾਵਾ ਮੈਨੂੰ ਖੁਦ ਐਕਸਪਲੋਰ ਕਰਨੀ ਪਈ। ਸੋ ਉਹ ਚੀਜ਼ ਆਉਂਦਾ ਜਿਹਨੂੰ ਮੈਂ ਕਹਿੰਦਾ ਕਿ ਬੰਦਾ ਕਹਿੰਦਾ ਐਕਸਪਲੋਰ ਕਰੋ ਚੀਜ਼ ਦੀ, ਤਾਂ ਹਰ ਲੈਵਲ ਆਫ ਸਪੋਰਟ ਹੁੰਦਾ ਕਿ ਤੁਹਾਨੂੰ ਕਿਸ ਲੈਵਲ 'ਤੇ ਕਿੱਦਾਂ ਦੀ ਸਪੋਰਟ ਮਿਲਦੀ ਵੀ ਉਹ ਜ਼ਰੂਰੀ ਆ, ਬਟ ਅੱਗੇ ਵਧਣ ਲਈ ਤੁਹਾਨੂੰ ਆਪਣੀ ਸਪੋਰਟ ਨੂੰ ਐਕਸਪੈਂਡ ਕਰਨਾ ਪੈਂਦਾ। ਬਟ ਆਈ ਥਿੰਕ ਜਿੱਥੇ ਤੱਕ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਲੰਡਨ 'ਚ ਆਏ ਹੋ, ਯੂਕੇ ਦੇ ਵਿੱਚ ਤੁਸੀਂ ਹੈਗੇ ਹੋ, ਹਾਂਜੀ, ਜੇ ਤੁਸੀਂ ਐਕਸਪਲੋਰ ਨਾ ਕਰੋ ਔਰ ਜਾਂ ਤੁਹਾਨੂੰ ਯੂਕੇ ਤੁਹਾਨੂੰ ਐਕਸਪਲੋਰ ਨਾ ਕਰਵਾਵੇ, ਤਾਂ ਫਿਰ ਤੁਸੀਂ ਟਾਈਮ ਵੇਸਟ ਦੇਖੋ, UK is one of the best countries to do business. गवर्नमेंट बहुत सपोर्ट कराती है, मल्टीपल कंट्री से ट्रैवल किया, बिजनेस कितने पड़ेगी, वन ऑफ द बेस्ट कंट्री इन द बिजनेस राइट्स आई वुड से। पर हाँ कुछ तो होर भी हैगी ਜਿਹੜੀ ਦੂਜੀ ਕੰਟਰੀ ਦਾ ਆਪਾਂ ਕੰਪੈਰੀਜ਼ਨ ਹਰ ਇੱਕ ਚੀਜ਼ ਦਾ ਦੂਜੀ ਨਾਲ ਕਰਦੇ ਹਾਂ, ਇੱਕ ਹਿਊਮਨ ਨੇਚਰ ਹੈ ਐਂਟਰਪ੍ਰਾਈਜ਼ ਦੀ, ਬਟ ਇੱਕ ਬੈਨੀਫਿਟ ਮੈਂ ਹਮੇਸ਼ਾ ਪੋਜ਼ਿਟਿਵ ਸਾਈਡ ਦੇਖਦਾ, ਨੈਗੇਟਿਵਿਟੀ ਨਾ ਪਿਕ ਕਰੋ, ਪੋਜ਼ਿਟਿਵਿਟੀ ਪਿਕ ਕਰੋ ਚੀਜ਼ ਤੋਂ। ਜਦੋਂ ਤੁਸੀਂ ਹੁਣ ਆਪਣਾ ਪਹਿਲਾਂ ਤੁਸੀਂ ਸ਼ੁਰੂਆਤ ਆਪਣੀ ਤੁਸੀਂ ਸਟੱਡੀ ਕਿਹੜੇ ਮਤਲਬ ਕਿਹੜੀ ਇੰਜੀਨੀਅਰਿੰਗ ਕੀਤੀ ਹੈ, ਤੁਸੀਂ ਕੀ ਕੀਤਾ ਸਟੱਡੀ? ਮੈਂ IT ਦੀ ਡਿਗਰੀ ਕੀਤੀ ਹੋਈ ਹੈ। ਸੋ ਓਕੇ, ਪਰ ਲੈਟ ਮੀ ਟੈਲ ਯੂ ਵਨ ਥਿੰਗ, ਡੂਇੰਗ ਐਨ IT degree wasn't very sufficient. So degree ਕਰਨਾ doesn't give you knowledge. So ਉਹਦੇ ਨਾਲ ਮੈਂ ਬਹੁਤ ਸਾਰੇ ਕੋਰਸਿਸ ਐਡ ਔਨ ਕਰਦਾ ਰਿਹਾ, ਕਿ ਜਿੱਦਾਂ ਮਾਈਕਰੋਸੋਫਟ ਸਾਈਟ ਹੋ ਗਿਆ, ਉਹ ਮਾਈਕਰੋਸੋਫਟ ਸਰਟੀਫਾਈਡ ਟੈਕਨੋਲੋਜੀ ਸਪੈਸ਼ਲਿਸਟ ਸੀਗਾ, ਦੈਨ ਮਾਈਕਰੋਸੋਫਟ ਸਰਟੀਫਾਈਡ IT ਪ੍ਰੋਫੈਸ਼ਨਲ ਆ ਜਾਂਦਾ, ਫਿਰ ਹੋਰ ਦੇ ਨਾਲ ਸਿਕਿਉਰਿਟੀ ਸਰਟੀਫਿਕੇਟ, ਲਾਈਕ ਤੁਹਾਨੂੰ ਉਹ ਸਕਿੱਲਸ ਆ, ਕਿਉਂਕਿ ਡਿਗਰੀ ਇਜ਼ ਜਸਟ ਥਿਊਰੀ ਨੌਲੇਜ, ਪਰ ਉਹਦੇ ਨਾਲ ਐਡ ਵੈਲਿਊ ਕੀ ਐਡ ਕਰ ਰਹੇ ਹੋ ਤੁਸੀਂ, ਉਹ ਬੜਾ ਜ਼ਰੂਰੀ ਸੀ। ਕਿਉਂਕਿ ਬੀਇੰਗ ਇਨ IT ਇੰਡਸਟਰੀ ਉਸ ਵੇਲੇ ਜਦੋਂ ਕਰਨ ਤੋਂ ਬਾਅਦ ਬਹੁਤ ਇੰਪੋਰਟੈਂਟ ਸੀਗਾ ਕਿ ਤੁਹਾਨੂੰ ਐਡ ਆਨਸ ਕਰ। ਸੋ ਬੈਕ ਟੂ ਬੈਕ ਲਾਈਕ ਮੇਰਾ ਕੋਈ ਵੀ ਐਡ ਜੋ ਮੰਥ ਨਹੀਂ ਹੁੰਦਾ ਜਿਹਦੀ ਮੈਂ ਕੁਛ ਸਿੱਖ ਨਾ ਰਿਹਾ ਹਾਂ। ਸੋ ਡਜ਼ਨਟ ਮੈਟਰ ਉਹ IT ਰਿਲੇਟਡ ਸੀਗਾ, ਨੌਨ IT ਰਿਲੇਟਡ ਉਹ ਚੀਜ਼ਾਂ ਸਿੱਖੀਆਂ। ਓਕੇ, ਸੋ ਇੱਕ ਸ਼ੌਂਕ ਸੀਗਾ ਸਿੱਖਣ ਦਾ, ਕੁਛ ਕਰਨ ਦਾ, ਕੁਛ ਅੱਗੇ ਵਧਣ ਦਾ। ਮੈਟਰ ਇਹ ਨਹੀਂ ਕਰਦਾ ਕਿ ਕਿਹੜਾ ਬਿਜ਼ਨਸ ਹੈ, ਕਿਹੜੇ ਮੇਰੇ ਨਾਲ ਰਿਲੇਟਡ, ਮੈਟਰ ਇਹ ਕਰਦਾ ਕਿ ਨੌਲੇਜ ਕਿੱਥੋਂ ਮਿਲ ਸਕਦੀ। ਸੋ ਮੈਂ ਉਹ ਵੀ ਚੀਜ਼ ਐਕਸਪਲੋਰ ਕੀਤੀਆਂ ਜਿੱਥੇ ਕਿ ਜਿਹੜੀ ਮੇਰੇ ਨੌਨ ਰਿਲੇਟਡ ਕੰਮ ਦੇ ਰਿਲੇਟਡ ਵੀ ਸੀਗੀ। ਸੋ ਤੁਹਾਨੂੰ ਇਹ ਲੱਗਦਾ ਕਿ ਜਿੱਦਾਂ ਹੁਣ ਤੁਸੀਂ IT ਕੀਤੀ, IT ਤੋਂ ਬਾਅਦ ਤੁਸੀਂ ਫਿਰ ਇੱਕਦਮ ਆਪਣੀ ਸ਼ਿਫਟ ਬਿਜ਼ਨਸ ਦੇ ਵਿੱਚ, ਹਾਂਜੀ, ਜਾਂ ਤੁਸੀਂ IT ਦੇ ਵਿੱਚ ਕਿੰਨੀ ਦੇਰ ਲਈ ਰਹੇ? ਸੋ IT ਵਾਜ਼ ਇਟ ਵਾਲੇ ਕਹਿ ਲਓ ਕਿ ਇੱਕ ਸਟੈਪ ਸਟੋਨ ਸੀਗਾ, ਬਿਕਾਜ਼ ਮੈਂ ਅਜੇ ਵੀ IT 'ਚ ਹੈਗਾ ਵਾ, ਕਿਉਂਕਿ ਉਹ ਮੇਰੀ ਰੂਟਸ ਆ, ਮੇਰਾ ਪ੍ਰੋਫੈਸ਼ਨ ਆ। ਜੇ ਮੈਨੂੰ ਕੋਈ ਪੁੱਛੇ ਕਿ ਤੇਰਾ ਪ੍ਰੋਫੈਸ਼ਨ ਕੀ ਆ, ਮੈਂ ਇਹਨੂੰ IT ਕੰਸਲਟੈਂਟ ਕਹਾਂਗਾ। ਚਲੋ ਉਸ ਤੋਂ ਬਾਅਦ ਥੋੜ੍ਹੇ ਜਿਹੇ ਚੇਂਜਸ ਹੋਏ ਔਰ ਉਹਦੀ ਵੀ ਡਿਸਕਸ ਕਰਾਂਗੇ, ਬਾਅਦ ਤੋਂ ਚੇਂਜਸ ਹੋਏ, ਪਰ ਮੇਰਾ ਪਹਿਲਾ ਪ੍ਰੋਫੈਸ਼ਨ IT ਹੀ ਮੈਂ ਕਹਾਂਗਾ, ਕਿਉਂਕਿ ਉਹ ਮੇਰੇ ਰੂਟ ਸੀਗੇ, ਮੇਰੀ ਐਜੂਕੇਸ਼ਨ ਸੀ ਚੀਜ਼ ਦੀ ਜਿਹਨੇ ਮੈਨੂੰ ਖੜਾ ਕੀਤਾ, ਜਿਹਦੇ ਬੇਸਿਸ 'ਤੇ ਮੈਂ ਅੱਗੇ ਵਧਿਆ, ਮੇਰੀ ਫਾਊਂਡੇਸ਼ਨ ਉਹ ਸੀਗੀ। ਸੋ ਵਾਜ਼ ਅ ਗ੍ਰੇਟ ਸਟੱਡੀ, ਵਾਜ਼ ਅ ਗ੍ਰੇਟ ਐਕਸਪੀਰੀਅੰਸ। ਅੱਜ ਦੇ ਟਾਈਮ 'ਤੇ ਸਾਰਾ ਕੁਛ ਉਹਦੇ ਬੇਸ 'ਤੇ ਜੇ ਤੁਹਾਡਾ IT 'ਚ
ਤੁਹਾਡੇ ਕੋਲ ਨੌਲੇਜ ਹੈਗੀ ਹੈ ਤੇ ਇਸ ਲੋਰ ਆਫ ਓਪਰਚੁਨਿਟੀਜ਼ ਯੂ ਕੈਨ ਐਕਸਪਲੋਰ ਗਲੋਬਲੀ। ਯਾ ਸੋ ਜਦੋਂ ਆਈਟੀ ਦੇ ਵਿੱਚ ਤੁਸੀਂ ਕਿੰਨੇ ਸਾਲ ਦੇ ਲਈ ਫਿਰ ਕੰਮ ਕੀਤਾ ਮਤਲਬ? ਮੈਂ ਅਜੇ ਤੱਕ ਵੀ ਆਈਟੀ ਚ ਕਰ ਰਿਹਾ, ਹਲੇ ਵੀ? ਅੱਜ ਵੀ ਕਰ ਰਿਹਾ ਚੀਜ਼ਾਂ, ਓਕੇ। ਕਿਉਂਕਿ ਉਹ ਚੀਜ਼ ਤੁਸੀਂ ਕਿਉਂਕਿ ਡੇ ਟੂ ਡੇ ਐਕਟੀਵਿਟੀਜ਼ ਕਨੈਕਟਡ ਆ ਟੈਕਨੋਲੋਜੀ ਦੇ ਨਾਲ। ਸੋ ਯਾ ਬੰਦਾ ਐਵਰੀ ਡੇ ਆਪਣੇ ਐਡਵਾਂਸ ਕਰਦਾ। ਸੋ ਮੇਰਾ ਤੇ ਅਜੇ ਵੀ ਸਿੱਖ ਰਹੇ ਅਸੀਂ, ਅਜੇ ਵੀ ਮਤਲਬ ਇੱਦਾਂ ਦੇ ਕੋਈ ਸਾਲ ਲੰਘਿਆ ਨਹੀਂ ਬੰਦਾ ਕਹਿੰਦਾ ਸਿੱਖਿਆ ਨਹੀਂ ਅਸੀਂ। ਸੋ ਇਟਸ ਐਨ ਐਕਸਪੀਰੀਅੰਸ, ਇਟਸ ਅ ਜਰਨੀ। ਸੋ ਜਰਨੀ ਵਿਦ ਨੌਲੇਜ। ਹਾਂ, ਤਾਂ ਹੀ ਫਾਇਦਾ ਹੈ ਫਿਰ, ਕਹਿੰਦੇ ਧਰਤੀ ਤੇ ਆਉਣ ਦਾ ਵੀ ਫਾਇਦਾ ਹੋਵੇ ਵੈਸੇ। ਪਰ ਨਹੀਂ, ਜਿੱਦਾਂ ਤੁਸੀਂ ਆਈਟੀ ਦੇ ਵਿੱਚ ਮਤਲਬ ਉਸ ਆਈਟੀ ਤੋਂ ਤੁਸੀਂ ਇੱਦਾਂ ਦੀ ਕੀ ਤੁਹਾਡੇ ਮਤਲਬ ਕਿਹੜੀ ਮੂਮੈਂਟ ਆਈ ਜਿਹੜੀ ਕਹਿੰਦੇ ਨੇ ਇੱਕ ਕਈ ਵਾਰ ਲਾਈਟ ਬਲਬ ਮੂਮੈਂਟ ਆਉਂਦੀ ਹੈ, ਇੱਦਾਂ ਦੀ ਮੂਮੈਂਟ ਕਿਹੜੀ ਆਈ ਜਦੋਂ ਤੁਸੀਂ ਸੋਚਿਆ ਕਿ ਨਹੀਂ ਮੈਂ ਹੁਣ ਇਹ ਜੌਬ ਤੋਂ ਬਾਅਦ ਆਈ ਵਾਂਟ ਟੂ ਮੂਵ ਟੂ ਦਿਸ ਨਾਓ 100%? There was a big change in 2008. Okay. So the recession hit her UK. Oh yeah. The biggest recession in UK 2008 ਤੇ ਜਦੋਂ ਕੋਈ ਉਸ ਵੇਲੇ ਥੋੜਾ ਜਿਹਾ ਰਿਅਲਾਈਜ਼ ਹੋਇਆ ਹੈ ਕਿ ਸਿਕਿਉਰਿਟੀ ਕਿਸੇ ਚੀਜ਼ ਦੀ ਨਹੀਂ ਹੈਗੀ, ਵੈਲਿਊ ਕਰਦਾ ਦਾ ਸਕਿੱਲ। ਸੋ ਮੈਂ ਕੁਝ ਟਾਈਮ ਆਪਣਾ ਉਧਰ ਥੋੜਾ ਜਿਹਾ ਫਾਈਨੈਂਸ਼ੀਅਲ ਮਾਰਕੀਟ ਨੂੰ ਦੇਖਣਾ ਸ਼ੁਰੂ, ਕਿਉਂਕਿ ਬੀਇੰਗ ਐਨ ਆਈਟੀ ਪਰਸਨ ਇਹਦੇ ਲਈ ਬਹੁਤ ਈਜ਼ੀ ਹੋ ਜਾਂਦਾ ਕਿ ਤੁਹਾਡੇ ਕੋਲ ਲੈਪਟਾਪ ਅੱਗੇ ਪਿਆ, ਫੋਨ ਤੁਹਾਡੇ ਹੱਥ 'ਚ ਹੁੰਦਾ, ਲਾਈਕ ਤੁਸੀਂ ਟੈਕਨੋਲੋਜੀ ਨੂੰ ਐਕਸਪਲੋਰ ਕਰ ਸਕਦੇ ਹੋ। ਸੋ ਮੇਰਾ ਧਿਆਨ ਥੋੜਾ ਜਿਹਾ ਫਾਈਨੈਂਸ਼ੀਅਲ ਮਾਰਕੀਟ ਵੱਲ ਜਾਣਾ ਸ਼ੁਰੂ ਹੋਇਆ, ਕਿਉਂਕਿ ਉਦੋਂ ਮੈਂ ਕਾਫੀ ਸੁਣਦਾ ਰਿਹਾ ਇਹ ਚੀਜ਼ਾਂ ਕਿ ਚੀਜ਼ਾਂ ਡਿੱਗ ਗਈਆਂ, ਸਟਾਕਸ ਡਿੱਗ ਗਿਆ, ਹੋ ਗਿਆ ਉਹ ਮਾਰਕੀਟ 'ਚ ਕਾਫੀ ਉਦੋਂ ਚੀਜ਼ਾਂ ਆਇਆ ਸੀ। ਫਿਰ ਦਿਮਾਗ 'ਚ ਆਉਂਦੀ ਕਿ ਲਾਈਕ ਇਹ ਚੀਜ਼ ਡਿੱਗੀ ਆ, ਇਟਸ ਦ ਬੈਸਟ ਟਾਈਮ। ਕਿਉਂਕਿ ਜਿੰਨੇ ਵੀ ਤੁਸੀਂ ਦੇਖੋ ਕਦੀ ਵੀ ਜਿੰਨੇ ਵੀ ਮਿਲੀਅਨਰਸ ਬਣੇ ਆ ਜਾਂ ਜਿੰਨੇ ਵੀ ਸਕਸੈਸਫੁਲ ਲੋਕ ਬਣੇ ਹੋ, ਐਵਰੀ ਡਿਪ ਤੋਂ ਬਾਅਦ ਆਏ ਆ। ਕਦੀ ਵੀ ਕੋਈ ਡਿਪ ਹੋਇਆ ਉਸ ਤੋਂ ਬਾਅਦ ਓਪਰਚੁਨਿਟੀਜ਼ ਵਧੀਆਂ। ਸੋ ਉਹ ਇੱਕ ਟਾਈਮ ਸੀਗਾ ਜਦੋਂ ਕਿ ਮੈਨੂੰ ਇੱਕ ਵੈਲਿਊ ਦੀ ਐਡ ਹੋਈ, ਇੱਕ ਸਕਿੱਲ ਦੀ ਮੈਂ ਸੋਚਿਆ ਕਿ ਇੱਕ ਐਡ ਔਨ ਕੀਤਾ ਜਾਵੇ। ਸੋ ਆਈ ਥੌਟ ਫਾਈਨੈਂਸ਼ੀਅਲ ਮਾਰਕੀਟ ਵਾਸ ਦ ਬੈਸਟ ਟਾਈਮ ਫॉर ਮੀ ਟੂ ਗੈਟ ਆਊਟ ਇਨ ਦ ਫਾਈਨੈਂਸ਼ੀਅਲ ਮਾਰਕੀਟ। ਸੋ 2008 ਚ ਮੈਂ ਟ੍ਰੇਡਿੰਗ ਸਿੱਖਣੀ ਸਟਾਰਟ ਕੀਤੀ। ਸਿੱਖਣ ਇਨ ਦ ਸੈਂਸ ਕਿ ਲਾਈਕ ਆਈ ਵਾਸ ਮੋਰ ਗੈਂਬਲਿੰਗ ਸਾਈਨ, ਜਿੱਦਾਂ ਬੰਦਾ ਕਹਿੰਦਾ ਨੌਲੇਜ, ਅਧੂਰੀ ਜਾਣਕਾਰੀ। ਸੋ ਅਧੂਰੀ ਜਾਣਕਾਰੀ ਮੈਂ ਕਰਦਾ ਸੀਗਾ ਤੇ ਬਹੁਤ ਲੌਸਿਸ ਲਿੱਤੇ, ਬਹੁਤ ਸਾਰੀ ਚੀਜ਼ਾਂ ਮੇਰੇ ਗੇਮਸ ਗਈਆਂ, ਮੇਰੇ ਨੌਲੇਜ ਦੇ ਗੇਮਸ ਗਈਆਂ, ਕਿਉਂਕਿ ਇੰਨਾ ਐਕਸਪੀਰੀਅੰਸ ਨਹੀਂ ਸੀਗਾ। ਯਾਨੀ ਕਿ ਤੁਹਾਡੀ ਲਾਈਫ ਦੇ ਵਿੱਚ ਕੋਈ ਇੱਦਾਂ ਕੋਈ ਪਰਸਨ ਨਹੀਂ ਆਇਆ ਜਿਹਨੇ ਤੁਹਾਨੂੰ ਕਿਹਾ ਕਿ ਅੱਛਾ ਇਹ ਵੀ ਕਰ ਸਕਦੇ ਪਰ ਆਪਾਂ ਇਹ ਸਾਈਡ ਵੀ ਦੇਖ ਸਕਦੇ? ਨਹੀਂ, ਉਸ ਟਾਈਮ ਤੇ ਨਹੀਂ ਸੀ ਆਇਆ। ਉਸ ਟਾਈਮ ਕੀ ਸੀਗਾ ਕਿ ਜਿਹੜਾ ਮੇਰਾ এনवायरमेंट ਸੀਗਾ ਉਹ ਉਸ ਲੈਵਲ ਦਾ ਨਹੀਂ ਸੀਗਾ। ਬਟ ਇਹ ਕਹਿੰਦੇ ਕਿ ਜੇ ਤੁਹਾਡਾ এনवायरमेंट ਨਹੀਂ ਉਸ ਲੈਵਲ, ਤੁਸੀਂ ਕੀ ਕਰ ਰਹੇ ਹੋ ਆਪਣੇ ਆਪ ਨੂੰ ਚੇਂਜ ਕਰਨ ਲਈ ਕਿ ਤੁਹਾਡਾ এনवायरमेंट ਚੇਂਜ ਹੋਵੇ। ਮੈਂ ਸਿੰਪਲ ਐਗਜ਼ਾਮਪਲ ਲਾਈਕ ਨਥਿੰਗ ਟੂ ਡਾਇਰੈਕਟਲੀ ਰਿਲੇਟ ਬਟ ਇਵਨ ਜਦੋਂ ਫੈਮਿਲੀ ਵਾਈਜ਼ ਵੀ ਕਹਿ ਲਓ, ਜਿੱਦਾਂ ਕੋਈ ਕਜ਼ਨਸ ਕਹਿ ਲਓ ਜਾਂ ਫਰੈਂਡਸ ਕਹਿ ਲਓ, ਹੁਣ ਤਾਂ এনवायरमेंट ਬਹੁਤ ਮਤਲਬ ਇੱਕ ਜੌਬ ਤੱਕ ਦਾ ਸੀਗਾ। ਮੰਡੇ ਟੂ ਫਰਾਈਡੇ ਕੰਮ ਕਰਨਾ, ਵੀਕਐਂਡ ਤੇ ਇੰਜੋਏ ਕਰਨਾ, ਐਡ ਔਨਸ ਕੁਝ ਐਕਸਟਰਾ ਸਕਿੱਲਸ ਉਹਨਾਂ ਦੀ ਆਊਟ ਆਫ ਰੀਚ ਸੀਗਾ। ਕਿ ਬੰਦਾ ਕਹਿੰਦਾ ਕਿ ਮੈਂ ਇਹ ਕੀ ਕਰਾਂ, ਮੈਂ ਕਿੱਦਾਂ ਕਰਾਂ, ਕੁਛ ਫਿਰ ਨੈਟਵਰਕ ਬੰਦਾ ਆਪਣਾ ਚੇਂਜ ਕਰਨਾ ਸ਼ੁਰੂ ਕਰਦਾ ਜਾਂ এনवायरमेंट ਚੇਂਜ ਕਰਨਾ ਸ਼ੁਰੂ ਕਰਦਾ ਕਿ ਜਿਸ এনवायरमेंट 'ਚ ਮੈਂ ਹੈਗਾ ਉਹ ਮੇਰੇ ਲਈ ਰਾਈਟ ਨਹੀਂ, ਇਸ ਲੈਵਲ ਲਈ ਠੀਕ ਆ ਪਰ ਨੈਕਸਟ ਲੈਵਲ ਲਈ ਠੀਕ ਨਹੀਂ ਹੈਗਾ। ਸੋ এনवायरमेंट ਚੇਂਜ ਕਰਨਾ ਸ਼ੁਰੂ ਕੀਤਾ, ਆਪਣਾ ਕੰਮ ਦਾ ਸਟਾਈਲ ਚੇਂਜ ਕਰਨਾ ਸ਼ੁਰੂ ਕੀਤਾ, ਲਾਈਕ ਨੈਕਸਟ ਲੈਵਲ ਲਈ ਗਰੋ ਕਰਨਾ ਸ਼ੁਰੂ ਕੀਤਾ, ਨੈਟਵਰਕਿੰਗ ਇਵੈਂਟਸ 'ਤੇ ਜਾਣਾ ਸ਼ੁਰੂ ਕੀਤਾ ਸੋ ਦੈਟ ਮੇਰਾ ਨੈਟਵਰਕ ਚੇਂਜ ਹੋਵੇ। ਉਹ ਕਹਿੰਦੇ ਨਾ ਕਿ ਇੱਕ ਬੜੀ ਸੌਖੀ ਜੀ ਚੀਜ਼ ਹੈ ਕਿ ਜੇ ਤੁਸੀਂ ਚਾਰ like if you hang around with four broke people, you're the fifth one to become broke basically. And if you hang around with four entrepreneurs or 4 millionaires, multi-millionaires, you would be the fifth one to become, because that is so ਜਿਹੜੀ ਹੈਗੀ ਆ ਉਸ ਤਰ੍ਹਾਂ ਦੀ ਹੁੰਦੀ, ਚੇਂਜ ਹੁੰਦੀ, ਜਿੱਦਾਂ ਜੈਸੀ ਸੰਗਤ ਵੈਸੀ ਰੰਗਤ, ਠੀਕ ਹੈ ਨਾ। ਸੋ your network is your net worth. ਸੋ ਇਹ ਜਦੋਂ ਮੈਂ ਲੰਡਨ 'ਚ ਮੂਵ ਹੋਇਆ ਫਿਰ ਮੈਂ ਆਪਣਾ ਅਨਦਰ 1 ਸਾਲ ਬਾਅਦ ਆਪਣਾ ਏਰੀਆ ਹੀ ਬਦਲਤਾ। ਓਕੇ। ਕੱਲਾ ਕਿਸੇ ਡਿਫਰੈਂਟ ਏਰੀਆ ਚਲਾ ਗਿਆ, ਲਾਈਕ ਰੈਂਡਮਲੀ ਐਕਸਪਲੋਰ ਕਿ ਆਹ ਏਰੀਆ ਕਿੱਦਾਂ ਦਾ ਵਾ, ਕਿ ਇਹਦੇ 'ਚ ਕਿੱਦਾਂ ਦੇ ਲੋਕ ਰਹਿੰਦੇ। ਸੋ ਆਈ ਪਿਕਡ ਐਨ ਏਰੀਆ ਨਾਰਥ ਲੰਡਨ ਏਰੀਆ ਜਿੱਥੇ ਕਿ ਲਾਈਕ ਬੰਦਾ ਕਹਿੰਦਾ ਕਿ ਜ਼ਿਆਦਾਤਰ ਸਕਸੈਸਫੁਲ ਲੋਕ ਕਾਫੀ ਸੀਗੇ ਉਸ ਏਰੀਆ 'ਚ। ਹਾਂਜੀ ਕਹਿੰਦਾ ਵਾਈਬਸ, ਸੋ ਵਾਈਬਸ ਉੱਦਾਂ ਦੀ ਮਿਲਣੀ ਸ਼ੁਰੂ ਹੋ ਜਾਂਦੀਆਂ ਬੰਦੇ ਨੂੰ, ਇਹਨਾਂ ਉਹ ਉੱਦਾਂ ਦਾ ਸ਼ੁਰੂ ਹੋ ਜਾਂਦਾ। ਤਾਂ ਬਹੁਤ ਚੀਜ਼ਾਂ ਮੈਂ ਆਪਣੇ ਕਹਿੰਦਾ ਆਪਣਾ ਚੇਂਜ ਕਰਤਾ, ਤੂੰ ਕੁਝ ਚੇਂਜ ਕਰੇ ਮੈਂ ਸੋ ਤੁਹਾਨੂੰ ਕੋਈ ਐਡਵਾਈਸ ਨਹੀਂ ਸੀ ਇਹ ਕਰਦਾ ਉਸ ਵੇਲੇ? ਨਹੀਂ ਸੀਗੀ, ਬਾਅਦ 'ਚ ਲੇਟਰ ਰਿਅਲਾਈਜ਼ ਹੋਇਆ ਕਿਉਂਕਿ ਉਸ ਵੇਲੇ ਚੀਜ਼ਾਂ ਕਰਨ ਵਾਲਾ ਮੈਂ ਇਕੱਲਾ ਸੀਗਾ। ਯਾਨੀ ਕਿ ਤੁਹਾਡੇ ਨਾਲ ਕੋਈ ਉਸ ਟਾਈਮ ਦੇ ਕੋਈ ਨਹੀਂ ਹੈ, ਕੋਈ ਨਹੀਂ ਸੀ ਜਿਹੜਾ ਤੁਹਾਨੂੰ ਆਈਡੀਆ ਦਿੰਦਾ ਸੀ। ਅਰਲੀ ਡੇਜ਼ ਨਹੀਂ ਸੀਗਾ, ਪਰ ਬਾਅਦ 'ਚ ਕਾਫੀ ਸਾਰੇ ਜਦੋਂ ਵੀ ਆਇਆ ਨੌਲੇਜ ਮਿਲਣੀ ਸ਼ੁਰੂ ਹੋਈ, ਉਹਨੂੰ ਕਨੈਕਸ਼ਨ ਲੋਕਾਂ ਨਾਲ, ਫਿਰ ਤੁਹਾਨੂੰ ਗਾਈਡੈਂਸ ਮਿਲਣੀ ਸ਼ੁਰੂ ਹੋਈ ਕਿ ਚਾਹ ਵੀ ਚੀਜ਼ ਹੋ ਸਕਦੀ ਹੈ, ਇਸ ਤਰੀਕੇ ਨਾਲ ਆਪਾਂ ਗਰੋ ਕਰ ਸਕਦੇ ਹਾਂ। ਉਹ ਚੀਜ਼ਾਂ ਲੇਟ ਡਰੋਨ ਆਉਣੀ ਸ਼ੁਰੂ ਹੋਈ, ਪਰ ਮੇਰੇ ਅਰਲੀ ਡੇਜ਼ 'ਚ ਨਹੀਂ ਸੀਗਾ ਕੁਛ ਵੀ। ਪਰ ਹਾਂ ਜੇ ਹੁੰਦਾ ਤੇ ਵੁੱਡ ਬੀ ਕੰਪਲੀਟਲੀ ਡਿਫਰੈਂਟ ਸਟੋਰੀ ਬਾਈ ਨਾਓ। ਓਹ ਸੋ ਤੁਹਾਨੂੰ ਲੱਗਦਾ ਹੈ ਕਿਤੇ ਕਿ ਜਿਹਨੂੰ ਲੱਖੀ ਬੋਲਦੇ ਸੀ ਤੇ ਉਹ ਲਖਵਿੰਦਰ
ਚੇਂਜ ਹੋਇਆ ਜਦੋਂ ਨਹੀਂ ਬਹੁਤ ਉਹ ਮਤਲਬ ਉਹ ਉੱਥੇ ਲੰਡਨ ਦੇ ਵਿੱਚ ਰਹਿਣ ਦੇ ਨਾਲ ਚੇਂਜ ਹੋਇਆ, ਜਾਂ ਫਿਰ ਜੋ ਉਹ ਰੋਜ਼ ਦੀ ਸ਼ੁਰੂਆਤ ਜੋ ਹੁੰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ, ਉਹ ਸਟਰਗਲ ਨੇ ਤੁਹਾਨੂੰ ਚਾਂਸ I would say ਕਿ ਏਰੀਆ ਬੰਦੇ ਨੂੰ ਚੇਂਜ ਨਹੀਂ ਕਰਦਾ, ਬੰਦੇ ਦੀ ਸੋਚ ਬੰਦੇ ਨੂੰ ਚੇਂਜ ਕਰਦੀ ਹੈ। ਯਾ ਸੋ ਜੇ ਏਰੀਆ 'ਚ ਤਾਂ ਹੋਰ ਵੀ ਲੋਕ ਬਹੁਤ ਬੈਠੇ ਹੋਣਗੇ, ਪਰ ਐਂਡ ਆਫ ਦ ਡੇ ਮੈਟਰ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਡਿਵੈਲਪ ਕਰ ਰਹੇ ਹੋ, ਤੁਸੀਂ ਆਪਣੀ ਸੋਚ ਨੂੰ ਕਿੱਦਾਂ ਡਿਵੈਲਪ ਕਰ ਰਹੇ ਹੋ, ਤੁਸੀਂ ਆਪਣੀ ਸਰਾਊਂਡਿੰਗ ਨੂੰ ਕਿੱਦਾਂ ਡਿਵੈਲਪ, ਤੁਸੀਂ ਆਪਣੇ ਆਪ 'ਚ ਕਿਹੜੇ ਸਕਿੱਲਸ ਐਡ ਕਰ ਰਹੇ ਹੋ ਕਿ ਜਿਹੜਾ ਤੁਹਾਨੂੰ ਗਰੋ ਕਰ ਸਕੇ ਅਗਲੇ ਲੈਵਲ 'ਤੇ। ਸੋ ਆਈ ਥਿੰਕ ਤੁਹਾਡੀ ਪਰਸਨਲ ਡਿਵੈਲਪਮੈਂਟ ਜ਼ਿਆਦਾ ਬੈਟਰ ਏਰੀਆ ਨੂੰ ਤੁਸੀਂ ਡਿਵੈਲਪ ਜਿੱਥੇ ਮਰਜ਼ੀ ਕਰ ਲਓ, ਸਿਰਾ ਜਿਹੜੀ ਮਰਜ਼ੀ ਏਰੀਆ 'ਚ ਲਓ, ਬਟ ਜਦ ਤੱਕ ਤੁਹਾਡੀ ਡਿਵੈਲਪਮੈਂਟ ਨਹੀਂ ਹੈਗੀ, ਪਰਸਨਲ ਡਿਵੈਲਪਮੈਂਟ ਨਹੀਂ ਹੈਗੀ, ਤਾਂ ਏਰੀਆ ਮੈਟਰ। ਬੇਸਿਕਲੀ ਇਹ ਕਹਿ ਸਕਦੇ ਆਈ ਥਿੰਕ ਮਾਈਂਡਸੈਟ ਬੈਲੈਂਸ ਹੋਣਾ ਚਾਹੀਦਾ, ਮਾਈਂਡਸੈਟ ਦਾ ਮਾਈਂਡਸੈਟ ਹੋਣਾ, ਬੈਲੈਂਸ ਆਊਟ ਹੋਣਾ ਚਾਹੀਦਾ ਏਰੀਆ ਉਹ ਚੀਜ਼। ਜੇ ਤੁਹਾਨੂੰ ਜਿੱਦਾਂ ਤੁਸੀਂ ਹੁਣ ਜਿੱਦਾਂ ਪਹਿਲਾਂ ਇਹ ਗੱਲ ਕੀਤੀ ਹੈ ਕਿ ਵੀ ਤੁਸੀਂ ਆਈਟੀ ਦੇ ਵਿੱਚ ਗਏ, ਸੋ ਤੁਸੀਂ ਆਈਟੀ ਤੋਂ ਆਫਕੋਰਸ ਤੁਸੀਂ ਹੁਣ ਥੋੜ੍ਹਾ ਜਿਹਾ ਮੈਨੂੰ ਇਹ ਦੱਸਿਆ ਕਿ ਵੀ ਜਦੋਂ ਰਿਸੈਸ਼ਨ ਹਿੱਟ ਕੀਤਾ ਯੂਕੇ ਦੇ ਵਿੱਚ ਇਨ 2008, ਤੁਸੀਂ ਉਦੋਂ ਇੱਧਰ ਥੋੜ੍ਹਾ ਜਿਹਾ ਦੇਖਣਾ ਸ਼ੁਰੂ ਕੀਤਾ। ਪਰ ਤੁਸੀਂ ਕਦੇ ਇੱਦਾਂ ਜਦੋਂ ਸ਼ੁਰੂਆਤ ਤੁਹਾਡੀ ਕੀਤੀ ਤੁਸੀਂ ਜਦੋਂ ਵੈਨ ਯੂ ਵਾਜ਼ ਇਨ ਯੂਨੀਵਰਸਿਟੀ ਔਰ ਜਾਂ ਤੁਸੀਂ ਇੰਡੀਆ ਦੇ ਵਿੱਚ ਸੀਗੇ, ਤੁਸੀਂ ਕਦੇ ਇੱਦਾਂ ਸੋਚਿਆ ਸੀਗਾ ਕਿ ਆਈ ਵਾਂਟ ਟੂ ਬੀ ਅ ਮਲਟੀ ਮਿਲੀਅਨਰ? ਦੇਖੋ ਹਰ ਕਿਸੇ ਦਾ ਡ੍ਰੀਮ ਹੈ, ਪਰ ਇਹ ਗੱਲ ਨਹੀਂ ਕਿ ਡ੍ਰੀਮ ਉਦੋਂ ਪੂਰੇ ਹੁੰਦੇ ਜੇ ਤੁਸੀਂ ਇਹਨੂੰ ਵਿਜ਼ਨ ਲੈ ਕੇ ਚੱਲੋ ਕਿ ਮੇਰਾ ਵਾਈ। ਸੋ ਡ੍ਰੀਮ ਪੂਰਾ ਹੁੰਦਾ ਵਾਈ ਨਾਲ, ਵਾਈ ਆਈ ਐਮ ਡੂਇੰਗ ਦਿਸ। ਤਾਂ ਮੇਰੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਆ ਮੇਰਾ ਵਾਈ, ਕਿ ਜੇ ਮੈਂ ਕੁਝ ਕੀਤਾ ਲਾਈਫ 'ਚ ਕਿਉਂ ਕਰ ਰਿਹਾ। ਉਹਦੀ ਬਹੁਤ ਸਾਰੇ ਐਗਜ਼ਾਮਪਲ ਬੰਦਾ ਦੇ ਸਕਦਾ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਵਿਦਆਊਟ ਪਰਪਸ, ਕੁਝ ਚੀਜ਼ਾਂ ਹੁੰਦੀਆਂ ਵਿਦ ਪਰਪਸ। ਸੋ ਵਿਦ ਪਰਪਸ ਤੁਸੀਂ ਕੁਝ ਕਰਕੇ ਆਪਣਾ ਇੱਕ ਗੋਲ ਲੈ ਕੇ ਚੱਲੋਗੇ, ਇੱਕ ਵਿਜ਼ਨ ਲੈ ਕੇ ਚੱਲੋਗੇ, ਵਾਈ ਲੈ ਕੇ ਚੱਲੋਗੇ, ਆਈ ਵੁੱਡ ਸੇ ਯੂ ਵਿਲ ਬੀ ਮੋਰ ਸਕਸੈਸਫੁਲ ਦੈਨ ਵਿਦਆਊਟ ਐਨੀ ਗੋਲ। ਹੁਣ ਜੇ ਆਪਾਂ ਟ੍ਰੇਨ ਬ੍ਰੇਕਾਂ ਤੋਂ ਗੱਡੀ ਚਲਾਵਾਂਗੇ ਤਾਂ ਕਿਤੇ ਨਾ ਕਿਤੇ ਉਹਨੇ ਹਿੱਟ ਹੀ ਕਰਨਾ, ਕਿ ਲਾਈਕ ਰੁਕ ਜਾਣਾ ਜਾ ਕੇ ਐਕਸੀਡੈਂਟ ਹੋ ਜਾਊਗਾ। ਜੇ ਤੁਹਾਡੇ ਕੋਲ ਵਿਜ਼ਨ ਹੈਗਾ, ਤੁਹਾਡੇ ਕੋਲ ਵਹੀਕਲ ਹੈਗੀ, ਤਾਂ ਸਹੀ ਤਰੀਕੇ ਨਾਲ ਡਰਾਈਵ ਕਰੋ, ਉਹ A ਤੋਂ B ਤੁਹਾਨੂੰ ਲੈ ਕੇ ਜਾਊਗੀ। ਪਰ ਜੇ ਵਾਈ ਨਹੀਂ ਹੈਗਾ, ਕੋਈ ਮਿਸ਼ਨ ਹੀ ਨਹੀਂ ਹੈਗਾ ਤੁਹਾਡਾ, ਤੇ ਕਿਸੇ ਨਾ ਕਿਸੇ ਤੁਸੀਂ ਆਪੇ ਜਾ ਕੇ ਰੋਕ ਜਾਣਾ, ਫਿਰ ਤੁਸੀਂ ਆਪ ਹੀ ਡੀਮੋਟੀਵੇਟ ਹੋ ਜਾਣਾ, ਤੁਹਾਡਾ ਪਰਪਸ ਹੀ ਨਹੀਂ ਹੈਗਾ। ਸੋ ਆਈ ਥਿੰਕ ਮੇਰਾ ਪਰਪਸ ਸ਼ੁਰੂ ਤੋਂ ਸੀਗਾ ਕਿ ਲਾਈਕ ਆਫ ਕੋਰਸ ਆਈ ਵਾਂਟਡ ਟੂ ਬੀ ਸਕਸੈਸਫੁਲ, ਬਟ ਐਟ ਦ ਸੇਮ ਟਾਈਮ ਆਈ ਵਾਂਟਡ ਟੂ ਬੀ ਅ ਪਰਸਨ ਜਿੱਥੇ ਕਿ ਮੈਂ ਕਹਿ ਸਕਾਂ ਕਿ ਮੈਂ ਦੂਜਿਆਂ ਨੂੰ ਗਾਈਡ ਕਰ ਸਕਾਂ। ਕਿਉਂਕਿ ਇੱਕ ਹੁੰਦਾ ਨਾ ਬੰਦਾ ਕਹਿੰਦਾ ਕਿ ਮੈਂ ਆਪਣੇ ਸਟਰਗਲ ਫੇਸ ਕੀਤੇ ਆ, ਕਿ ਮੈਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀਗਾ। ਫੈਮਿਲੀ ਆਪਣੀ ਜਗ੍ਹਾ ਜਿੰਨਾ ਗਾਈਡ ਕਰ ਸਕਦੀ ਉਹਨਾਂ ਨੇ ਕੀਤਾ, ਉਹ ਤੁਹਾਨੂੰ ਇੱਕ ਬੈਟਰ ਪਰਸਨ ਬਣਾ ਸਕਦੇ ਆ, ਤੁਹਾਡੀ ਐਜੂਕੇਸ਼ਨ ਦੀ ਫੀਸ ਹੀ ਪੇ ਕਰ ਸਕਦੇ ਆ, ਬਟ ਨੈਕਸਟ ਜਰਨੀ ਲੈ ਤੁਹਾਨੂੰ ਆਪ ਵੀ ਚੱਲਣੀ ਹੈ, ਤੁਹਾਨੂੰ ਆਪਣਾ ਬੈਗ ਲੈ ਕੇ ਆਪ ਹੀ ਚੱਲਣਾ ਪੈਣਾ। ਔਰ ਜਿੰਨੀ ਛੇਤੀ ਰਿਅਲਾਈਜ਼ ਕਰ ਲਓ, ਆਈ ਥਿੰਕ ਉਨੀ ਤੁਸੀਂ ਜਲਦੀ ਸਕਸੈਸ ਵੀ ਆਪਣੇ ਕਰਦੇ ਆ। ਬਿਕੋਜ਼ ਇਹੀ ਹੁੰਦਾ ਆਪਾਂ ਮੋਸਟਲੀ ਆਪਣੀ ਕਮਿਊਨਿਟੀ ਦੇ ਵਿੱਚ ਦੀ ਗੱਲ ਕਰੂੰਗੀ। ਆਪਣੇ ਵਿੱਚ ਇਹ ਹੈ ਕਿ ਦੇਖੋ ਕਿ ਇੱਕ ਆਪਾਂ ਹੁਣ ਇੱਥੇ ਹੀ ਕੰਟਰੀਜ਼ ਵਿੱਚ ਹੈਗੇ ਆ, ਅਤੇ ਆਪਾਂ ਇਹਨਾਂ ਦੇ ਰਹਿਣ ਸਹਿਣ ਨੂੰ ਆਪਾਂ ਦੇਖੀਏ। ਆਪਣਾ ਰਹਿਣ ਸਹਿਣ ਇੱਦਾਂ ਹੈ ਕਿ ਵੀ ਅਸੀਂ ਡਿਪੈਂਡ ਰਹਿੰਦੇ ਆਪਣੇ ਪੈਰੈਂਟਸ ਦੇ ਉੱਤੇ ਕਿੰਨੀ ਏਜ ਤੱਕ ਵੀ, ਆਫਟਰ ਯੂਨੀਵਰਸਿਟੀ ਵੀ। ਕਈ ਇੱਦਾਂ ਦੇ ਵੀ ਹੈਗੇ, ਕਈ ਥੋੜ੍ਹੇ ਦਿਨ ਪਹਿਲਾਂ ਵੀ ਮੈਨੂੰ ਕਾਲਸ ਇੱਦਾਂ ਆਈਆਂ ਕਿ ਸਾਡੇ ਬੱਚੇ ਯੂਨੀਵਰਸਿਟੀ ਕਰਕੇ ਵੀ ਘਰੇ ਹੈਗੇ ਆ, ਕੋਈ ਕੰਮ ਵਗੈਰਾ ਹੈਗਾ ਤਾਂ ਦੱਸੋ, ਹੈ ਨਾ। ਸੋ ਤੁਸੀਂ ਇੱਦਾਂ ਫਿਰ ਤੁਸੀਂ ਫੀਲ ਕਰਦੇ ਆ ਕਿ ਓਕੇ, ਕਿਉਂਕਿ ਇਹ ਸਾਡੀ ਕਮਿਊਨਿਟੀ ਜਿਹੜੀ ਹੈਗੀ ਹੈ ਐਜ਼ ਅ ਪੈਰੈਂਟਸ, ਜਦੋਂ ਬੱਚਿਆਂ ਨੂੰ ਤੁਸੀਂ ਟਰੀਟ ਕਰਦੇ ਆ, ਉਹ ਉਸ ਤਰੀਕੇ 'ਚ ਟਰੀਟ ਕਰਦੇ ਆ ਕਿ ਵੀ ਨਹੀਂ ਕੋਈ ਗੱਲ ਨਹੀਂ, ਸਾਡਾ ਬੱਚਾ ਹੈਗਾ, ਕਿਉਂਕਿ ਸਾਨੂੰ ਪਤਾ ਅਸੀਂ ਪੰਜਾਬ 'ਚ ਵੀ ਇੱਦਾਂ ਹੀ ਪਲੇ ਹੋਏ ਆ, ਉਹਨਾਂ ਦੇ ਪੈਰੈਂਟਸ ਦੇ ਕੋਲੋਂ, ਕਿ ਹਾਂ ਕੋਈ ਗੱਲ ਨਹੀਂ, ਜਦੋਂ ਵਿਆਹ ਹੋਣਗੇ ਆਪਣੇ ਆਪ ਸੈਟਲ ਹੋ ਜਾਣਗੇ, ਜਾਂ ਜੋਬ ਕਰ ਲੈਣਗੇ ਆਪਣੇ ਆਪ ਸੈਟਲ ਹੋ ਜਾਣਗੇ। ਪਰ ਆਈ ਥਿੰਕ ਉਹ ਵੀ ਲੌਂਗ ਚਲਾ ਜਾਂਦਾ ਉਹਨਾਂ ਦਾ ਟਾਈਮ ਬੱਚਿਆਂ ਨੂੰ। ਨਹੀਂ, ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਤੁਸੀਂ ਹੁਣੀ ਗੱਲ ਕੀਤੀ ਹੈ ਨਾ, ਮੈਨੂੰ ਤੁਹਾਡੀ ਗੱਲ ਬਹੁਤ ਪੁਆਇੰਟ ਚੰਗਾ ਲੱਗਿਆ ਇਹ ਜਿਹੜਾ ਤੁਸੀਂ ਹੁਣੇ ਕਿਹਾ ਹੈ ਕਿ ਵੀ ਛੇਤੀ ਤੋਂ ਛੇਤੀ ਤੁਸੀਂ ਜਿੰਨਾ ਛੇਤੀ ਰਿਅਲਾਈਜ਼ ਕਰ ਲਓਗੇ। ਕਿੰਨੀ ਹੋ ਗਈ ਇੱਕ ਪਹਿਲੀ ਚੀਜ਼ ਆਈ ਸੀ ਨਾ ਕਿ ਦੇਖੋ ਸਭ ਤੋਂ ਪਹਿਲੀ ਚੀਜ਼ ਆਈ ਨਹੀਂ ਤੁਹਾਡਾ ਘਰ ਦਾ ਐਨਵਾਇਰਨਮੈਂਟ। ਹਰ ਇੱਕ ਯੰਗਸਟਰ ਲਈ ਜ਼ਰੂਰੀ ਹੈ ਕਿ ਉਹ ਕੁਛ ਨਾ ਕੁਛ ਕਰਦਾ ਰਹੇ, ਕੁਛ ਸਿੱਖਦਾ ਰਹੇ, ਬਟ ਇਹ ਇਨਵਾਇਰਨਮੈਂਟ ਤੁਹਾਡੇ ਘਰ 'ਚ ਕਿੱਦਾਂ ਦਾ ਬਹੁਤ ਮੈਟਰ ਕਰਦਾ, ਕਿਉਂਕਿ ਬਹੁਤ ਸਾਰੇ ਇਸ਼ੂਜ਼ ਆਉਂਦੇ ਆ। ਮੈਂ ਕੁਝ ਪਰਸਨਲੀ ਆਪਣੇ ਫਰੈਂਡਸ ਐਂਡ ਫੈਮਲੀਜ਼ ਨੂੰ ਜਾਣਦਾ ਜਿਨ੍ਹਾਂ ਦੇ ਇਸ਼ੂਜ਼ ਵੀ ਹੈਗੇ ਆ, ਪਰ ਉਹ ਕਿਤੇ ਨਾ ਕਿਤੇ ਕਨੈਕਟਡ ਆ ਆਪਣੇ ਆਪ ਨਾਲ ਹੀ, ਫੈਮਲੀਜ਼ ਨਾਲ ਹੀ, ਪੇਰੈਂਟਸ ਨਾਲ ਵੀ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਕਿ ਪੇਰੈਂਟਸ ਜਾਂ ਮੇ ਬੀ ਉਸ ਤਰੀਕੇ ਦੀ ਗਾਈਡੈਂਸ ਨਹੀਂ ਦੇ ਪਾਉਂਦੇ, ਉਹ ਆਪਣੇ ਲੈਵਲ ਤੱਕ ਆਪਣਾ ਬੈਸਟ ਦਿੰਦੇ ਆ, ਬਟ ਬੈਸਟ ਹੋਣ ਦੇ ਨਾਲ ਬੱਚੇ ਨੂੰ ਛੋਟੀ ਏਜ ਤੋਂ ਜੇ ਆਪਾਂ ਸਿਖਾਈ ਜਾਈਏ ਕਿ ਰੀਅਲ ਵਰਲਡ ਕਿੱਦਾਂ ਚੱਲਦਾ, ਫਾਈਨੈਂਸ਼ੀਅਲ ਕਿੱਦਾਂ ਚੱਲਦੀ, ਕਿਉਂਕਿ ਦੇਖੋ ਫਾਈਨੈਂਸ਼ੀਅਲ ਮਾਰਕੀਟ ਹੋ ਗਈ, ਮਨੀ ਮੈਨੇਜਮੈਂਟ ਹੋ ਗਈ, ਬੀਇੰਗ ਅ ਗੁੱਡ ਪਰਸਨ ਹੋ ਗਿਆ,
ਤੁਹਾਡੇ ਮੈਟਰ ਕੌਣ ਹੋਣ, ਸਭ ਤੋਂ ਪਹਿਲੇ ਮੈਟਰ ਤੁਹਾਡੇ ਆਪਣੇ ਪੇਰੈਂਟਸ ਹੋਣ। पेरेंट्स ही हैं या ਸੋ ਪੇਰੈਂਟਸ ਨੂੰ ਤਾਂ ਸਭ ਨੂੰ ਪਤਾ ਹੀ ਹੁੰਦਾ ਨਾ ਕਿ ਪੈਸਾ ਕਿੱਦਾਂ ਕਮਾਈਦਾ, ਸਭ ਨੂੰ ਪਤਾ, ਮੈਨੇਜਮੈਂਟ ਵੀ ਸਭ ਨੂੰ ਪਤਾ। ਪਰ ਜੇ ਆਪਾਂ ਉਹੀ ਚੀਜ਼ ਆਪਾਂ ਬੱਚੇ ਨੂੰ ਕੁਝ ਵਧੀਆ ਤਰੀਕੇ ਨਾਲ ਕੀਤੇ ਕਿ ਜੇ ਤੂੰ ਆਹ ਚੀਜ਼ ਕਰੇਗਾ ਤੈਨੂੰ ਅਸੀਂ ਇਹਦਾ ਰਿਵਾਰਡ ਆ ਮਿਲੂਗਾ, ਜੇ ਆਪਾਂ ਨੂੰ ਛੋਟੇ ਹੁੰਦੇ ਤੋਂ ਚੀਜ਼ ਵੱਲ ਲਗਾਈ ਇਹ ਚੀਜ਼, ਐਗਜ਼ਾਮਪਲ ਕਿ ਛੋਟੇ ਛੋਟੇ ਕੰਮ ਕਰਦੇ ਆਪਣੇ ਹੋਵੇ, ਜਿਵੇਂ ਆਪਾਂ ਲਗਾ ਦੀ ਕੰਮ ਦੇ ਕਿ ਲਾਈਕ ਤੂੰ ਸਫਾਈ ਕਰਦੀ ਹੈ, ਠੀਕ ਹੈ ਨਾ, ਕਰੇ ਕੰਮ ਆਤਾ ਤੇ ਉਹ ਰੱਖਿਆ ਬੈਨੀਫਿਟ ਮਿਲੂਗਾ ਕਿ ਚੀਜ਼ ਦਾ, ਕਿਉਂਕਿ ਉਹਦੇ ਮਾਈਂਡ 'ਚ ਮੈਨੇਜਮੈਂਟ ਆ ਗਈ ਚੀਜ਼ ਕਿ ਮੈਂ ਉਹਦੀ ਹੈਬਿਟਸ ਤੁਸੀਂ ਬਣਾ ਰਹੇ ਹੋ, ਉਹਦੀ ਡੇਲੀ ਹੈਬਿਟ ਬਣਾ ਰਹੇ ਹੋ ਕਿ ਕੰਮ ਸਕੂਲ ਤੋਂ ਆਇਆ ਆਹ ਚੀਜ਼ ਕਰ ਸਕਦਾ ਘਰ ਬੈਠ ਕੇ ਉਹਨੇ, ਆਹ ਚੀਜ਼ ਤੈਨੂੰ ਅਲਾਉਡ ਹੈਗੀ ਕਰਨੀ, ਆਹ ਚੀਜ਼ ਤੈਨੂੰ ਨਹੀਂ ਅਲਾਉਡ ਹੈਗੀ ਕਰਨੀ, ਪਰ ਉਹਦੇ ਨਾਲ ਨਾਲ ਉਹਦਾ ਪਰਪਸ ਵੀ ਪਤਾ ਹੋਵੇ। ਤੁਹਾਡੇ ਨਾਲ ਇਦਾਂ ਹੋਇਆ ਸੀ? ਮੇਰੇ ਨਾਲ ਜ਼ਰੂਰ ਹੋਇਆ ਤੇ ਮੈਂ ਤਾਂ ਛੋਟੇ ਹੁੰਦੇ ਤੋਂ ਕੰਮ ਕਰਨ ਰਿਹਾ। ਮੈਂ ਕਹਿ ਲਓ ਕਿ ਬਹੁਤ ਹੀ ਇੱਕ ਡਿਸਿਪਲਿਨ ਸਕੂਲ ਦੇ ਅੰਦਰ ਪੜ੍ਹੇ ਕਿ ਸੋ ਕਹਿ ਲਓ ਕਿ ਆ ਵੀ ਸਕੂਲ ਸੀਗਾ ਜਦੋਂ ਮੈਂ ਮੇਰੀ ਸਕੂਲਿੰਗ ਇੰਡੀਆ ਦੀ ਸੀਗੀ, ਉਸ ਤੋਂ ਬਾਅਦ ਚਲੋ ਫਰਦਰ ਸਟੱਡੀ ਇੱਥੇ ਆ ਗਈ, ਪਰ ਜਦੋਂ ਸਕੂਲ 'ਚ ਪੜ੍ਹੇ ਇੱਕ ਬਹੁਤ ਹੀ ਡਿਸਿਪਲਿਨ ਦੇ ਵਿੱਚ ਸੀਗਾ ਕਿ ਮੇਰਾ ਸਕੂਲ ਦਾ ਪ੍ਰਿੰਸੀਪਲ ਵੀ ਰਿਟਾਇਰ ਕਰਨਾ ਸੀ, ਸੋ ਇਸ਼ਾਨਾ ਮੈਰਚਿੰਦਾਰ ਕੀ ਓਕੇ ਉਹ ਚੀਜ਼ ਅਸੀਂ ਉੱਥੋਂ ਸਿੱਖੀ ਹੋਈ ਹੈ। ਇੱਕ ਉਹ ਚੀਜ਼ ਘਰ ਆ ਕੇ ਵੀ ਉੱਦਾਂ ਦਾ ਇਨਵਾਇਰਮੈਂਟ ਰਿਹਾ, ਸਕੂਲ 'ਚ ਵੀ ਉੱਦਾਂ ਦਾ ਇਨਵਾਇਰਮੈਂਟ ਰਿਹਾ, ਸੋ ਉਹ ਚੀਜ਼ ਨੇ ਮੈਨੂੰ ਬਹੁਤ ਡਿਵੈਲਪ ਕੀਤਾ। ਸੋ ਆਈ ਥਿੰਕ ਉਹ ਚੀਜ਼ ਜੇ ਆਪਾਂ ਪੇਰੈਂਟਸ ਵੱਲੋਂ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਪੇਰੈਂਟਸ ਨੂੰ ਰੋਲ ਪਲੇ ਕਰਨਾ ਜ਼ਰੂਰੀ ਆ, ਕਿਉਂਕਿ ਬੱਚੇ ਤਾਂ ਹੀ ਅੱਗੇ ਗਰੋ ਕਰਨਗੇ ਜੇ ਉਹਨਾਂ ਦਾ ਮੈਂਟਰ ਉਹਨਾਂ ਨੂੰ ਗਾਈਡ ਕਰਨਗੇ। ਸਟੇਬਿਲਿਟੀ ਫਸਟ ਆਫ ਆਲ, ਸਟੇਬਿਲਿਟੀ ਦੇ ਨਾਲ ਨਾਲ ਮੈਂਟਰਿੰਗ ਗਾਈਡੈਂਸ ਇਨ ਦਾ ਸੈਂਸ ਕਿ ਲਾਈਕ ਪਹਿਲਾਂ ਤਾਂ ਜ਼ਰੂਰੀ ਕਰਨਾ ਜ਼ਰੂਰੀ ਕਿ ਦੇਖੋ ਆਪਣੀ ਡੇਲੀ ਲਾਈਫ ਕਿੱਦਾਂ ਚੱਲਦੀ ਆ, ਆਪਾਂ ਡੇਲੀ ਫੂਡ ਹੋ ਗਿਆ, ਖਾਣਾ ਪੀਣਾ, ਉੱਠਣਾ ਬੈਠਣਾ, ਟਰੈਵਲਿੰਗ ਕਰਨੀ, ਸਾਰੀ ਕਿੰਨਾ ਕਨੈਕਟਡ ਆ ਐਸੇ ਨਾਲ। ਉਹਦੀ ਵੈਲਿਊ ਪਤਾ ਹੋਵੇ, ਉਹਦੀ ਵੈਲਿਊ ਨਾਲ ਉਹਦੀ ਸਰਾਊਂਡਿੰਗ ਪਤਾ ਹੋਵੇ ਕਿ ਇਹਨਾਂ ਨੂੰ ਮੂਵ ਕੌਣ ਕਰ ਰਹੀ ਚੀਜ਼ਾਂ। ਬੱਚੇ ਨੂੰ ਪਤਾ ਕਿ ਪੈਸੇ ਲਾਣੇ ਆ, ਜਿਹਨੂੰ ਪਤਾ ਹੋਵੇ ਕਿ ਪੈਸੇ ਲਗਾਣੇ, ਬੱਚਾ ਕਹਿੰਦੇ ਮੈਂ ਆਹ ਲੈਣਾ, ਜ਼ਿੱਦ ਕਰ ਲੈਣਾ, ਆਹ ਚੀਜ਼ ਲੈਣੀ ਹੈ, ਮੈਂ ਆਹ ਚੀਜ਼ ਕਰਨਾ, ਪਰ ਉਹਦੇ ਨਾਲ ਉਹਦੀ ਵੈਲਿਊ ਪਤਾ ਹੋਵੇ, ਉਹ ਬਹੁਤ ਮੈਟਰ ਕਰਦਾ, ਕਿਉਂਕਿ ਸਾਰੀ ਚੀਜ਼ਾਂ ਐਂਡ ਦੇ ਕਨੈਕਟਡ ਵਿਦ ਮਾਈਨੈਂਸ਼ੀਅਲ, ਕਨੈਕਟਡ ਵਿਦ ਗਵਰਨਮੈਂਟ। ਸੋ ਇਸ ਕਾਈਂਡ ਆਫ ਮੈਂ ਹੀ ਨਹੀਂ ਕਹਿ ਰਿਹਾ ਕਿ ਉਹ ਚੀਜ਼ਾਂ ਸਿਖਾਓ, ਪਰ ਐਟਲੀਸਟ ਬੇਸਿਕਸ ਪਤਾ ਹੋਵੇ, ਕਿਉਂਕਿ ਮੈਨੂੰ ਇਹ ਚੀਜ਼ ਦੀ ਵੈਲਿਊ ਬਾਅਦ ਚ ਰਿਅਲਾਈਜ਼ ਹੋਈ ਕਿ ਇਹ ਬੇਸਿਕਸ ਵੈਲਿਊ ਦੀ ਕਿੰਨੀ ਜ਼ਿਆਦਾ ਪ੍ਰਾਇੋਰਟੀ ਅਲਾਈਜ਼ ਹੁੰਦਾ ਹੈ। ਅੱਛਾ, ਤੁਹਾਡੀ ਮਾਰਨਿੰਗ ਰੂਟੀਨ ਕਿੱਦਾਂ ਦੀ ਆ? ਮਾਰਨਿੰਗ ਤੋਂ ਲੈ ਕੇ ਮਤਲਬ ਤੁਹਾਡੇ ਦਿਨ ਤੱਕ ਮੈਨੂੰ ਤੁਹਾਡੀ ਦਿਨ ਚੜ੍ਹਿਆ ਦੱਸੋ। ਦੇਖੋ ਮੋਰਾਂਗੇ ਦਿਨ ਤੱਕ ਛੋਟੀ ਛੋਟੀ ਹੈਬਿਟਸ ਨਾਲ ਸਟਾਰਟ ਹੁੰਦੀ ਹੈ, ਠੀਕ ਹੈ ਨਾ, ਜੋ ਕਿ ਮੈਂ ਬਹੁਤ ਚੇਂਜ ਕੀਤੀਆਂ ਕਿਸੇ ਟਾਈਮ 'ਤੇ। ਉਹ ਹੈਬਿਟਸ ਉਸ ਲੈਵਲ ਦੀ ਨਹੀਂ ਸੀਗੀਆਂ, ਬਟ ਲੋਕ ਕਰਦੇ ਬੰਦੇ ਨੇ ਹੈਬਿਟਸ ਕੀਤੇ। ਲਾਈਕ ਦੇਖੋ ਮੈਂ ਪ੍ਰੈਫਰ ਕਰਦਾ ਮੈਂ ਅਰਲੀ ਉੱਠਣਾ, ਸੋ ਹਮ ਅਰਲੀ ਨਿਊ ਪਰਸਨ ਕੀ ਅਰਲੀ ਉੱਠਣਾ, ਸ਼ੁਕਰਾਨਾ ਕਰਨਾ ਉੱਠਣ ਸਾਰੀ। ਪਹਿਲਾਂ ਬੈਡ ਤੋਂ ਉੱਠਣ ਤੋਂ ਪਹਿਲਾਂ ਮੇਰਾ ਤਾਂ ਇਹ ਹੁੰਦਾ ਕਿ ਸ਼ੁਕਰਾਨਾ ਕਿ ਅੱਬਾ ਤੇਰਾ ਸ਼ੁਕਰ ਆ ਕਿ ਇੱਕ ਨਵਾਂ ਦਿਨ ਦਿੱਤਾ ਹੋਰ ਅੱਡਾ, ਆਪਣਾ ਸ਼ਾਵਰ ਲਿੱਤਾ, ਫਰੈਸ਼ ਹੋਏ। ਸੋ ਅਗਲੀ ਚੀਜ਼ ਆਈ ਤੇ ਮੇਰੀ ਆਪਣੀ ਮੈਡੀਟੇਸ਼ਨ ਤੇ ਪਾਠ ਕਰ ਲਿਆ ਆਪਣਾ। ਸੋ ਇਹ ਮੇਰੀ ਜਰਨੀ ਦਾ ਡਜ਼ਨਟ ਮੈਟਰ, ਮੈਂ ਤੇ ਟਰੈਵਲਿੰਗ 'ਚ ਵੀ ਹੋਵਾਂ ਨਾ, ਜੇ ਮੈਂ ਪਲੇਨ 'ਚ ਵੀ ਬੈਠਾ ਹੋਵਾਂ ਤੇ ਮੈਨੂੰ ਪਤਾ ਮੇਰਾ ਟਾਈਮ ਆ ਹੈਗਾ ਤੇ ਉਸ ਟਾਈਮ 'ਚ ਮੈਂ ਉਹ ਚੀਜ਼ ਕਰਦਾ। ਓਕੇ, ਮੇਰਾ ਰੂਟੀਨ ਆ, ਮੇਰੀ ਹੈਬਿਟਸ ਆ, ਉਹ ਮੇਰੀ ਡੇਲੀ ਹੈਬਿਟਸ ਆ, ਕਿਉਂਕਿ ਮੇਰੀ ਰਿਕੁਆਇਰਮੈਂਟ ਆ। ਕਿ ਦੇਖੋ ਬੰਦਾ ਆਪਣੀ ਹਰ ਇੱਕ ਚੀਜ਼ ਨੂੰ ਚੇਂਜ ਕਰਦਾ, ਬੰਦਾ ਕੱਪੜੇ ਵੀ ਨਵੇਂ ਪਾਉਂਦਾ, ਪੁਰਾਣੇ ਕੱਪੜੇ ਲਾਉਂਦਾ, ਨਵੇਂ ਕੱਪੜੇ ਪਾਉਂਦਾ। ਆਪਾਂ ਆਪਣਾ ਘਰ ਲੈਂਦੇ ਆਪਾਂ ਆਪਣੀ ਫਰਨੀਚਰ ਨੂੰ ਅਪਗ੍ਰੇਡ ਕਰਦੇ ਹਾਂ, ਆਪਣੀ ਸਰਾਊਂਡਿੰਗ ਨੂੰ ਅਪਗ੍ਰੇਡ ਕਰਦੇ ਕਿ ਸੋਹਣਾ ਲੱਗੇ, ਪ੍ਰੈਜ਼ੈਂਟੇਬਲ ਲੱਗੇ। ਘਰ 'ਚ ਕੋਈ ਆਵੇ ਬੰਦਾ ਕਹੇ ਕਿ ਵਾਓ ਵੈਰੀ ਨਾਈਸ ਹੈ ਨਾ, ਕਿੰਨਾ ਸੋਹਣਾ ਘਰ ਆ, ਨਾਈਸ ਕੱਪੜੇ ਪਾ, ਬੰਦਾ ਕਹਿੰਦਾ ਕਿੰਨੇ ਸੋਹਣੇ ਕੱਪੜੇ ਜੱਚਦੇ ਆ ਪਾਏ। ਪਰ ਤੁਸੀਂ ਆਪਣੇ ਆਪ ਨੂੰ ਹੀ ਡਿਵੈਲਪ ਕਰ ਰਹੇ, ਆਪਣੀ ਆਪਣੀ ਪਰਸਨਲ ਗਰੋਥ 'ਤੇ ਨਹੀਂ ਫੋਕਸ ਕਰ ਰਹੇ। ਦੇਖੋ ਥੋੜ੍ਹੀ ਦੇਰ ਵੀ ਤੁਸੀਂ ਜਿਹੜੇ ਮਕਸਦ ਲਈ ਵੀ ਇੱਥੇ ਆਪੇ ਆਏ ਆ ਕੀ ਹੈ ਕਿ ਗੁਰਬਾਣੀ ਨਾਲ ਕਨੈਕਟ ਕਰੋ, ਹਰ ਇੱਕ ਆਪਣਾ ਧਰਮ ਆ, ਥੋੜ੍ਹਾ ਟਾਈਮ ਕੱਢੋ, ਕਿਉਂਕਿ ਉਹ ਚੀਜ਼ ਤੁਹਾਡੀ ਆਪਣੀ ਬੋਡੀ ਨੂੰ ਚਾਰਜ ਕਰਦੀ ਹੈ। ਫੋਨ ਡੈਡ ਹੁੰਦਾ ਨਾ, ਆਪਾਂ ਕੀ ਕਰਦੇ ਹਾਂ, ਚਾਰਜਰ ਲਗਾਈਦਾ ਲੈਂਦੇ ਨਾ, ਜੋ ਚਾਰਜਰ ਹੈ ਨਾ ਉਹ ਤੇ ਫੋਨ ਦੀ ਕੋਈ ਵੈਲਿਊ ਨਹੀਂ ਹੈਗੀ, ਚਾਰਜ ਕਰ ਰਹੇ ਹੋ ਨਾ। ਆਪਣਾ ਲੈਪਟਾਪ ਡੈਡ ਹੋਏਗਾ ਆਪਾਂ ਚਾਰਜ ਕਰ ਰਹੇ ਹਾਂ, ਕੋਈ ਵੀ ਗੱਡੀ ਵਿੱਚ ਤੇਲ ਪਾਉਂਦੇ ਹਾਂ, ਫਿਊਲ ਦਿੰਦੇ ਹਾਂ, ਅੱਗੇ ਜਾਂਦੀ ਹੈ। ਆਪਾਂ ਆਪਣੇ ਆਪ 'ਚ ਕਿਸ ਤਰ੍ਹਾਂ ਫੀਲ ਪਾ ਰਹੇ ਹਾਂ, ਕਦੇ ਸੋਚਿਆ ਕਿਸੇ ਗੱਲ ਦੇ ਬਾਰੇ? ਬਿਲਕੁਲ। ਸੋ ਉਹ ਵੀ ਬੜੀ ਜ਼ਰੂਰੀ ਚੀਜ਼ ਹੈ ਕਿ ਉਹ ਆਪਣੀ ਵਾਈਬਸ ਨੂੰ ਪੋਜ਼ਿਟਿਵ ਕਰਨੀ, ਆਪਣਾ ਦਿਨ ਦਾ ਸ਼ੁਰੂਆਤ ਉਸ ਲੈਵਲ 'ਤੇ ਕਰਨੀ ਕਿ ਮੇਰਾ ਸਾਰਾ ਦਿਨ ਵਧੀਆ ਲੱਗੇ। ਸ਼ੁਕਰਾਨਾ ਕਰੋ, ਆਪਣੇ ਆਪ ਨੂੰ ਪੋਜ਼ਿਟਿਵ ਕਰੋ, ਮੈਡੀਟੇਸ਼ਨ ਕਰੋ ਕਿ ਤੁਹਾਡਾ ਦਿਨ ਵਧੀਆ ਨਿਕਲੇ। ਕਿਉਂਕਿ 10-15 ਮਿੰਟ ਕਿ ਤੁਸੀਂ ਬੈਠ ਉਹਨਾਂ ਚੀਜ਼ ਲਈ, ਦੈਟਸ ਇਨਫ ਫॉर ਸਮਨ ਟੂ ਸਟਾਰਟ ਦ ਡੇ। ਕਹਿੰਦਾ ਹਰ ਕੋਈ ਬਿਜ਼ੀ ਹੈ ਯਾਰ, ਠੀਕ ਆ,
ਪਰ ਉਹਨੇ ਤੁਸੀਂ अर्ਲੀ ਵਾਈਜ਼ ਵੀ ਤਾਂ ਕਰ ਸਕਦੇ ਆ। ਜ਼ਰੂਰੀ ਤਾਂ ਨਹੀਂ ਕਿ ਉਹੀ ਟਾਈਮ ਦੇ ਉੱਤੇ ਅਲਾਰਮ ਲੱਗਿਆ ਤਾਂ ਉਹੀ 5 ਮਿੰਟ 'ਚ ਸ਼ਾਵਰ ਲਿੱਤਾ, 5 ਮਿੰਟ 'ਚ ਸਾਰਾ ਖਾਣਾ ਪੀਣਾ ਕਰਕੇ ਜੋ ਦੇਖੋ ਹੈਬਿਟਸ ਆ, ਯਾਨੀ ਹੈਬਿਟਸ ਆ, ਜਿੰਨੀ ਜਲਦੀ ਤੁਸੀਂ ਆਪਣੀ ਹੈਬਿਟਸ ਨੂੰ ਚੇਂਜ ਕਰੋਗੇ ਉਨੀ ਹੀ ਜਲਦੀ ਤੁਸੀਂ ਗਰੋ ਕਰੋਗੇ ਲਾਈਫ 'ਚ, ਕਿਉਂਕਿ ਜਿਹੜੀ ਹੈਬਿਟਸ ਬਹੁਤ ਮੈਟਰ ਕਰਦੀਆਂ। ਤੁਸੀਂ ਉੱਠਣਾ, ਮੇਰਾ ਚਲੋ ਜਰਨੀ ਚਲੋ ਅੱਗੇ ਜਰਨੀ ਦਾ ਕੀ ਹੋ ਕਿ ਹਾਂ ਮੇਰਾ ਰੂਟੀਨ ਆ ਸਵੇਰੇ ਉੱਠ ਕੇ ਆਪਣਾ अर्ਲੀ ਉੱਠਣਾ, ਆਪਣਾ ਕੀਤਾ ਮੈਡੀਟੇਸ਼ਨ ਕੀਤੀ, ਆਪਣਾ ਪਾਠ ਕੀਤਾ, ऑफिस चला गया। आई नीड माई डेस्क टू बी प्रोडक्टिव, बल्कि ठीक आई नो लोग कहते वर्किंग फ्रॉम होम इन्वायरमेंट हैगा, लेकिन यार कहते इन्वायरमेंट भी चाहिए मैंने। ਨਹੀਂ, ਘਰ ਦੇ ਵਿੱਚ ਤੁਸੀਂ ਵਰਕਿੰਗ ਐਟ ਹੋਮ ਤਾਂ ਯੂ ਸਟਿਲ ਨੀਡ ਡੈਸਕ। So you need You can't be on bed all the time like, oh, you're doing something, you're working at a moment, you can't go there. advise anyone ਜਿਹੜਾ ਕਿ ਸੁਣ ਰਿਹਾ ਯਾ ਕਿ ਬੈਡ ਤੁਹਾਡਾ ਵਰਕਿੰਗ ਇਨਵਾਇਰਨਮੈਂਟ ਨਹੀਂ ਹੈ। ਹਾਂ ਬਿਲਕੁਲ, ਉਹ ਤੁਹਾਡੀ ਲਗਜ਼ਰੀ ਇਨਵਾਇਰਨਮੈਂਟ ਜਿਹੜਾ ਤੁਹਾਡਾ ਪੀਸ ਆਫ ਮਾਈਂਡ ਹੈ, ਤੁਹਾਡੀ ਰੈਸਟ ਪੀਰੀਅਡ ਹੈ, ਉੱਥੇ ਤੁਸੀਂ ਆਪਣਾ ਕੰਮ ਨਹੀਂ ਲੈ ਕੇ ਜਾਓ। ਤੁਸੀਂ ਦੇਖਿਆ ਅੱਜ ਕੱਲ੍ਹ ਇੰਸਟਾਗ੍ਰਾਮ ਦੇ ਉੱਤੇ ਕਿਸ ਤਰੀਕੇ ਦੇ ਵਿੱਚ ਜਿਹੜੇ ਫਾਈਨੈਂਸ਼ੀਅਲੀ ਫਰੀडम ਵਾਲੇ ਲੋਕ ਨੇ, ਹਾਂਜੀ ਜਾਂ ਜਿਹੜੇ ਦੱਸਦੇ ਆ ਕਿ ਵੀ ਆਰ ਫਾਈਨੈਂਸ਼ੀਅਲੀ ਫਰੀ ਨਾਓ, ਬਟ what do they all the time ਉਹਨਾਂ ਦੀਆਂ ਪਿਕਚਰਸ ਹੁੰਦੀਆਂ ਆ ਬੈੱਡ ਦੇ ਉੱਤੇ ਲੈਪਟਾਪ ਰੱਖਿਆ ਆ, even they are flying somewhere, they got laptop on there, but of course specialized ਲਿੱਤੀਆਂ ਜਾਂਦੀਆਂ ਉਹ ਤਾਂ of course because they are like they're telling you ਕਿ yes ਅਸੀਂ ਇੰਨਾ ਕੰਮ ਕੀਤਾ ਪਰ now we are financially free। ਹਾਂਜੀ ਪਰ ਉਹ ਜਿਹੜੀਆਂ of course ਜਿਹੜੀਆਂ ਪਿਕਚਰਸ ਪਾਉਂਦੇ ਨੇ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਉੱਤੇ, ਸੋ ਉਹ ਫਿਰ ਉਹੀ ਐਕਚੁਅਲੀ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਕਿ ਵੀ ਅਸੀਂ ਦੇਖੋ ਬੈੱਡ ਦੇ ਉੱਤੇ ਵੀ ਬੈਠ ਕੇ ਆਪਣਾ ਲੈਪਟਾਪ ਯੂਜ਼ ਕਰ ਇੱਕ ਚੀਜ਼ ਹੋ ਜਾਂਦੀ ਹੈ ਕਿ ਤੁਸੀਂ ਦੂਸਰੇ ਤੋਂ ਪ੍ਰਭਾਵਿਤ ਹੋ ਰਹੇ ਹੋ, ਪਰ ਕਿਸ ਤਰ੍ਹਾਂ ਦੇ ਪ੍ਰਭਾਵਿਤ ਹੋ ਰਹੇ ਹੋ ਇਹ ਬਹੁਤ ਮੈਟਰ ਕਰਦਾ। ਕਿਉਂਕਿ ਕਿਸੇ ਨੂੰ ਮੈਂਟਰ ਮੰਨੋ, ਪਰ ਮੰਨੋ ਉਸ ਨੂੰ ਜਿਸਨੇ ਕੁਛ ਅਚੀਵ ਵੀ ਕੀਤਾ ਹੋਵੇ। ਸੋਸ਼ਲ ਮੀਡੀਆ 'ਤੇ ਤੁਹਾਨੂੰ ਬਹੁਤ ਚੀਜ਼ਾਂ ਵਧੀਆ ਵੀ ਮਿਲਦੀਆਂ ਅਤੇ ਬਹੁਤ ਚੀਜ਼ਾਂ ਤੁਹਾਨੂੰ ਫੇਕ ਵੀ ਮਿਲਦੀਆਂ। ਠੀਕ ਹੈ ਨਾ। ਦੇਖੋ ਅੱਜ ਦੇ ਟਾਈਮ 'ਤੇ ਸਕਿੱਲ ਦੀ ਵੈਲਿਊ ਹੈਗੀ, ਉਹਨਾਂ ਦਾ ਸਕਿੱਲ ਆ। ਜੇ ਅਗਰ ਅਰਨ ਕੀਤਾ ਕਿ ਲੈਪਟਾਪ ਲੈ ਕੇ ਕਿਤੇ ਬਾਹਰ ਬੈਠਾ ਨਾ, ਮਤਲਬ ਉਹ ਤਾਂ ਸਕਿੱਲ ਆ, ਉਹ ਅਰਨ ਕਰ ਰਿਹਾ ਸਕਿੱਲ ਤੋਂ। ਸੋ ਕੁਛ ਲੋਕ ਐਕਸਪਲੋਰ ਕਰ ਰਹੇ ਇੰਸਟਾਗ੍ਰਾਮ ਨੂੰ, ਟਿਕਟੋਕ ਨੂੰ, ਫੇਸਬੁੱਕ ਨੂੰ ਕੋਈ ਐਕਸਪਲੋਰ ਕਰ ਰਹੇ ਹੈ, ਪਰ ਸਕਿੱਲ ਨਹੀਂ ਯੂਜ਼ ਕਰ ਰਹੇ। ਹੁਣ ਤੁਸੀਂ ਕੀ ਕਰ ਰਹੇ ਇੰਸਟਾਗ੍ਰਾਮ, ਫੇਸਬੁੱਕ, ਚਾਹੇ ਉਹ ਟਵਿੱਟਰ ਆ, ਚਾਹੇ ਯੂਟਿਊਬ, ਸੋ ਰਿਚ ਕਰ ਰਹੇ। ਬਿਲਕੁਲ ਮੈਂ ਸੋਸ਼ਲ ਮੀਡੀਆ ਯੂਜ਼ ਕਰਤਾ ਆਪਣੀ ਪ੍ਰੋਡਕਟਿਵਿਟੀ ਲਈ, ਕਿਉਂਕਿ ਬਹੁਤ ਸਾਰੀ ਨੌਲੇਜ ਲੈ ਸਕਦੇ ਸੀ ਰੈਦਰ ਦੈਨ ਐਕਸਪਲੋਰਿੰਗ ਐਂਡ ਲੁਕਿੰਗ ਐਟ ਅਦਰ ਪੀਪਲ। ਉਹ ਹੁਣ ਚ ਇਨਵੈਸਟ ਟਾਈਮ ਕਿ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰੋ, ਲਿਸਨ ਟੂ ਪੋਡਕਾਸਟ ਰੈਦਰ ਕਿਸੇ ਦੀ ਵੀਡੀਓ ਦੇਖਣ ਨੂੰ ਕਿ ਉਹ ਜਹਾਜ਼ 'ਚ ਘੁੰਮ ਰਿਹਾ ਤੇ ਕਮ ਇਨਵੈਸਟ ਟੂ ਯੋਰਸੈਲਫ। ਅਸੀਂ ਕਿਸ ਤਰੀਕੇ ਨਾਲ ਸੋਸ਼ਲ ਮੀਡੀਆ ਨੂੰ ਯੂਟਿਲਾਈਜ਼ ਕਰੋ ਤੇ ਡਿਪੈਂਡ ਆ। ਬਿਲਕੁਲ, ਤਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੋਸਟਲੀ ਬਿਕੋਜ਼ ਇਟਸ ਆਲ ਦ ਟਾਈਮ ਇਟਸ ਕਮਸ ਇਨਟੂ ਲਾਈਕ ਇਟਸ ਅ fake world actually। fake world ਬਹੁਤ ਚੱਲਦਾ ਪਿਆ, ਲੋਕੀ ਕਿ ਚੱਲਦੇ ਕਿ fake it till you make it, ਪਰ ਉਹੀ ਚੀਜ਼ ਹੈਗੀ ਆ। ਪਰ ਐਟ ਦ ਸੇਮ ਟਾਈਮ ਕੀ ਹੈਗਾ ਕਿ ਆਈ ਵੁੱਡ ਸੇ ਕਿ ਸੋਸ਼ਲ ਮੀਡੀਆ ਯੂਜ਼ ਕਰੋ ਪਰ ਉਹਦੇ ਤੋਂ ਕੁਛ ਸਿੱਖਣ ਲਈ, ਟਾਈਮ ਵੇਸਟ ਲਈ ਨਾ। ਮੈਂ ਸੋਸ਼ਲ ਮੀਡੀਆ ਯੂਜ਼ ਕਰਦਾ ਉਹਨੂੰ ਐਜ਼ ਅ ਰੈਵਨਿਊ, ਮੈਂ ਉਹ ਤੋਂ ਕੁਝ ਜਨਰੇਟ ਕਰਨਾ। ਉਹੀ ਨਾ ਕਹਿੰਦੇ ਟੈਕਨੋਲੋਜੀ ਦਾ ਕੋਈ ਚੰਗੇ ਫਾਇਦੇ ਵੀ ਹੈਗੇ ਤੇ ਨੁਕਸਾਨ ਵੀ ਹੈਗੇ। ਦੇਖੋ ਅੱਜ ਦੇ ਟਾਈਮ 'ਤੇ ਤੁਹਾਡਾ ਫੋਨ ਇਜ਼ ਅ ਬੈਸਟ ਟੂਲ। ਪਰ ਤੁਸੀਂ ਉਸ ਫੋਨ ਨੂੰ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਹੋ? ਚੁਗਲੀਆਂ ਕਰ ਰਹੇ ਹੋ ਕਿ ਪੈਸਾ ਬਣਾਉਣ ਲਈ? ਮੇਰਾ ਫੋਨ ਮੈਨੂੰ ਪੈਸਾ ਬਣਾ ਕੇ ਦਿੰਦਾ, ਕਿਉਂਕਿ ਆਈ ਨੋ ਹਾਊ ਟੂ ਯੂ ਵੈਲਿਊ ਯੂਰ ਫੋਨ ਮੋਰ। ਆਈ ਵੈਲਿਊ I value my time and I value my phone। ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਰਿਸਪੈਕਟ ਦੇਣਾ ਸ਼ੁਰੂ ਕਰ ਦੋਗੇ ਨਾ, ਆਪਣੇ ਟਾਈਮ ਨੂੰ ਰਿਸਪੈਕਟ ਦੇਣਾ ਸ਼ੁਰੂ ਕਰ ਦੋਗੇ, ਤੁਹਾਡਾ ਸਕਿੱਲ ਤੁਹਾਨੂੰ ਰਿਸਪੈਕਟ ਕਰੂਗਾ। ਬਿਲਕੁਲ। ਜਦੋਂ ਤੁਸੀਂ ਆਪਣੀ ਰੂਟੀਨ ਦੱਸੀ ਆ ਹੁਣ ਮੈਨੂੰ, ਆਪਣਾ ਆਫਿਸ ਤੋਂ ਬਾਅਦ ਤੁਹਾਡਾ ਸਾਰਾ ਬਾਕੀ ਦਾ ਟਾਈਮ ਵੀ ਡਿਜੀਟਲ ਚਲਾ ਦੀ ਜਾਂਦਾ, ਕਿਉਂਕਿ ਮੇਰੀ ਕਾਫੀ ਸਾਰੀ ਮੀਟਿੰਗਸ ਹੁੰਦੀਆਂ ਜਿਹੜੀਆਂ ਕਿ ਕੁਛ ਫੇਸ ਟੂ ਫੇਸ ਹੋ ਜਾਂਦੀਆਂ, ਉੱਥੇ ਟਰੈਵਲਿੰਗ ਤੇ ਮੇਰੀ ਟਰੈਵਲਿੰਗ ਜ਼ਿਆਦਾ ਹੁੰਦੀ ਡਿਊਰਿੰਗ, ਸੋ ਜਾਂ ਆਫਲਾਈਨ ਹੁੰਦੀ ਹੈ ਜਾਂ ਆਨਲਾਈਨ ਹੁੰਦਾ ਕੰਮ। ਔਰ ਈਵਨਿੰਗ 'ਚ ਮੈਨੂੰ ਹੁੰਦਾ ਕਿ ਪਰ ਇੱਕ ਗੱਲ ਹੈਗੀ ਹੈ ਕਿ ਜੇ ਮੇਰਾ ਕੰਮ ਜਦੋਂ ਫਿਨਿਸ਼ ਹੋ ਗਿਆ ਆਮ ਐਟ ਹੋਮ, ਮੈਂ ਡਿਸਕਨੈਕਟ ਹਾਂ ਵਰਕ ਇਨਵਾਇਰਨਮੈਂਟ ਤੋਂ। ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਵਰਕ ਇਨਵਾਇਰਨਮੈਂਟ ਤੋਂ ਡਿਸਕਨੈਕਟ ਕਰਨਾ, ਕਿਉਂਕਿ ਉਹ ਚੀਜ਼ ਤੁਹਾਡੀ ਪੀਸ ਆਫ ਮਾਈਂਡ ਵਿੱਚ। that's you can't come working 24/7, you need to have a balance in your life। how do you manage that thing? ਮੈਨੇਜ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ 'ਤੇ ਵਰਕ ਕਰਨਾ ਪੈਣਾ। ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਨੂੰ ਸਟਾਰਟਿੰਗ ਕੀਤੀ ਸੀ ਮੈਡੀਟੇਸ਼ਨ, ਕਿਉਂਕਿ ਉਹ ਮੈਂ ਬਹੁਤ ਅਗਰੈਸਿਵ ਪਰਸਨ ਸੀ ਕਿਸੇ ਟਾਈਮ 'ਤੇ। ਓਕੇ, I've changed myself a lot। I can't sense that। So ਕਿਸੇ ਟਾਈਮ ਨਾਲ ਸੀਗਾ ਨਾ ਲਾਈਕ ਬਰੋ ਇੱਕ ਏਜ ਹੁੰਦੀ ਠੀਕ ਹੈ, ਬੰਦਾ ਕਹਿੰਦਾ ਮੈਂ ਗਰੋ ਕਰਦਾ, ਮੈਂ ਟਾਈਮ ਨਾਲ ਲਰਨ ਕਰਦਾ, ਮੈਂ ਚੀਜ਼ਾਂ ਸਿੱਖਦਾ, ਬਟ ਇਹ ਕਹਿੰਦੇ ਕਿ ਡਿਸਕਨੈਕਟ ਕਰਨਾ ਇਸ ਤਰ੍ਹਾਂ ਹੈਬਿਟ, ਯੂ ਨੀਡ ਟੂ ਪੁੱਟ ਇਟ ਐਜ਼ ਐਨ ਹੈਬਿਟ।
ਇਹ ਨਹੀਂ ਕਿ ਤੁਹਾਨੂੰ ਫਿਰ ਕਵੇ ਤੁਸੀਂ ਸਟਾਰਟ ਕਰੋ, ਤੁਸੀਂ ਐਜ਼ ਅ ਹੈਬਿਟ ਕਰਨਾ ਕਿ ਜਦੋਂ ਤੁਸੀਂ ਆਪਣੀ ਬੈਲੈਂਸ ਆਊਟ ਕਹਿੰਦੇ, ਲਾਈਫ ਬੈਲੈਂਸ ਆਊਟ ਕਿ ਮੈਂ ਇੰਨੇ ਦਿਨ ਆ ਚੀਜ਼ ਕਰਨੀ, ਇਹ ਦਿਨ ਮੈਂ ਆਪਣੀ ਫੈਮਿਲੀ ਨੂੰ ਟਾਈਮ ਦੇਣਾ ਜਾਂ ਮੈਂ ਆਪਣੇ ਪਰਸਨਲ ਐਕਟੀਵਿਟੀਜ਼ ਦੇਣਾ, ਚਾਹੇ ਉਹ ਤੁਸੀਂ ਫਿਟਨੈਸ ਕਹਿ ਲਓ, ਚਾਹੇ ਸੈਲਫ ਗਰੂਮਿੰਗ ਕਹਿ ਲਓ, ਚਾਹੇ ਸੈਲਫ ਗਰੋਥ ਕਹਿ ਲਓ, ਨੌਲੇਜ ਕਹਿ ਲਓ, ਆਪਣੇ ਆਪ ਨੂੰ ਫੀਡ ਕਰ ਲਈ। ਸੋ ਉਸ ਤੋਂ ਇਲਾਵਾ ਮੈਂ ਆਪਣੇ ਆਪ ਨੂੰ ਇਕੱਲੇਪਨ ਨੂੰ ਵੀ ਟਾਈਮ ਦਿੰਦਾ, ਗੋ ਥਰੂ ਕਰ ਲੈ ਚ ਮੈਂ ਸਾਰੇ ਸੱਚ ਕੀ ਕੀਤਾ, ਕਿਹੜੀ ਚੀਜ਼ਾਂ ਮੈਂ ਚੰਗੀਆਂ ਕੀਤੀਆਂ, ਕਿਹੜੀ ਮਾੜੀ ਕੀਤੀ, ਜੇ ਕੋਈ ਗਲਤ ਕੀਤੀ ਮੈਂ ਕਿੱਦਾਂ ਇੰਪਰੂਵ ਕਰ ਸਕਦਾ, ਮੈਂ ਆਪਣੇ ਆਪ ਨੂੰ ਦਿੰਦਾ ਆਈ। ਓਕੇ, ਸੋ ਇੱਕ ਚੀਜ਼ ਮੇਰਾ ਉਹ ਵੀ ਆਪਣੇ ਆਪ ਨੂੰ ਡਿਸਕਨੈਕਟ ਕਰਨ ਲਈ ਵਰਕ ਇਨਵਾਇਰਨਮੈਂਟ ਨੂੰ ਡਿਸਕਨੈਕਟ ਕਰਨ ਲਈ ਕਿ ਮੈਂ ਆਪਣੇ ਆਪ ਤੋਂ ਵਰਕ ਕਰ ਰਿਹਾ ਕਿ ਇਜ਼ ਦੈਟ ਐਨੀ ਵੇ ਆਈ ਕੈਨ ਇੰਪਰੂਵ ਮਾਈ ਸੈਲਫ ਟੂ ਮੇਕ ਮਾਈ ਸੈਲਫ ਬੈਟਰ ਐਂਡ ਪੀਪਲ ਅਰਾਊਂਡ ਮੀ। ਕਿਉਂਕਿ ਤੁਹਾਡਾ ਬੈਟਰ ਹੋਣਾ ਉਦੋਂ ਹੀ ਮੈਟਰ ਕਰਦਾ ਜਦੋਂ ਦੂਜਿਆਂ ਨੇ ਇੰਪੈਕਟ ਹੋਵੇ। ਤੁਹਾਡਾ ਬੈਟਰ ਹੋਣਾ ਉਹ ਉਨੀ ਦੇਰ ਨੂੰ ਇੰਪੈਕਟ ਨਹੀਂ ਕਰੂਗਾ ਜੇ ਤੁਸੀਂ ਸਿਰਫ ਆਪਣੇ ਬਾਰੇ ਸੋਚ ਰਹੇ ਹੋ। ਬਿਲਕੁਲ, ਬੈਟਰ ਹੋਣ ਦਾ ਮਤਲਬ ਕੀ ਹੈ? ਕੈਨ ਯੂ ਇੰਪੈਕਟ ਸਮਨ ਐਲਸ ਲਾਈਫ, ਕੈਨ ਯੂ ਗਾਈਡ ਸਮਨ ਐਲਸ, ਕੈਨ ਯੂ ਮੇਕ देयर ਲਾਈਫ better in any way. doesn't matter. It's not about financial, Yeah. it's about knowledge, it's about being the person they are, supporting them. Sometimes ਕਿਸੇ ਨਾਲ ਗੱਲ ਕਰਕੇ they feel better. ਬਿਲਕੁਲ। ਸੋ ਜਦੋਂ ਤੁਸੀਂ ਹੁਣ ਫਿਟਨੈਸ ਦਾ ਟੌਪਿਕ ਵਿੱਚ ਲੈ ਕੇ ਆਂਦਾ ਫਿਟਨੈਸ, ਮੇਰਾ ਨੈਕਸਟ ਕੁਐਸਚਨ ਇਹਦੇ ਉੱਤੇ ਹੈ ਕਿ ਤੁਸੀਂ ਪਹਿਲਾਂ ਮੈਨੂੰ ਇੱਕ ਅੱਧੀ ਵਾਰ ਆਪਣੀ ਕਨਵਰਸੇਸ਼ਨ ਦੇ ਵਿੱਚ it came out ਹਾਂਜੀ ਕਿ you used to own gyms ਹਾਂਜੀ or you still own the gyms? still ਹੈਗੇ ਹਾਂਜੀ because well I was a fitness freak. how is the time ਮੈਂ ਥੋੜਾ ਟਾਈਮ ਕਰਕੇ ਥੋੜੀ ਚੀਜ਼ ਘਟ ਗਈ ਹੈ, but ਹਾਂ I still utilize my time into that. ਪਰ ਕੋਈ ਟਾਈਮ ਸੀਗਾ ਕਿ I was very into that, I was very sporty person. ਹੁਣ ਚਲੋ ਉਹ ਏਜ ਹੁੰਦੀ ਨਾਲ ਬੰਦਾ ਕਹਿੰਦਾ ਕਿ ਉਹ ਰਿਟਾਇਰਮੈਂਟ ਏਜ ਹੈ ਕੀ ਹੈ, it's not retirement age ਹੈ ਤੇ ਨਾਲ ਰਿਸਰਚ ਕੀ ਭਲਾ ਐਸੀ ਕੋ ਕਰਨਾ ਕਿ ਲਾਈਕ ਮੈਂ ਕ੍ਰਿਕਟ ਖੇਡਦਾ ਹੁੰਦਾ ਸੀ ਪਹੁੰਚਦਾ ਕਿ ਉਸ ਟਾਈਮ ਕੀ ਮੇਰਾ ਹੁੰਦਾ ਕਿ ਲਾਈਕ ਜਿੱਦਾਂ ਇੰਡੀਆ 'ਚ ਵੀ ਹੁੰਦੇ ਨਾ ਲਾਈਕ ਈਜ਼ੀਅਰ ਕਿ ਡ੍ਰੀਮ ਕ੍ਰਿਕਟ, ਸਲੀਪ ਕ੍ਰਿਕਟ, ਉਹ ਕ੍ਰਿਕਟ ਮੇਰਾ ਉਹ ਸੀਗਾ ਸਭ। Oh wow. ਫਿਰ ਜਿਮ ਵਾਲਾ ਹਿਸਾਬ ਸੀਗਾ ਤੇ ਸਪੋਰਟਸ ਐਕਟੀਵਿਟੀਜ਼ ਬਹੁਤ ਸੀਗਾ ਲਾਈਕ ਮੈਂ ਵਾਸ ਲਾਈਕ ਵੈਰੀ ਐਕਟਿਵ ਐਥਲੀਟ 'ਚ ਮੈਰਾਥਨਸ ਬਹੁਤ ਕੀਤੀਆਂ ਹੋਈਆਂ ਮੈਂ ਐਂਡ ਦੈਨ ਐਡਵੈਂਚਰ ਟ੍ਰਿਪਸ ਬਹੁਤ ਕਰਦਾ ਰਿਹਾ ਮੈਂ ਐਂਡ ਵੀ ਸਭ ਮਾਈਟ ਚੱਲਦੀ ਰਹਿੰਦੀ ਦਾ ਜਸਟ ਅਨਦਰ ਡਿਸਕਨੈਕਸ਼ਨ ਬੰਦਾ ਆਪਣੇ ਆਪ ਡਿਸਕਨੈਕਟ ਕਰਦਾ ਵਰਲਡ ਤੋਂ ਆਪਣੇ ਵਰਕ ਨੂੰ ਆਉਣਾ Yes, yeah. ਸੋ ਉਹ ਵੀ ਚੀਜ਼ ਹੈਗੀ ਆ। ਮੈਂ ਆਪਣਾ ਜਦੋਂ ਫਸਟ ਟਾਈਮ ਆਪਣਾ ਸੋਚਿਆ ਸੀਗਾ ਮੇਰੇ ਬ੍ਰਦਰ ਨਾਲ ਰਲ ਕੇ ਸੀ ਕਿ ਆਪਾਂ ਜਿਮ ਖੋਲ੍ਹਣਾ ਇੱਕ ਆਪਣੇ ਹੋਮਟਾਊਨ 'ਚ ਖੋਲ੍ਹੇ ਸੀ ਪਹਿਲਾਂ ਉੱਥੇ ਪਹਿਲਾਂ। Alright. ਓਕੇ, ਉਹਨਾਂ ਕੀ ਸੀਗਾ ਕਿ ਜੇ ਆਪਾਂ ਕੁਝ ਕਰ ਰਹੇ ਹਾਂ ਐਟਲੀਸਟ ਪਹਿਲੇ ਉੱਥੋਂ ਸ਼ੁਰੂ ਕਰੋ ਜਿੱਥੋਂ ਅਸੀਂ ਸ਼ੁਰੂ ਕੀਤਾ। Yes. ਸੋ ਉਹ ਇੱਕ ਵਿਜ਼ਨ ਸੀਗਾ ਮੇਰੇ ਬ੍ਰਦਰ ਨਾਲ ਰਲ ਕੇ। ਸੋ ਉੱਥੋਂ ਸ਼ੁਰੂਆਤ ਕੀਤੀ ਹੈਗੀ ਚੀਜ਼ ਦੀ ਕਿ ਉਹਦਾ ਰੀਜ਼ਨ ਸੀਗਾ ਕਿ ਮੈਨੂੰ ਖੁਦ ਨੂੰ ਬਹੁਤ ਮੇਰਾ ਪੈਸ਼ਨ ਸੀਗਾ ਵੀ ਕਿ ਫਿਟਨੈਸ ਵਾਸ ਮਾਈ ਪੈਸ਼ਨ। ਜਿਹਦੇ ਕਹਿੰਦੇ ਨਾ ਤੁਹਾਡਾ ਕੰਮ ਤੁਹਾਡਾ ਪੈਸ਼ਨ ਹੋਵੇ ਅਤੇ ਉਹ ਕੰਮ ਨਹੀਂ ਲੱਗਦਾ ਤੁਹਾਨੂੰ। ਹਾਂ, IT ਮੇਰਾ ਪੈਸ਼ਨ ਆ, ਫਾਈਨੈਂਸ਼ੀਅਲ ਮਾਰਕੀਟ ਇਜ਼ ਮਾਈ ਪੈਸ਼ਨ, ਲਰਨਿੰਗ ਬਿਕਾਜ਼ ਮੈਂ ਐਵਰੀਡੇ ਲਰਨ ਕਰਦਾ। ਸੋ ਸੇਮ ਚੀਜ਼ ਸੀਗੀ, ਉਹ ਮੇਰਾ ਪੈਸ਼ਨ ਸੀ, ਉਹ ਤੋਂ ਮੈਂ ਸਟਾਰਟ ਕੀਤਾ। ਫਿਰ ਕਾਫੀ ਸਾਰੀ ਚੀਜ਼ਾਂ ਅੱਗੇ ਨੂੰ ਅੱਗੇ ਕਨੈਕਟ ਕੀਤੀਆਂ। ਸੋ ਜੈਸੇ ਜਿਮ ਜਦੋਂ ਤੁਸੀਂ ਹੋਮਟਾਊਨ ਖੋਲ੍ਹਿਆ, ਹੋਮਟਾਊਨ ਮੈਂ ਤੁਹਾਡਾ ਜਿੱਥੇ ਮੈਂ ਜੰਮਿਆ ਪਲੇ ਓਕੇ ਪੰਜਾਬ ਦੇ ਵਿੱਚ ਹੈ। ਅਰੇ ਵਾਹ। ਸੋ ਫਿਰ ਤੁਸੀਂ ਹੁਣ ਜਦੋਂ ਤੁਸੀਂ ਇੱਥੇ ਵੀ ਤੁਸੀਂ ਕੋਈ ਜਿਮ ਆਪਣੇ ਖੋਲ੍ਹੇ ਜਾਂ ਤੁਸੀਂ ਕਈ ਮੇਰਾ ਉੱਥੇ ਸੀ ਰਿਹਾ ਜ਼ਿਆਦਾ ਕਿਉਂਕਿ ਉਹਦਾ ਰੀਜ਼ਨ ਸੀਗਾ ਕਿ ਮੇਰਾ ਬ੍ਰਦਰ ਸੀਗਾ ਉਹ ਇੱਥੋਂ ਜਦੋਂ ਮੂਵ ਹੋ ਗਿਆ ਸੀ ਉੱਧਰ ਨੂੰ ਈਵਨ ਬੈਕ ਉਹਦਾ ਜ਼ਿਆਦਾ ਕਨੈਕਸ਼ਨ ਸੀ ਉੱਧਰ। ਸੋ ਉਹਦਾ ਸੀਗਾ ਕਿ ਚਲੋ ਆਪਾਂ ਉੱਥੇ ਕੁਝ ਕਰਦੇ ਹਾਂ। ਮੈਂ ਕਿਹਾ ਚਲੋ ਠੀਕ ਹੈ, ਇਟਸ ਗੁੱਡ। ਸੋ ਹੀ ਡਿਸਾਈਡਡ ਟੂ ਡੂ ਸਟਾਰਟ ਵਿਦ ਜਿਮ ਇੰਡਸਟਰੀ ਕਿਉਂਕਿ ਨੌਲੇਜ ਸੀਗੀ ਚੀਜ਼ਾਂ ਦੀ, ਕੁਛ ਪੈਸ਼ਨ ਸੀਗਾ, ਦੋਨਾਂ ਨੂੰ ਪੈਸ਼ਨ ਸੀਗਾ। ਸੋ ਉੱਥੋਂ ਸ਼ੁਰੂਆਤ ਕੀਤਾ। ਫਿਰ ਸਟਾਰਟਿੰਗ 'ਚ ਏਰੀਆ 'ਚ ਹੋਰ ਅੱਗੇ ਐਕਸਪੈਂਡ ਕਰਨ ਦੀ ਕੋਸ਼ਿਸ਼ ਕੀਤੀ ਕਿ ਲਾਈਏ। ਫਿਰ ਤੁਹਾਨੂੰ ਤਾਂ ਨਿਊਟ੍ਰੀਸ਼ਨਸ ਬਾਰੇ ਵੀ ਤੁਹਾਨੂੰ ਕਾਫੀ ਪਤਾ ਹੋਊਗਾ ਕਿ ਨਿਊਟ੍ਰੀਸ਼ਨ ਬਾਰੇ ਬਿਲਕੁਲ। ਚਾਹ ਬਾਰੇ ਦੱਸਿਓ ਕਿ ਚਾਹ ਕਿੰਨੀ ਨਿਊਟ੍ਰੀਸ਼ੀਅਸ ਥਿੰਗ। ਦੇਖੋ ਨਿਊਟ੍ਰੀਸ਼ਨ ਦਾ ਮੈਂ ਖੁਦ ਨਿਊਟ੍ਰੀਸ਼ਨ ਦੀ ਪੋਸਟ ਸਟੱਡੀ ਕੀਤੀ ਆ। Being in the IT guy, I studied financial market, then went into the gym industry. ਮੈਂ ਖੁਦ reps qualified instructor ਸੀਗਾ ਲਾਈਕ ਕਰਕੇ ਮੈਂ ਖੁਦ ਇੱਦਾਂ ਮੇਰਾ ਕੰਮ ਜਿਹੜੇ ਕਿਉਂਕਿ ਕੰਮ ਕਰਦੇ ਮੈਨੂੰ ਨੌਲੇਜ ਹੋਵੇ ਚੀਜ਼ ਦੀ। ਮੈਂ ਉਦੋਂ ਉਹਦੇ ਬਾਰੇ ਸਟੱਡੀ ਕਰਨੀ ਸ਼ੁਰੂ ਕੀਤੀ। ਦੈਨ ਫਿਰ ਨਿਊਟ੍ਰੀਸ਼ਨ ਕੁਆਲੀਫਾਈਡ ਤਾਂ ਨਹੀਂ ਹੈਗਾ ਬਟ ਆਈ ਨੋ ਕੁਆਇਟ ਲੋ ਅਬਾਊਟ ਨਿਊਟ੍ਰੀਸ਼ਨ ਬਿਕਾਜ਼ ਮੇਰੀ ਨਿਊਟ੍ਰੀਸ਼ਨ ਮੈਨੂਫੈਕਚਰਿੰਗ ਦਾ ਕੰਮ ਸੀਗਾ। ਆਪਣਾ ਮੈਂ ਸਟਾਰਟ ਕੀਤਾ ਜਦੋਂ ਵੀ ਜਿਮ ਇੰਡਸਟਰੀ ਕਨੈਕਟ ਕੀਤੀ। ਫਿਰ ਆਈਡੀਆ ਦਿਮਾਗ 'ਚ ਹੋਰ ਆਏ ਕਿ ਆਪਾਂ ਹੋਰ ਕਿੱਦਾਂ ਬੈਟਰ ਕਰ ਸਕਦੇ ਚੀਜ਼ਾਂ ਨੂੰ। ਸੋ ਮੈਨੂੰ ਸੀਗਾ ਕਿ ਇੱਕ ਨਿਊਟ੍ਰੀਸ਼ਨ ਲਾਈਨ ਵਿਦ ਆਈਡੀਅਲ ਲਾਈਫ ਕਲੀਨ ਹੈਲਥੀ ਡਾਇਟ ਉਹ ਚੀਜ਼ਾਂ ਦੇ ਰਿਲੇਟਿਡ। ਸੋ
ਉਹ ਇੱਕ ਸੀਗੀ ਜਰਨੀ, ਅਨਦਰ ਜਰਨੀ ਜੋ ਕਿ ਥੋੜਾ ਜਿਹਾ ਅਪ ਐਂਡ ਡਾਊਨ ਰਹੀ ਹੈ ਬਿਕਾਜ਼ ਆਫ ਕੋਵਿਡ ਸਿਨੈਰੀਓ ਐਜ਼ ਵੈਲ, ਬਟ yeah, it was a nice journey actually, nutrition manufacturing. I enjoyed that journey in life. ਚਾਹ ਦੇ ਵਿੱਚ ਕਿੰਨੇ ਨਿਊਟ੍ਰੀਸ਼ਨ ਹੈਗੇ ਆ ਆਪਣੇ ਥੋੜਾ ਜਿਹਾ ਸਰੋਤਿਆਂ ਨੂੰ ਦੱਸਿਆ ਜਾਵੇ। ਚਾਹ ਵੀਰ ਵਾਲੀ ਚਾਹ ਨੋ ਵੀ ਦੇਖੋ ਹਰਬਲ ਟੀ ਔਰ ਦੇਸੀ ਟੀ, ਗ੍ਰੀਨ ਟੀ, there are so many teas out there। ਹੁਣ ਦੇਖੋ ਮੈਂ ਹੋ ਖੁਦ ਚਾਹ ਰਹਿੰਦਾ, ਮੈਂ ਕੀ ਖਵਾ ਕੇ ਦੇ ਦੋ, ਕਿਉਂਕਿ ਉਹ ਦੇਖੋ ਉਹ ਆਪਣਾ ਦੇਖੋ ਇੱਕ ਨਾ ਕਨੈਕਸ਼ਨ ਹੈ ਗੱਲ ਕਰਨ ਦਾ। ਆਪਾਂ ਕਿਸੇ ਦੇ ਘਰ ਜਾਂਦੇ ਹਾਂ, ਸਭ ਤੋਂ ਪਹਿਲੀ ਚੀਜ਼ ਕਹਿੰਦੇ ਚਾਹ, ਜੇ ਕਿਸੇ ਦੇ ਚਾਹ ਦੀ ਕੁਛ ਹੀ ਤਰ੍ਹਾਂ ਕਹਿੰਦੇ ਚਾਹ ਪਹਿਲੇ ਕੁਛ ਹੈ, ਸੋ ਉਹ ਚੀਜ਼ ਆਪਾਂ ਇੱਕ ਇੰਕਲੂਡ ਨੇ ਉਹ ਆਪਣੀ ਕਹਿ ਲਓ ਕਿ ਇੱਕ ਗਿਰਸੇ ਚਾਹੀਦੀ ਇੱਕ ਚੀਜ਼, ਉਹ 'ਚ ਆਪਾਂ ਨਿਊਟ੍ਰੀਸ਼ਨ ਦੀ ਕਾਊਂਟ ਕਰਾਂਗੇ ਉਹਦੇ ਅੰਦਰ ਆਪਾਂ ਕਹਾਂਗੇ ਕਿ ਸਾਡੀ ਕਨਵਰਸੇਸ਼ਨ ਆ ਚਾਹ ਤੇ ਚਰਚਾ ਹਨ, ਜਿੰਨਾ ਕੋਈ ਚਾਹ ਪੀ ਹੈ ਸੋ ਆਪਣੀ ਵੀ ਚਾਹ ਤੇ ਚਰਚਾ। ਕਹਿੰਦੇ ਚਰਚਾ ਚੱਚੇ ਤੋਂ ਬਿਨਾਂ ਚਾਹ ਨਹੀਂ, ਚਰਚਾ ਤੋਂ ਬਿਨਾਂ ਚਾਹ ਤਾਂ ਵੀ ਨਹੀਂ ਹੈ। ਉਹ ਇੱਕ ਮਾਧਿਅਮ ਕਹਿ ਲਓ ਕਿ ਇੱਕ ਸੋਰਸ ਆ ਕਨਵਰਸੇਸ਼ਨ ਕਰਨ ਨਹੀਂ। ਆਪਾਂ ਮਤਲਬ ਦੇਸੀ ਚਾਹ ਤੋਂ ਬਿਨਾਂ ਆਪਾਂ ਹਰਬਲ ਟੀ ਵੀ ਤਾਂ ਲੈ ਸਕਦੇ। green tea is probably the best one. I like ਮੈਂ ਕੁਛ ਹੋਰ ਵੀ ਚੀਜ਼ ਐਕਸਪੈਰੀਮੈਂਟ ਕਰਦਾ ਹਾਂ ਚੀਜ਼ਾਂ ਨਾਲ ਕਿ ਜੇ ਪਰਸਨਲ ਲੈਵਲ ਤੇ ਦੇਖੋ ਆ ਤੇ ਚਲੋ ਆਪਾਂ ਨੋਰਮਲੀ ਕਰਦੇ ਹਾਂ ਕੁਝ ਚੀਜ਼ਾਂ ਹੁੰਦਾ ਕਿ ਮੈਨੂੰ ਕਹਿੰਦਾ ਕਿ ਜੇ ਤੁਹਾਡੇ ਕੋਲ ਸੋਰਸ ਹੋਵੇ I would say try with at least green tea की daily that green tea to start हो गए तब एनर्जेटिक रखनी चीज़ में ग्रीन टी या फिर ब्लैक कॉफ़ी। हाँ कोई कैफीन नहीं हैंडल कर पाता, मैं पर्सनली कैफीन नहीं हैंडल कर पाता, सो ब्लैक कॉफ़ी और कैफीन ये पर चाह ਦੇ ਵਿੱਚ ਵੀ ਕੈਫੀਨ ਹੈ ਕਿ ओरिजिनली ब्लैक टी ब्लैक कॉफ़ी like मैं चाह पी सकता पर I can't handle black coffee, so ਟੋਲਰੈਂਸ ਵੀ ਹੋ ਜਾਂਦੀ ਚੀਜ਼ ਦੀ ਕਿ ਵਾਰ ਇੱਕ ਬੰਦੇ ਨੇ ਕੈਫੀਨ ਬੂਸਟ ਤੋਂ ਕਿੰਨਾ ਕੋ ਹੈਂਡਲ ਕਰ ਸਕਦਾ, ਸੋ ਚੀਜ਼ ਵੀ ਬੈਟਰ ਕਰਦੀ ਕਿ ਚੁੱਪ ਬੰਦੇ ਜ਼ੀਰੋ ਕੈਫੀਨ ਹੈਂਡਲ ਕਰ ਪਾਉਂਦੇ, ਚਾਹ ਵੀ ਪੀ ਪਾਉਂਦੇ। ਹਾਂ ਕਈਆਂ ਦਾ ਆਫਕੋਰਸ ਚਾਹ ਦੇ ਉੱਤੇ ਵੀ ਹੁੰਦਾ ਕਿ ਮੇਨਲੀ ਇੱਦਾਂ ਹੋ ਜਾਂਦਾ ਕਿ ਚਾਹ ਦੇ ਵਿੱਚ ਜਦੋਂ ਆਈ ਥਿੰਕ ਵਟ ਆਈ ਫੀਲ ਕਿ ਚਾਹ ਦੇ ਵਿੱਚ ਜਦੋਂ ਦੁੱਧ ਪਾ ਕੇ ਉਹਨੂੰ ਉਬਾਲੇ ਦਿੱਤੇ ਜਾਂਦੇ ਆ। ਦੇਖੋ ਇਹ ਤਾਂ ਦੇਖੋ ਜੇ ਆਪਾਂ ਪੁਰਾਣਾ ਦੇਖੀਏ ਤਾਂ ਆਪਣੇ ਚਾਹ ਸੀਗੀ ਨਹੀਂ ਕਦੀ ਤਾਂ ਕਣਾ ਫਿਰਦੇ ਹਨ। ਹਾਂ ਚਾਹ ਤੇ ਚਲੋ ਬੋਰੀਅਨ ਦਾ ਸਟਾਈਲ ਹੈ ਨਾ, ਆਪਾਂ ਦੂਜੀ ਕਿਤੇ ਕਹਿੰਦੇ ਚਾਹ ਦੁੱਧ ਪੈਂਦਾ ਨਹੀਂ ਕਿਤੇ ਮੁੱਲ ਨਹੀਂ, ਤੁਸੀਂ ਦੇਖੋ ਟਰਕੀ ਚੱਲ ਦੋ ਜਾਂ ਬੋਟ ਕਿਤੇ ਚੱਲ ਦੋ, ਉਹਨਾਂ ਦਾ ਸਟਾਈਲ ਡਿਫਰੈਂਟ ਹੈ, ਸੋ ਇਹ ਤਾਂ ਲਾਈਕ ਦਿਸ ਇਜ਼ ਲਾਈਕ ਐਨ ਇੰਗਲਿਸ਼ ਸਟਾਈਲ। ਕਿਉਂਕਿ ਦੁੱਧ ਉਹੀ, ਕਿਉਂਕਿ ਇਹਨਾਂ ਨੇ ਤਾਂ ਦੇਖੋ ਇਹਨਾਂ ਦਾ ਟੀ ਪੋਟ ਹੁੰਦੇ ਸੀ, ਠੀਕ ਹੈ ਨਾ, ਇਹਨਾਂ ਦਾ ਟੀ ਪੋਟ ਦੇ ਵਿੱਚ ਓਨਾ ਹੀ ਦੁੱਧ ਪਾਉਣਾ ਆ, ਉਹਨਾਂ ਦੁੱਧ ਨੂੰ ਉਬਾਲਣਾ ਆ, ਪਰ ਆਪਣੇ ਸਾਰਿਆਂ ਨੇ ਚਾਹ ਵੀ ਤੜਕਾ ਲਗਾ ਕੇ ਕਹਿੰਦੇ ਚਾਹ ਵੀ ਤੜਕੇ ਤੋਂ ਬਿਨਾਂ ਨਹੀਂ ਪੀਣੀ, ਉਹ ਗੱਲ ਆ ਜਾਂਦੀ ਹੈ ਨਾ। ਮੈਂ ਚਲੋ ਆਪਣਾ ਸਟਾਈਲ ਆ ਸਾਰਿਆਂ ਦਾ, ਪਰ ਆਈ ਵੁੱਡ ਸੇ ਕਿ ਜਿੱਦਾਂ ਤੁਸੀਂ ਕਿਹਾ ਨਾ ਨਿਊਟ੍ਰੀਸ਼ਨ ਦੀ ਤੁਹਾਨੂੰ ਇੰਨੀ ਨੌਲੇਜ ਹੈਗੀ ਆ, ਸੋ ਉਹਦੇ ਲਈ ਆਈ ਵੁੱਡ ਸੇ ਕਿ ਵੀ ਹਾਂ ਤੁਹਾਨੂੰ ਦੱਸਣਾ ਚਾਹੀਦਾ ਵੀ ਦੇਖੋ ਕਿ ਜਿੰਨਾ ਵਕਤ ਬਾਅਦ ਤੁਸੀਂ ਆਪਣੀ ਬੋਡੀ ਦਾ ਖਿਆਲ ਰੱਖੋਗੇ ਨਾ, ਉਸ ਤੋਂ ਬੈਸਟ ਟੂਲ ਕੁਛ ਨਹੀਂ ਹੈਗਾ ਤੁਹਾਡੇ ਕੋਲ। ਆਪਾਂ ਗੱਲ ਕਰਦੇ ਕਿ ਬੈਸਟ ਲਗਜ਼ਰੀ ਲਾਈਫ, ਬੈਸਟ ਲਾਈਫ ਕੀ ਆ, ਕਿਸੇ ਨੇ ਇਹ ਵੀ ਸੋਚਣ ਦੀ ਕੋਸ਼ਿਸ਼ ਕੀਤੀ ਬੈਸਟ ਲਾਈਫ ਦਾ ਮੀਨਿੰਗ ਕੀ ਆ। ਹਾਂ ਬੈਸਟ ਲਾਈਫ ਦਾ ਮੀਨਿੰਗ ਕੀ ਤੁਹਾਡੀ ਬੋਡੀ ਬਿਲਕੁਲ ਨਹੀਂ, ਤੁਸੀਂ ਫਿੱਟ ਹੋ ਨਾ ਤੇ ਸਾਰਾ ਕੁਝ ਚੰਗਾ ਲੱਗ ਜਾ, ਤੁਹਾਨੂੰ ਵੈਲਥ ਵੀ ਚੰਗੀ ਲੱਗੂਗੀ, ਤੁਹਾਨੂੰ ਹੌਲੀ ਨਹੀਂ ਆਂਗਾ ਲੱਗੂਗਾ। ਕਿ ਤੁਸੀਂ ਫਿੱਟ ਨਹੀਂ ਹੈਗੇ ਤੁਹਾਨੂੰ ਕੁਛ ਨਹੀਂ ਚੰਗਾ ਲੱਗਣਾ, ਡਜ਼ਨਟ ਮੈਟਰ ਤੁਸੀਂ ਕਿੰਨਾ ਤੁਹਾਡੇ ਕੋਲ ਪੈਸਾ ਹੈਗਾ, ਪਰ ਯੂਰ ਮੋਸਟ ਇੰਪੋਰਟੈਂਟ ਜਰਨੀ ਇਜ਼ ਯੋਰ ਬੋਡੀ। ਬਿਕੋਜ਼ ਤੁਸੀਂ ਦੇਖੋ ਹੈਲਥ ਇਜ਼ ਵੈਲਥ, ਆਪਾਂ ਆਪਣੀ ਫੂਡ ਵੀ ਚੇਂਜ ਹੁੰਦਾ, ਆਪਣੀ ਡਾਇਟ ਚੇਂਜ ਹੁੰਦੀ ਹੈ, ਏਜ ਦੇ ਅਕੋਰਡਿੰਗ ਆਪਣੀ ਚੀਜ਼ਾਂ ਚੇਂਜ ਹੁੰਦੀਆਂ, ਸੋ ਨਿਊਟ੍ਰੀਸ਼ਨ ਦਾ ਮਤਲਬ ਕੀ ਹੈ ਕਿ ਤੁਹਾਡੀ ਬੋਡੀ ਦੇ ਸੋਰਸਿਸ ਨੂੰ ਪੂਰਾ ਕਰਨਾ। ਆਪਣੀ ਨਿਊਟ੍ਰੀਸ਼ਨ ਨਾਲ ਮੇਰਾ ਡੇਲੀ ਸਟਾਰਟ ਹੁੰਦਾ ਕਿ ਲਾਈਕ ਆਈ ਨੀਡ ਟੂ ਹੈਵ ਏ ਸ਼ੇਕ ਇਨ ਦ ਮੋਰਨਿੰਗ, ਜੋ ਕਿ ਨਿਊਟ੍ਰੀਸ਼ਨ ਸ਼ੇਕ ਹੈ, ਜਿਸ ਵਿੱਚ ਚੀਆ ਸੀਡਸ ਆ, ਆਲਮੰਡਸ ਆ, ਵਾਲਨਟਸ ਆ, ਫਿਰ ਆਪਾਂ ਫਲੈਕਸੀ ਬਣਾਉਣਾ ਲਾਈਕ ਸਾਰਾ ਬਣਾ ਕੇ ਮੇਰਾ ਮਾਰਨਿੰਗ ਸ਼ੇਕ ਆ, ਮੇਰੀ ਮੀਲ ਆ ਮਾਰਨਿੰਗ, ਦੈਟਸ ਲਾਈਕ ਮਾਈ ਬੂਸਟ ਫॉर द ਮੋਰਨਿੰਗ। ਜਿਹਦਾ ਤੁਸੀਂ ਆਪਾਂ ਪਿੰਨੀ ਵੀ ਖਾ ਸਕਦੇ ਹਾਂ ਚਾਹ ਦੇ ਨਾਲ, ਬਿਲਕੁਲ ਸਾਰਾ ਕੁਝ ਹੀ ਉਹਦੇ ਵਿੱਚ, ਸੋ ਉਹ ਦੇਖੋ ਪਾਣੇ ਚੱਲਦੀ ਸੀ ਪਰ ਉਹਦਾ ਰੀਜ਼ਨ ਸੀਗਾ, ਪਰ ਹੁਣ ਜਿਹਦਾ ਫਾਸਟ ਫੂਡ ਬਹੁਤ ਆ ਗਿਆ, ਹਰ ਕਿਸ ਕੋਲ ਟਾਈਮ ਨਹੀਂ ਹੈਗਾ, ਉਹ ਕਹਿੰਦਾ ਕਿ ਮੈਨੂੰ ਕੁਇਕ ਚਾਹੀਦਾ। ਯਾ quick is the problem in it, ਪ੍ਰੋਬਲਮ ਤੋਂ ਤੇ ਸਾਰਾ ਦੇ ਲਾ ਦੇ quick ਹੋਣ ਨਹੀਂ ਚੀਜ਼ਾਂ ਨਹੀਂ, ਟਾਈਮ ਨੂੰ ਬੈਲੈਂਸ ਆਊਟ ਕਰਨਾ ਜ਼ਰੂਰੀ। ਨਿਊਟ੍ਰੀਸ਼ਨ ਕੀ ਆ, ਤੁਹਾਡੀ ਬੋਡੀ ਦੀ ਰਿਕੁਆਇਰਮੈਂਟ, ਤੁਹਾਡੀ ਬੋਡੀ ਨਹੀਂ ਫਿਟ ਹੈਗੀ, ਤੁਸੀਂ ਮੈਂਟਲੀ ਫਿਟ ਨਹੀਂ ਰਹੋਗੇ ਕਦੀ ਵੀ। ਯਾ that's the main point actually, ਤੁਸੀਂ ਫੋਕਸ ਨਹੀਂ ਕਰ ਪਾਉਂਗੇ yeah ਜਰਨੀ ਕਰਨੇ ਕਦੀ। what do you enjoy most in your business? my passion of learning new things. oh wow, ਮੈਂ ਕਦੀ ਬਿਜ਼ਨਸ ਨੂੰ ਐਜ਼ ਅ ਬਿਜ਼ਨਸ ਨਹੀਂ ਲੈਣਾ, ਦੇਖੋ ਫੇਲਿਅਰਸ ਵੀ ਹੁੰਦੇ ਆ ਤੇ ਬੰਦਾ ਸਿੱਖਦਾ ਵੀ ਹੈ, ਸੋ ਮੇਰਾ ਹੁੰਦਾ ਕਿ ਮੈਂ ਐਵਰੀ ਬਿਜ਼ਨਸ ਨੂੰ ਐਜ਼ ਅ ਪੈਸ਼ਨ ਲੈ ਕੇ ਚੱਲਣਾ, ਚਾਹੇ ਉਹ IT ਦਾ, ਫਾਈਨੈਂਸ਼ੀਅਲ ਟੈਕਨੋਲੋਜੀ ਆ, ਫਾਈਨੈਂਸ਼ੀਅਲ ਮਾਰਕੀਟ ਆ,
ਚਾਹੇ ਉਹ ਰੀਅਲ ਐਸਟੇਟ ਹੈਗਾ ਵਾ, ਚਾਹੇ ਮੇਰੀ ਪਰਸਨਲ ਗਰੋਥ ਆ, ਪਰ ਉਹ ਮੇਰਾ ਹਰ ਇੱਕ ਚੀਜ਼ ਮੇਰੇ ਪੈਸ਼ਨ ਨਾਲ ਕਨੈਕਟਡ ਆ। ਹਰ ਇੱਕ ਚੀਜ਼ ਨੂੰ ਪੈਸ਼ਨ ਨਾਲ ਸਟਾਰਟ ਕੀਤੀ। ਬੱਚਾ ਕਹਿੰਦਾ ਨਾ ਕਿ ਲਾਈਕ ਇੱਕ ਬੱਚੇ ਨੂੰ ਪਾਲਣਾ, ਸੋ ਮੇਰੇ ਲਈ ਵੀ ਇੱਕ ਚੀਜ਼ ਉਹੀ ਚੀਜ਼ ਹੋ ਰਹੀ ਕਿ ਉਹ ਮੇਰੇ ਪੈਸ਼ਨ ਨਾਲ ਚੀਜ਼ ਪਾਲਦੀ ਹੈ ਕਿ ਮੇਰਾ ਪੈਸ਼ਨ ਨਾਲੇ ਰਾਈਟ ਟੀਮ ਬੜੀ ਹੋਣੀ ਜ਼ਰੂਰੀ ਹੈ ਰਹਿਣਾ, ਤੇ ਉਹ ਤੁਹਾਨੂੰ ਬਹੁਤ ਇਫੈਕਟ ਕਰਦੀ ਚੀਜ਼ ਹੈ। ਤੁਹਾਡੀ ਲਾਈਫ ਵਿੱਚ ਕੋਈ ਰੋਲ ਮਾਡਲ ਰਿਹਾ ਹਾਲੇ ਤੱਕ ਜੇ ਤੁਸੀਂ ਸੋਚੋ ਕਿ ਮੈਂ ਇਸ ਇਨਸਾਨ ਵਰਗਾ ਬਣਨਾ ਆ? ਦੇਖੋ, ਸਭ ਤੋਂ ਵੱਡਾ ਰੋਲ ਮਾਡਲ ਹਰ ਇੱਕ ਬੰਦੇ ਦਾ ਹੁੰਦਾ ਉਹਦਾ ਪਿਓ। ਬੰਦਾ ਕਹਿੰਦਾ ਕਿ ਉਸ ਬੰਦੇ ਨੇ ਸਾਰਾ ਕੁਝ ਕੀਤਾ ਤੇ ਉਸ ਨੂੰ ਅੱਗੇ ਐਗਜ਼ਾਮਪਲ ਲੈ ਮੁੰਡਾ ਕਿਤਾ ਹੁੰਦਾ, ਠੀਕ ਹੈ ਨਾ। ਸੋ ਉਹ ਕਦੀ ਕਹਿ ਨਹੀਂ ਪਾਉਂਦਾ ਕਿ ਸੋ ਚੀਜ਼ ਹੈਗੀ ਆ, ਮੇਰੇ 'ਚ ਵੀ ਹੈਗੀ ਆ। ਮੈਂ ਆਪਣੇ ਪਿਓ ਨੂੰ ਕਦੀ ਕਹਿ ਨਹੀਂ ਪੜਿਆ ਨਹੀਂ ਅੱਜ ਵੀ ਕਹਾਂ ਕੀ ਕਿ ਰੋਲ ਮਾਡਲ ਤੇ ਬੰਦਾ ਉਹੀ ਹੈ ਨਾ। ਸੌਰੀ ਕਿ ਰੋਲ ਮਾਡਲ ਇੱਕ ਪੈਰੈਂਟਸ ਦਾ ਰੋਲ ਮਾਡਲ ਸਾਰੇ ਨਾਲੋਂ ਆਪਾਂ ਨੂੰ ਪਹਿਲਾਂ ਘਰ ਦੇ ਵਿੱਚ ਹਮੇਸ਼ਾ ਆਪਣੇ ਪੈਰੈਂਟਸ ਹੀ ਆਪਾਂ ਨੂੰ ਹੁੰਦੇ ਆ ਕਿ ਰੋਲ ਮਾਡਲ ਹੈਗੇ ਆ, ਕਿਉਂਕਿ ਸਾਡੇ ਉਹੀ ਹੈ। ਇੱਕ ਚੀਜ਼ ਆ ਜਾਂਦੀ ਕਿ ਬੰਦਾ ਬਾਹਰੋਂ ਜਿੰਨਾ ਮਰਜ਼ੀ ਸਿੱਖ ਲੈ, ਪਰ ਜੋ ਤੁਸੀਂ ਉਹਨਾਂ ਕੋਲ ਸਿੱਖੋਗੇ ਨਾ ਉਹ ਚੀਜ਼ ਕਿਸੇ ਹੋਰ ਨਹੀਂ ਸਿੱਖ ਸਕਦਾ। ਮੈਂ ਅੱਜ ਵੀ ਕਹਿੰਦਾ ਚੀਜ਼ ਨੂੰ, ਮੈਂ ਕਦੀ ਉਹ ਚੀਜ਼ ਨੂੰ ਐਕਸਪਲੋਰ ਨਹੀਂ ਕੀਤਾ, ਪਰ ਰੈਂਡਮਲੀ ਰੈਂਡਮਲੀ ਚੀਜ਼ ਹੋ ਗਈ ਤੁਸੀਂ ਉਹਦੇ ਸੰਨ ਕਰ ਲਿਆ ਫਿਰ ਹੈ। That's why it was nice journey. What he have done for us to be here, what he have sacrificed, ਉਹ ਚੀਜ਼ ਰੋਲ ਮਾਡਲ ਤੋਂ ਹੀ। ਓਕੇ, ਫਿਰ ਜਿਹੜਾ ਤੁਸੀਂ ਹੁਣ ਆਪਣਾ ਅੱਜ ਤੁਸੀਂ ਕਹਿ ਸਕਦੇ ਹੋ ਕਿ ਜੋ ਤੁਸੀਂ ਬਣੇ ਹੋਏ ਹੋ ਇਹ ਉਹਨਾਂ ਦੇ ਉਹੀ ਵੈਲਿਊਜ਼ ਕਿੱਥੋਂ ਮਿਲੀਆਂ ਫਿਰ? ਯਾ ਮੇਰ ਉਹ ਆਉਂਦੇ ਨੇ ਕਿ ਵੈਲਿਊਜ਼ ਕਿੱਥੋਂ ਮਿਲੀਆਂ, ਕਿ ਇਜ਼ਾ ਆਪਾਂ ਮੇਰਾ ਦਾਦਾ ਕਹਿ ਲਓ, ਮੇਰਾ ਨਾਨਾ ਕਹਿ ਲਓ। ਸੋ ਇੱਕ ਰੋਲ ਮਾਡਲਸ ਉਹੀ ਆਉਂਦੇ ਕਿ ਤੁਸੀਂ ਆਪਣੀ ਫੈਮਿਲੀ ਤੋਂ ਉਹਨਾਂ ਨੂੰ ਕਿੱਦਾਂ ਦੇਖਿਆ, ਤੁਸੀਂ ਉਹਨਾਂ ਨੂੰ ਲਾਸਟ ਕਿੱਦਾਂ ਦੇਖਿਆ, ਤੁਸੀਂ ਆਪਣੇ ਪਿਓ ਨੂੰ ਕਿੱਦਾਂ ਦੇਖਿਆ, ਤੁਸੀਂ ਆਪਣੀ ਫੈਮਿਲੀ ਨੂੰ ਕਿੱਦਾਂ ਦੇਖ ਕੇ ਗਰੋ ਹੋ ਰਹੇ ਹੋ। ਬਹੁਤ ਮੈਟਰ ਕਰਦਾ ਤਾਂ এনवायरमेंट ਦਾ। ਯਾ এনवायरमेंटਲੀ ਆਫ ਕੋਰਸ, ਜਿੱਦਾਂ ਪਹਿਲਾਂ ਆਪਾਂ ਆਫ ਕੋਰਸ ਪਹਿਲਾਂ ਇਹੀ ਕਹਿੰਦੇ ਆ ਨਾ ਕਿ ਪੈਰੈਂਟਸ ਤੁਹਾਡੇ ਫਸਟ ਟੀਚਰ ਹੁੰਦੇ ਆ। ਸੋ ਟੀਚਰ ਨੂੰ ਦੇਖਣਾ ਔਰ ਉਹਨਾਂ ਦੇ ਕੋਲੋਂ ਲਰਨ ਕਰਨਾ, ਉਹਦੇ ਨਾਲ ਉਹ ਜੇ ਤੁਹਾਡੇ ਪੈਰੈਂਟਸ ਉੱਦਾਂ ਦੇ ਹੋ ਨਾ ਦੇਖੋ ਨਾ ਕਿ ਤਾਂ ਬਹੁਤ ਵਧੀਆ ਚੀਜ਼ ਹੈਗੀ। ਪਰ ਆਈ ਅੰਡਰਸਟੈਂਡ ਕੁਝ ਮੈਂ ਐਕਸਪੀਰੀਅੰਸ ਕੀਤੇ ਕੁਝ ਲੋਕਾਂ ਨਾਲ, ਕੁਝ ਫਰੈਂਡਸ ਨਾਲ ਵੀ, ਕਿਉਂਕਿ ਉਹਨਾਂ ਦੇ ਉਹ ਕਹਿੰਦੇ ਕਿ ਸਾਡੇ ਰੋਲ ਮਾਡਲ ਕਦੀ ਰਹੀ ਨਹੀਂ ਉਹ ਯੈਸ, ਇਹੀ ਮੈਂ ਤੁਹਾਨੂੰ ਕਹਿਣ ਉਹ ਰਹੀ ਵੀ ਨਹੀਂ, ਕਿਉਂਕਿ ਉਹਦਾ ਰੀਜ਼ਨ ਮੈਂ ਅੰਡਰਸਟੈਂਡ ਕਰਦਾ। ਸਪੈਸ਼ਲੀ ਤੁਸੀਂ ਬਾਹਰਲੇ ਮੁਲਕ 'ਚ ਆਏ ਅੰਡਰਸਟੈਂਡ ਕਿ ਬੰਦਾ ਕਹਿੰਦਾ ਕਿ ਬਿਜ਼ੀ ਹੈ ਲਾਈਫ, ਇੰਨੀ ਬਿਜ਼ੀ, ਪਰ ਇੰਨੀ ਵੀ ਬਿਜ਼ੀ ਨਾ ਕਰੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਟਾਈਮ ਨਾ ਦੇ ਸਕੋ, ਆਪਣੀ ਫੈਮਿਲੀ 'ਚ ਟਾਈਮ ਨਾ ਦੇ ਸਕੋ, ਬਟ ਐਟ ਦ ਸੇਮ ਟਾਈਮ ਤੁਸੀਂ ਉਹਨਾਂ ਨੂੰ ਐਜੂਕੇਟ ਨਾ ਕਰ ਸਕੋ। ਕਿਉਂਕਿ ਉਹ ਕਮਾਈ ਉਹਦੇ ਕੰਮ ਆਉਗੀ ਨਾ ਕਿ ਜੇ ਤੁਸੀਂ ਉਹਨਾਂ ਨੂੰ ਐਜੂਕੇਟ, ਕਿਉਂਕਿ ਜੇ ਮੈਂ ਅੱਜ ਕੁਝ ਸਿੱਖ ਰਿਹਾ, ਮੈਂ ਤੁਹਾਨੂੰ ਮੇਰੀ ਪਹਿਲੀ ਐਗਜ਼ਾਮਪਲ ਚੀਜ਼ ਉਹ ਚੀਜ਼ ਹੈ ਕਿ ਮੈਨੂੰ ਹੁੰਦਾ ਕਿ ਮੇਰੇ ਤੋਂ ਕੌਣ ਕੀ ਸਿੱਖ ਰਿਹਾ, ਮੈਂ ਕਿਸੇ ਨੂੰ ਕਿੱਦਾਂ ਇੰਪੈਕਟ ਕਰ ਰਿਹਾ ਚੀਜ਼ 'ਤੇ, ਉਹਦੀ ਲਾਈਫ 'ਚ ਕਿੱਦਾਂ ਇੰਪੈਕਟ ਹੋ ਰਿਹਾ। ਕਿ ਜੇ ਮੇਰੀ ਕੋਈ ਕਨਵਰਸੇਸ਼ਨ ਜੇ ਕਿਸੇ ਨੂੰ ਇੰਪੈਕਟ ਕਰ ਰਹੀ ਹੈ, ਬੀ ਦ ਹੈਪੀ ਪਰਸਨ। ਸੋ ਜਦੋਂ ਤੁਸੀਂ ਯੂਨੀਵਰਸਿਟੀ ਬਾਰੇ ਤੁਸੀਂ ਆਪਣੀ ਗੱਲ ਕਰਦੇ ਹੋ, ਯੂਨੀਵਰਸਿਟੀ ਦੇ ਵਿੱਚ ਆਫ ਕੋਰਸ ਇਨਸਾਨਾਂ ਨੂੰ ਬਹੁਤ ਜ਼ਿਆਦਾ ਕੁਝ ਸਿੱਖਣਾ ਪੈਂਦਾ ਆ। ਇੱਕ ਆਫ ਕੋਰਸ ਇੱਕ ਇੰਡੀਆ ਤੋਂ ਆ ਕੇ ਔਰ ਇੱਥੇ UK ਦੇ ਵਿੱਚ ਰਹਿ ਕੇ ਸਾਰੀਆਂ ਬਹੁਤ ਜ਼ਿਆਦਾ ਅਲੱਗ-ਅਲੱਗ ਕਹਿੰਦੇ ਦੇਸ਼ਾਂ ਤੋਂ ਇੱਥੇ ਬੱਚੇ ਵੀ ਆਉਂਦੇ ਆ, ਹੈ ਨਾ। ਸੋ ਇਟਸ ਆਲਵੇਜ਼ ਕੰਪਲੀਟਲੀ ਡਿਫਰੈਂਟ ਕਿ ਤੁਹਾਡੇ ਫਰੈਂਡਸ ਨਿਊ ਬਣਦੇ ਆ, ਕੰਟਰੀ ਚੇਂਜ ਹੋ ਜਾਂਦੀ ਆ, ਸਾਰਾ ਕੁਛ ਬਹੁਤ ਅਪ ਐਂਡ ਡਾਊਨ ਚੀਜ਼ਾਂ ਹੁੰਦੀਆਂ ਤੁਹਾਡੀ ਲਾਈਫ ਦੇ ਵਿੱਚ, ਹੈ ਨਾ। ਸੋ ਜੋ ਅੱਜ ਦੇ ਬੱਚੇ ਨੇ ਹੁਣ ਜਿਹੜੇ ਚਲੋ ਜੋ ਇੱਥੇ ਹੈਗੇ ਆ, ਪਲ ਰਹੇ ਆ, ਔਰ ਜੋ ਨੀਅਰਲੀ 17 ਆ 18 ਆ, ਜੋ ਆਪਣੇ ਕਰੀਅਰ ਬਾਰੇ ਸੋਚ ਰਹੇ ਆ ਕਿ ਅਸੀਂ ਆਈ ਵਾਂਟ ਟੂ ਬਿਕਮ ਦਿਸ, ਆਈ ਵਾਂਟ ਟੂ ਬਿਕਮ ਦੈਟ, ਹੈ ਨਾ। ਸੋ ਉਹਨੂੰ ਤੁਸੀਂ ਉਹਨਾਂ ਨੂੰ ਕੀ ਆਪਣੇ ਵੱਲੋਂ ਉਹਨਾਂ ਨੂੰ ਮੈਂਟਰਸ਼ਿਪ ਬਾਰੇ ਦੱਸੋ ਥੋੜ੍ਹਾ ਜਿਹਾ, ਜਾਂ ਤੁਸੀਂ ਉਹਨਾਂ ਨੂੰ ਕੀ ਲਾਈਕ ਇਸ ਤਰੀਕੇ ਦੀ ਕੋਈ ਐਗਜ਼ਾਮਪਲ ਦਿਓ ਉਹਨਾਂ ਨੂੰ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਲੱਗੇ ਕਿ ਉਹ ਐਕਸਪਲੋਰ ਕਿਸ ਤਰੀਕੇ 'ਚ ਕਰਨ। ਦੇਖੋ, ਨਹੀਂ ਤੁਹਾਨੂੰ ਬੈਸਟ ਏਜ ਜਿਹੜੀ ਤੁਸੀਂ ਗਏ ਹੋ, ਦਿਸ ਇਜ਼ ਦ ਬੈਸਟ ਏਜ ਟੂ ਐਕਸਪਲੋਰ। 20 ਤੋਂ 25 ਸਾਲ ਵਾਲੀ ਉਮਰ ਜਿਹੜੀ ਹੈਗੀ ਨਾ, ਐਕਸਪਲੋਰ ਕਰਨ ਦੀ ਆ। ਮੈਂ ਐਕਸਪਲੋਰ ਕੀਤਾ ਸੀ ਉਸ ਵੇਲੇ, ਮੇਰੇ ਕੋਲ ਰੈਸਟ੍ਰਿਕਸ਼ਨਸ ਨਹੀਂ ਸੀਗੇ ਐਕਸਪਲੋਰ ਕਰਨ ਲਈ। ਵਾਓ, ਦੱਸ ਮੇਰੇ ਕੋਲ ਰੈਸਟ੍ਰਿਕਸ਼ਨਸ ਨਹੀਂ ਸੀਗੇ ਐਕਸਪਲੋਰ ਕਰਨ ਲਈ, ਕਿਉਂਕਿ ਮੇਰੇ ਕਦੀ ਘਰ ਦੇ ਨੇ ਮੈਨੂੰ ਰੋਕਿਆ ਨਹੀਂ ਸੀਗਾ। ਹਾਂ, ਐਕਚੁਅਲੀ ਮੈਜੋਰਿਟੀ ਇਸ਼ੂਜ਼ ਹੈਗੇ ਆ ਕਿ ਬੰਦਾ ਐਕਸਪਲੋਰ ਕਰਨਾ ਚਾਹੁੰਦਾ, ਉਹਨੂੰ ਰਾਈਟ ਗਾਈਡੈਂਸ ਨਹੀਂ ਮਿਲਦੀ। ਜੇ ਰਾਈਟ ਗਾਈਡੈਂਸ ਮਿਲਦੀ ਤਾਂ ਉਹਨੂੰ ਰੋਕਣ ਵਾਲੇ ਬਹੁਤ ਆ। ਹਾਂ, ਕਿਉਂਕਿ ਆਪਾਂ ਕਹਿ ਦਿੰਦੇ ਹਾਂ ਕਿ ਮੈਂ ਕਹਾਂਗੀ ਐਕਸਪਲੋਰ ਕਰੋ, ਲਰਨ ਨਿਊ ਸਕਿੱਲ। ਸਪੈਸ਼ਲੀ ਅੱਜ ਦੇ ਟਾਈਮ 'ਤੇ ਇੰਨੀ ਟੈਕਨੋਲੋਜੀ ਐਡਵਾਂਸ ਹੈ ਕਿ ਤੁਸੀਂ ਕਿੰਨੇ ਸਕਿੱਲ 'ਤੇ ਲਰਨ ਕਰ ਸਕਦੇ ਹੋ। ਫੋਕਸ ਓਨਲੀ ਯੂਜ਼ ਦਾ 20, 21, 22, 23, just focus should be you. It's about you now, because I want to explore, I want to learn everything before choosing any career. This is what I want. First, पहले explore करना ज़रूरी है। So
ਕੁਝ ਇਸ਼ੂਜ਼ ਆਪਣੇ ਘਰ ਦੇ ਵਿੱਚ ਹੀ ਆ ਜਾਂਦੇ ਯਾ ਉਹਦਾ ਰੀਜ਼ਨ ਕੀ ਹੈ ਜੇ ਆਪਾਂ ਸਿੰਪਲ ਐਗਜ਼ਾਮਪਲ ਦੇਣਾ ਤੁਹਾਨੂੰ ਅੱਜ ਤੁਹਾਨੂੰ ਇੱਕ ਜੌਬ ਮਿਲ ਗਈ ਠੀਕ ਹੈ ਤੁਸੀਂ ਬਹੁਤ ਵਧੀਆ ਜੌਬ ਤਾਂ ਕੰਪਨੀ 'ਚ ਮਿਲ ਗਈ ਤੁਸੀਂ 21 ਦਾ ਗੱਲ ਮੰਮੀ ਮੈਨੂੰ ਜੌਬ ਮਿਲ ਗਈ ਹੈ ਪਾਪਾ ਮੈਨੂੰ ਜੌਬ ਮਿਲ ਗਈ ਹੈ ਜਾਂ ਆਪਣੇ ਬ੍ਰਦਰ ਨੇ ਕੀ ਕਰੋਗੇ ਉਹ ਸੈਲੀਬ੍ਰੇਟ ਕਰਨਾ ਖੁਸ਼ ਹੋ ਜਾਣਗੇ ਯਾ ਵੈਲ ਡਨ ਕੰਗ੍ਰੈਚੁਲੇਸ਼ਨ ਲੈਟਸ ਸੈਲੀਬ੍ਰੇਟ ਹੈ ਨਾ ਤਾਂ ਯਾ ਵੈਨ ਇਟ ਇਜ਼ ਆਈ ਵਾਂਟ ਟੂ ਡੂ ਅ ਬਿਜ਼ਨਸ ਆ ਮੇਰਾ ਆਈਡੀਆ ਹਾਂ ਕੀ ਹੋਗਾ ਤੇ ਬਿਕਮ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ ਜਿਨ੍ਹਾਂ ਨੇ ਫਾਈਨਾਂਸ ਉਹ ਸਿਰ ਖੁਦ ਨਹੀਂ ਆਈਡੀਆ ਚੱਲਣਾ ਸ਼ੁਰੂ ਕਰ ਦਿੰਦੀ ਨਹੀਂ ਇਦਾਂ ਨਹੀਂ ਆਂਦਾ ਇਦਾਂ ਨਹੀਂ ਕਰਨਾ ਤੂੰ ਕੰਮ ਕਰ ਨੌਕਰੀ ਕਰ ਉੱਥੋਂ ਪੈਸਾ ਬਣਾ ਚੀਜ਼ਾਂ ਨਹੀਂ ਚੱਲਦੀਆਂ ਉਹਦਾ ਰੀਜ਼ਨ ਕੀ ਹੈ ਦੇਖੋ ਉਹ ਆਪਣੀ ਜਗ੍ਹਾ ਗਲਤ ਨਹੀਂ ਆ ਦੇ ਰਾਈਟ ਦੇ ਲਵ ਯੂ ਦੇ ਵਾਂਟ ਟੂ ਗੈਟ ਸਕਸੈਸ ਲਾਈਕ ਯੂ ਵਾਂਟ ਟੂ ਉਹਨਾਂ ਹੁੰਦਾ ਕਿ ਲਾਈਕ ਦੇ ਵਾਂਟ ਟੂ ਸਪੋਰਟ ਯੂ ਇਨ ਦੈਟ ਇਹ ਸਪੋਰਟ ਯਾ ਬਟ ਉਹਨਾਂ ਦਾ ਥੋੜਾ ਰਿਜ਼ਰਵ ਮਾਈਂਡਸੈਟ ਦੇ ਨਾਲ ਇਟਸ ਨੋਟ that they want you to get success they want you to get success but they are very reserved and ki like jane with the question na success miਲੀ that's called fear of loss fear of unknown correct so ਉਹ ਚੀਜ਼ਾਂ ਵੀ ਹੈਗੀਆਂ ਥੋੜੀ ਜਿਹੀ ਆਪਣੀ ਫੈਮਿਲੀ ਚ but I would say ਕਿ it's the best ਜਦੋਂ ਆਪਾਂ ਕਹਿੰਦੇ ਨਾ ਇਹ ਤੁਸੀਂ ਕਹਿਣਾ ਮੈਨੂੰ ਤੁਹਾਡਾ ਪੁਆਇੰਟ ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਕਹਿ ਕੇ ਤੁਹਾਨੂੰ ਕੋਈ ਰਿਸਟ੍ਰਿਕਸ਼ਨ ਨਹੀਂ ਸੀ ਹਾਂਜੀ ਜਦੋਂ ਤੁਸੀਂ ਐਕਸਪਲੋਰ ਕੀਤਾ ਕਿਉਂਕਿ ਮੋਸਟਲੀ ਇਹੀ ਹੁੰਦਾ ਕਿ ਉਹੀ ਰਿਸਟ੍ਰਿਕਸ਼ਨਸ ਆ ਜਾਂਦੀਆਂ ਲਿਮਿਟ ਆ ਜਾਂਦੀਆਂ ਨਾ ਹਾਂਜੀ ਜਦੋਂ ਇੱਕ ਤੁਸੀਂ ਕਹਿੰਦੇ ਆ ਚਾਹੇ ਤੁਸੀਂ ਉਹਨੂੰ ਕਹਿ ਲਓ ਇੱਕ ਪੈਰਟ ਲੈ ਲਓ ਇੱਕ ਬਰਡ ਲੈ ਲਓ ਫੋਰ ਐਗਜ਼ਾਮਪਲ ਉਹਨੂੰ ਤੁਸੀਂ ਉਹਨੂੰ ਪਿੰਜਰੇ ਦੇ ਵਿੱਚ ਪਾ ਕੇ ਰੱਖਤਾ ਹੈ ਕੇਜ ਦੇ ਵਿੱਚ ਸੋ ਉਹਦੀ ਲਿਮਿਟ ਓਨੀ ਹੋਈ ਹੈ ਬਿਲਕੁਲ ਹੀ ਕਾਂਟ ਫਲਾਈ ਹੇਅਰ ਐਂਡ ਦੇਅਰ ਪਰ ਉਹ ਸ਼ੁਰੂ ਵੀ ਤੁਹਾਡੇ ਉੱਥੋਂ ਹੁੰਦੀ ਨਾ ਕਿ ਯਾਨੋ ਤੁਹਾਡੀ ਫੈਮਿਲੀ ਕਿੰਨਾ ਸਪੋਰਟ ਕਰ ਰਹੀ ਹਰ ਕੋਈ ਫੈਮਿਲੀ ਸਪੋਰਟ ਕਰਦੀ ਆ ਯਾ ਬਟ ਇਹ ਕਿ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿੱਥੇ ਆਪਾਂ ਰਿਸਟ੍ਰਿਕਟ ਕਰ ਦਿੰਦੇ ਆ ਕਿ ਆਪਾਂ ਕਹਿੰਦੇ ਕਿ ਪਰ ਹਾਂ ਇੱਕ ਚੀਜ਼ ਗੁਰ ਕਰ ਸਕਦਾ ਕਿ ਐਟਲੀਸਟ ਆਪਣੇ ਸਕਿੱਲਸ ਨੂੰ ਡਿਵੈਲਪ ਕਰ ਉਹਨੇ ਟਾਈਮ ਕਹਿੰਦੇ ਸ਼ਾਰਪਨ ਯੂਰ ਬਲੇਡਸ ਇਨ ਦੈਟ ਟਾਈਮ ਯਾ early age learn about how you can expand your knowledge what value you're offering someone ਕਿ ਉਹ ਤੁਹਾਡੇ ਕੋਲ ਆ ਕੇ ਕੁਛ ਕਰੇ ਤੁਹਾਡੇ ਬਿਜ਼ਨਸ ਇਨਵੈਸਟ ਕਰੇ ਇਨਵੈਸਟ ਇਨ ਇਟ ਐਨ ਆਈਡੀਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਆਈਡੀਆ ਤਾਂ ਮੈਂਟਰਸ਼ਿਪ ਕਿੰਨੀ ਇੰਪੋਰਟੈਂਟ ਰੋਲ ਪਲੇ ਕਰਦੀ ਆ ਉਦੋਂ ਬਹੁਤ it plays a huge role ਮੈਂ ਕਹਿੰਦਾ ਕਿ ਜੇ ਮੇਰੇ ਕੋਲ अर्ली ਏਜ ਵਿੱਚ ਮੇਰੇ ਕੋਲ ਮੈਂਟਰਸ਼ਿਪ ਹੁੰਦੀ ਜਦੋਂ ਮੈਥ ਜਾਂ ਸਟਾਰਟ ਕੀਤੀ ਸੀ ਥਿੰਗਸ ਵੁੱਡ ਬੀ ਇਨ ਡਿਫਰੈਂਟ ਲੈਵਲ ਜਿੱਥੇ ਮੈਨੂੰ 10 ਸਾਲ ਲੱਗੇ ਅਚੀਵ ਕਰਨ ਨੂੰ ਉੱਥੇ ਮੈਂ ਸਾਲ 'ਚ ਕਰ ਲੈਣਾ ਅਚੀਵ ਕਿਉਂਕਿ ਬਹੁਤ ਫਰਕ ਪੈਂਦਾ ਯੈਸ ਕਹਿੰਦੇ ਨਾ ਕਿ ਇੱਕ ਗੁਰੂ ਮਿਲਣਾ ਜੋ ਤੁਹਾਨੂੰ ਕਿਉਂਕਿ ਉਹਨੇ ਐਕਸਪੀਰੀਅੰਸ ਕੀਤਾ ਤੇ ਤੁਸੀਂ ਵੀ ਮੈਂਟਰਸ਼ਿਪ ਦਿੰਦੇ ਆ ਦੇਖੋ ਮੈਂ ਹਰ ਕਿਸੇ ਨੂੰ ਗਾਈਡ ਕਰਦਾ ਮੇਰੀ ਡੇਲੀ ਲਾਈਫ ਹੀ ਮੈਂਟਰਸ਼ਿਪ ਤੋਂ ਨਿਕਲ ਜਾਂਦੀ ਸੋ ਮੈਂਟਰਸ਼ਿਪ ਕੋਰਸ ਲਾਈਕ ਪਰ ਇਦਾਂ ਕਿ ਇੱਕ ਮੈਂਟਰ ਦਾ ਮਤਲਬ ਕੀ ਹੈ ਮੈਂਟਰ ਦਾ ਮਤਲਬ ਕਿ ਜੋ ਮੈਂ ਗਲਤੀਆਂ ਕੀਤੀਆਂ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉਹ ਗਲਤੀਆਂ ਕਰੋ ਮੇਰੇ ਐਕਸਪੀਰੀਅੰਸ ਦੇ ਬੇਸ ਤੇ ਮੈਂ ਤੁਹਾਨੂੰ ਕਹਾਂਗਾ ਕਿ ਆਹ ਚੀਜ਼ ਰਾਈਟ ਦਾ ਤਿਆਰ ਹੋਊਗਾ ਆਪਾਂ ਗੱਡੀ ਸਿੱਖਦੇ ਆ ਜੇ ਆਪਾਂ ਬਿਨਾਂ ਗੱਡੀ ਸਿੱਖੇ ਗੱਡੀ ਚੱਲਦੀ ਕੀ ਕਰੋਗੇ ਇੰਸਟ੍ਰਕਟਰ ਤੋਂ ਬਿਨਾਂ ਯਾ ਵੀ ਬ੍ਰੇਕ ਕਰੋਗੇ ਜਾਂ ਸਪੀਡਿੰਗ ਕਰੋਗੇ ਕਿਸੇ ਵੀ ਐਕਸੀਡੈਂਟ ਉਹਨੂੰ ਵੀ ਪ੍ਰੋਬਲਮ ਕ੍ਰੀਏਟ ਕਰੋਗੇ ਉਹਦੇ ਲਈ ਵੀ ਜਦੋਂ ਇੰਸਟ੍ਰਕਟਰ ਨਾਲ ਬੈਠਾ ਹੁੰਦਾ ਤੁਹਾਨੂੰ ਗਾਈਡ ਕਰਦਾ ਪ੍ਰੋਪਰਲੀ ਕਿੰਨੇ ਸਾਰੇ ਇਨਸੀਡੈਂਟਸ ਤੁਹਾਨੂੰ ਬਚਾਉਂਦਾ ਉਹ ਕੀ ਹੈ ਮੈਂਟਰ ਯਾ ਠੀਕ ਹੈ ਨਾ ਹਰ ਇੱਕ ਇੰਡਸਟਰੀ ਦੇ ਅੰਦਰ ਇੱਕ ਮੈਂਟਰ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਉਹ ਮੈਂਟਰ ਤੁਹਾਨੂੰ ਚੀਜ਼ਾਂ ਸਿਖਾਉਂਦਾ ਇਨ ਅ ਵੇ ਕਿ ਤੁਹਾਡੀ ਜਰਨੀ ਨੂੰ ਫਾਸਟ ਕਰਦਾ ਬੇਸਿਕਲੀ ਤੁਹਾਡੀ ਸਕਸੈਸ ਜਰਨੀ ਨੂੰ ਫਾਸਟ ਕਰੇਗਾ ਸੋ ਤੁਸੀਂ ਮੈਂਟਰਸ਼ਿਪ ਪ੍ਰੋਵਾਈਡ ਕਰਦੇ ਆ ਹਾਂਜੀ It's my question. It's not for. It's the not purpose. देखो अंदर से मैं like I said कि मेरी mentorship daily level पे निकलती है. I get lot of messages on my social media from random people. Even I do guide them even. Yeah. Like जे मेरी knowledge की साथ काम आती है. Like I said earlier on कि I would be the happiest person. ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਲਖਵਿੰਦਰ ਜੀ ਕਿ ਤੁਸੀਂ ਕਿੰਨੀਆਂ ਹੀ ਗੱਲਾਂ ਕਿੰਨੇ ਟੌਪਿਕ ਤੁਸੀਂ ਸ਼ੇਅਰ ਕੀਤੇ ਨੇ ਆਈ ਹੋਪ ਕਿ ਜਿਹੜੇ ਆਪਣੇ ਸਰੋਤੇ ਹੈਗੇ ਆ ਆਡੀਅנס ਹੈਗੀ ਆਪਣੀ ਸੁਣਨ ਵਾਲੀ ਘਰ ਦੇ ਵਿੱਚ ਉਹਨਾਂ ਨੂੰ ਇਹ ਕਿਸੇ ਨਾ ਕਿਸੇ ਦੀ ਤਾਂ ਹੈਲਪ ਹੋਊਗੀ ਯਾ ਜੇ ਨਹੀਂ ਤੁਹਾਡੇ ਕੋਲੋਂ ਇੱਦਾਂ ਤੁਹਾਡੇ ਇਹ ਗੱਲਾਂ ਦੇ ਵਿੱਚ ਕਹਿੰਦੇ ਮੋਟੀਵੇਸ਼ਨ ਤੁਹਾਨੂੰ ਨਹੀਂ ਮਿਲ ਰਹੀ ਤਾਂ ਤੁਸੀਂ ਜ਼ਰੂਰ ਲਖਵਿੰਦਰ ਜੀ ਨਾਲ ਵੀ ਕੰਟੈਕਟ ਕਰ ਸਕਦੇ ਆ ਮੈਂਟਰਸ਼ਿਪ ਲਈ ਨਹੀਂ ਐਬਸੋਲੂਟਲੀ ਦੇਖੋ it's not about mentorship. It's about being one for someone as well as same time कि I mean एक mentor to being one for someone ਦੋਨਾਂ 'ਚ ਡਿਫਰੈਂਸ ਹੈ ਹਾਂ ਕਿਉਂਕਿ ਬੱਚਿਆਂ ਦੇ ਉੱਤੇ ਉਹੀ ਗੱਲ ਆ ਜਾਂਦੀ ਨੇ ਜਿਹੜੀ ਆਪਾਂ ਯੂਨੀਵਰਸਿਟੀ ਦੀ ਗੱਲ ਕਰਦੇ ਤੇ ਬੱਚਿਆਂ ਦੇ ਉੱਤੇ ਪ੍ਰੈਸ਼ਰ ਇੰਨਾ ਜ਼ਿਆਦਾ ਆ ਜਾਂਦਾ ਹੈ ਆਪਣੀ ਫੈਮਿਲੀਜ਼ ਵਿੱਚੋਂ ਕਿ ਵੀ ਹਾਂ they don't want to do they can't do things by their own choice
they come under pressure to do things what other wants. ਬਿਲਕੁਲ ਫੈਮਿਲੀ ਦਾ ਪ੍ਰੈਸ਼ਰ ਹੁੰਦਾ ਸੀਗਾ Yeah. ਪਰ ਆਈ ਲਾਈਕ ਦੇਖੋ ਅੱਜ ਦੇ ਟਾਈਮ ਦੇ ਚੀਜ਼ਾਂ ਇੰਨੀਆਂ ਐਡਵਾਂਸ ਹੋ ਗਈਆਂ ਕਿ ਪਹਿਲਾਂ ਹੁੰਦਾ ਸੀਗਾ ਕਿ ਮੇਰੇ ਘਰ ਦਾ ਵੀ ਡ੍ਰੀਮ ਸੀਗਾ ਕਿ ਬੰਦਾ ਇੰਜੀਨੀਅਰ ਬਣੇ ਬੱਚਾ ਕਰੇ, ਔਰ ਸਭ ਤੋਂ ਇੱਕ ਹਰ ਫੈਮਿਲੀ ਦਾ ਹੁੰਦਾ ਸੀ ਕਿ ਡਾਕਟਰ ਬਣੇ, ਕਿਉਂਕਿ ਪਰ ਉਹ ਕ੍ਰੀਏਸ਼ਨ ਮੈਂਟੈਲਿਟੀ ਹੈਗੀ ਅਜੇ ਵੀ। ਉਹੀ ਉਹ ਪਹਿਲਾਂ ਦੀ ਚੱਲੀ ਸੀ ਨਾ ਕਿ ਆਪਣੇ ਘਰ ਦੇ ਵਿੱਚ ਇੰਜੀਨੀਅਰ ਹੋਣਾ ਚਾਹੀਦਾ, ਇੱਕ ਡਾਕਟਰ, ਇੱਕ ਵਕੀਲ। ਉਹਦਾ ਰੀਜ਼ਨ ਤਾਂ ਉਹਦਾ ਹੋਣਾ, ਉਹਦਾ ਰੀਜ਼ਨ ਕਿਉਂਕਿ ਆਪਣੇ ਕਲਚਰ ਦੇ ਅੰਦਰ ਗਿਣੇ ਇਹ ਕਿ ਥੀਸ ਆਰ ਦ ਬੈਸਟ ਸਕਿੱਲਸ, ਯੈਸ, ਥੀਸ ਆਰ ਦ ਬੈਸਟ ਪ੍ਰੋਫੈਸ਼ਨਲ ਤੋਂ ਬਾਅਦ ਪ੍ਰੋਫੈਸ਼ਨ ਹੈ ਹੀ ਨਹੀਂ। ਬਾਕੀ ਆਪਣਾ ਐਜੂਕੇਸ਼ਨ ਸਿਸਟਮ ਵੀ ਉਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ, ਕਿਉਂਕਿ ਇਹਨਾਂ ਨੂੰ ਕਹਿੰਦੇ ਜੌਬ ਹੈ, ਜਿਹੜੇ ਡਾਕਟਰ ਦੀ ਜੌਬ ਕਰਦਾ ਇਹ ਮਤਲਬ ਜੌਬ ਇੱਕ ਤਰ੍ਹਾਂ ਦਾ ਇੱਕ ਸਿਨਾਰੀਓ ਬਣੇਗੀ ਨਾ, ਵਧੀਆ ਜੌਬ ਮਿਲ ਜੋ ਕਿ ਆ ਚੀਜ਼ ਕਰੂਗਾ ਤਾਂ। ਬਟ ਗੱਲ ਇਹ ਕਿ ਉਹ ਆਪਣਾ ਐਜੂਕੇਸ਼ਨ ਸਿਸਟਮ ਹੈ ਜਿਹਨੇ ਇਹ ਬਿਲੀਵ ਕਰਾਇਆ ਕਿ ਆਹੀ ਚੀਜ਼ਾਂ ਹੈਗੀਆਂ ਜਿਹਨਾਂ ਕਿ ਬੈਟਰ ਜੌਬ ਮਿਲਦੀ ਹੈ। ਬਟ ਉਹੀ ਨਾ ਕਿ ਤੁਸੀਂ ਕਹਿੰਦੇ ਨਾ ਜੇ ਘੋੜਾ ਹੈਗਾ, ਹੋਰਸ ਹੈਗਾ, ਉਹਦੀਆਂ ਅੱਖਾਂ ਨੂੰ ਤੁਸੀਂ ਕਵਰ ਕਰ ਦਿੰਦੇ ਹੋ ਸਾਈਡਾਂ ਤੋਂ, ਉਹਨੇ ਇੱਧਰ ਨਹੀਂ ਦੇਖਣਾ, ਉਹਨੇ ਇੱਧਰ ਨਹੀਂ ਦੇਖਣਾ, ਹੀ ਵਿਲ ਓਨਲੀ ਰਨ ਜਸਟ ਇਨ ਵਨ ਵੇ, ਹੈ ਨਾ। ਠੀਕ ਹੈ ਨਾ। ਤਾਂ ਜਿਹੜੀਆਂ ਇੰਨੀਆਂ ਓਪਰਚੁਨਿਟੀਜ਼ ਆਉਂਦੀਆਂ ਆ ਸਾਡੇ ਕੋਲ, ਅਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਹਾਂ। ਮੇਰਾ ਕਹਿਣ ਦਾ ਮਤਲਬ ਇਹ ਹੈ ਅੱਜ ਦੇ ਟਾਈਮ ਤੇ ਸਕਿੱਲਸ ਇੰਨੇ ਐਡਵਾਂਸ ਹੋ ਚੁੱਕੇ ਹੋਏ ਆ, ਇੰਨੀ ਚੀਜ਼ਾਂ ਆਰਟੀਫੀਸ਼ੀਅਲ ਅਵੇਲੇਬਲ ਹੈਗੀਆਂ, ਸੈਲਫ ਕਲੋਥਿੰਗ ਇੰਨੀ ਅਵੇਲੇਬਲ ਹੈਗੀ, AI ਟੈਕਨੋਲੋਜੀ ਨਹੀਂ ਬੂਸਟ ਕਰ ਰਹੀ ਹੈ, AI is taking over everything everything's taking over, yeah, like ਪਰ ਐਜੂਕੇਸ਼ਨ ਸਿਸਟਮ ਤੇ ਉਹੀ ਚੀਜ਼ ਹੈ ਨਾ ਕਿ yeah, ਦੇਖੋ ਐਜੂਕੇਸ਼ਨ ਸਿਸਟਮ 'ਚ ਥੋੜੀ ਚੇਂਜਸ ਆਣੀ ਜ਼ਰੂਰੀ ਹੈ, ਕਿਉਂਕਿ ਆਪਣੇ ਐਜੂਕੇਸ਼ਨ ਸਿਸਟਮ 'ਚ ਕੀ ਚਲਾ ਰਹੇ ਅੱਜ ਕੱਲ੍ਹ ਦੇ ਟਾਈਮ ਤੇ। If you do this degree, you get a good job. yeah, You do this, you get a good job. yes, IT करो, you get a good job. पर कभी किसी ने किया, do this, become a better entrepreneur. Do this, you become a businessman. no, they don't say that. No, it's a system. It's a system. Because even on our wage slips, it's written PAYE. बस किसी ने पता तो मतलब की है? Pay before you earn. Oh wow. So you paying before. So why education system designed for this? Yeah. क्योंकि गवर्नमेंट की कहती है ਸਾਨੂੰ ਕਿੱਥੋਂ ਆਊਗਾ ਜੇ ਸਾਰੇ ਬਿਜ਼ਨਸ ਕਰਨ ਲੱਗ ਪਏ। Nobody will ask government. I think ਪਤਾ ਕੀ ਹੈ ਤੁਹਾਡੇ ਨਾਲ ਲਖਵਿੰਦਰ ਜੀ, ਇਸ ਤੋਂ ਬਹੁਤ ਜ਼ਿਆਦਾ ਗੱਲਾਂ ਹੋਰ ਨੇ ਕਰਨ ਵਾਲੀਆਂ, ਪਰ ਅੱਜ ਮੈਨੂੰ ਟਾਈਮ ਇੰਨਾ ਕੀ ਮਿਲ ਰਿਹਾ ਹੈ। ਅਦਰਵਾਈਜ਼ ਆਈ ਵੁੱਡ ਲਵ ਟੂ ਟਾਕ to you. It's like from ages ਜਿੱਦਾਂ ਤੁਹਾਡੇ ਨਾਲ ਗੱਲਾਂ ਕਰੀ ਜਾਵਾਂ it's like you're pouring out everything in front of us, ਹੈ ਨਾ। It's like it's amazing. ਤੁਹਾਡੇ ਨਾਲ I think me and hopefully ਮੈਂ ਕਿਸੇ ਦੀ ਲਾਈਫ ਤੇ ਮੇਰੀ ਕੁਝ ਚੀਜ਼ਾਂ ਇੰਪੈਕਟ ਕੀਤੀ ਹੋਏਗਾ। I will be more happy ਕਿ ਜੇ ਕਿਸੇ ਨੂੰ 1% ਵੀ ਵੈਲਿਊ ਮਿਲੀ ਹੋਵੇ। ਯਾ ਬਿਲਕੁਲ ਮਿਲੀ ਹੋਗੀ। ਦੇਖੋ ਕਹਿੰਦੇ ਜਿਹਨੇ ਚੂਜ਼ ਕਰਨਾ ਨਾ ਉਹ ਬੰਦਾ ਇੱਦਾਂ ਹੀ ਚੂਜ਼ ਕਰ ਲੈਂਦਾ ਫਟਾਫਟ। ਜਿਹਨੇ ਗਲਤ ਚੀਜ਼ ਦੇਖਣੀ ਉਹਨੇ ਗਲਤ ਦੇਖਣੀ, ਜਿਹਨੇ ਪੋਜ਼ਿਟਿਵ ਦੇਖਣੀ ਉਹਨੇ ਪੋਜ਼ਿਟਿਵ ਹੀ ਦੇਖਣੀ ਹੈ। 100% ਵੈਲਿਊ ਹੈ ਨਾ। ਇਸ ਤੁਹਾਡਾ ਇੰਨਾ ਸਾਰਾ ਕੁਛ ਤੁਸੀਂ ਆਪਣੀ ਲਾਈਫ ਦਾ ਜੋ ਇੰਨਾ ਕੁਛ ਤੁਸੀਂ ਕਰ ਲਿਆ ਆ, ਜੋ ਮੈਨੂੰ ਸਿਰਫ ਥੋੜ੍ਹਾ ਜਿਹਾ ਨਿਚੋੜ ਕੱਢ ਸਕੀ ਅੱਜ ਮੇਰੇ ਕੰਟਰੀ ਦੇ ਵਿੱਚ honestly, and I would love to have you again on my show to get more information for our youngsters or apne middle age or elderly people, because these things are really really important key notes for I agree with that and I really appreciate ਤੁਸੀਂ ਮੈਨੂੰ ਕਿਹਾ। ਤੇ ਦੇਖੋ ਜੇ ਮੈਨੂੰ ਕੋਈ ਸੇਵਾ ਦਾ ਮੌਕਾ ਮਿਲੂਗਾ ਜਿੱਥੇ ਕਿ ਮੇਰੀ ਕੁਛ ਨੌਲੇਜ ਨਾਲ ਕਿਸੇ ਨੂੰ ਨੌਲੇਜ ਮਿਲ ਰਹੀ, ਕਿਸੇ ਦਾ ਕਰੀਅਰ ਬਣੇ, that's the best honor to me personally. She's here and thank you. You asked me and right now it's really and I would be happy to share the journey. Oh, it's when my I catch a boat ਜਿਹਨੂੰ ਜ਼ਰੂਰਤ ਹੈ ਚੀਜ਼ ਦੀ। Yeah, why not, ਹੈ ਨਾ। ਥੈਂਕ ਯੂ ਤੁਹਾਡਾ ਬਹੁਤ ਬਹੁਤ, ਔਰ ਸਾਨੂੰ ਖੁਸ਼ੀ ਮਿਲੀ ਹੈ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਵੈਰੀ ਮਚ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੇ ਗੈਸਟ ਸੀਗੇ ਬਿਲਕੁਲ ਅਲੱਗ ਸੀ। ਇਹ ਤੁਸੀਂ ਦੇਖ ਹੀ ਲਿਆ ਹੋਗਾ ਅੱਜ ਦੀ ਪੋਡਕਾਸਟ ਦੇ ਵਿੱਚ ਕਿ ਜਿਹਦੇ ਵਿੱਚ ਉਹਨਾਂ ਨੇ ਸਭ ਕੁਛ ਕਵਰ ਕੀਤਾ ਆ। ਇੱਕ ਪੰਜਾਬ ਤੋਂ ਆਪਾਂ ਕਹਿੰਦੇ ਕਿ ਇੱਕ ਪੰਜਾਬ ਤੋਂ ਤੁਸੀਂ ਆਉਂਦੇ ਆ, ਇੰਡੀਆ ਤੋਂ ਆਉਂਦੇ ਆ ਤੁਸੀਂ, ਔਰ ਆਪਣੀ ਜਰਨੀ ਨੂੰ ਤੁਸੀਂ ਕੰਪਲੀਟ ਕਿਸ ਤਰੀਕੇ ਦੇ ਵਿੱਚ ਕਰ ਸਕਦੇ ਹੋ। ਸਿਰਫ ਇੱਕ ਤੁਹਾਡੇ ਵਿੱਚ ਚੀਜ਼ ਚਾਹੀਦੀ ਆ, ਪੈਸ਼ਨ ਹੋਣਾ ਤੁਹਾਡੇ 'ਚ ਬਹੁਤ ਜ਼ਰੂਰੀ ਆ। ਫਿਰ ਤੁਸੀਂ ਕਹਿੰਦੇ ਆ ਜੇ ਤੁਹਾਡੇ 'ਚ ਤੁਸੀਂ ਜਿੱਦੀ ਵੀ ਬਣ ਜਾਂਦੇ ਹੋ ਉਹਦੇ ਵਿੱਚ ਤੁਸੀਂ ਫਿਰ ਪਰਮਾਤਮਾ ਨੂੰ ਵੀ ਆਪਣੇ ਕੋਲ ਬੁਲਾ ਸਕਦੇ ਹੋ। ਇੰਨਾ ਇਨਸਾਨ ਦੇ ਵਿੱਚ ਪੈਸ਼ਨ ਹੋਣਾ ਚਾਹੀਦਾ ਆ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ। I hope you all enjoyed our podcast today with our ਲਖਵਿੰਦਰ ਸਿੰਘ ਜੀ। ਸੋ ਅੱਗੇ ਤੋਂ ਅੱਗੇ ਫਿਰ ਆਪਾਂ ਤੁਹਾਡੇ ਨਾਲ ਨੈਕਸਟ ਟਾਈਮ ਫਿਰ ਆਵਾਂਗੇ। ਤਦ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ। Enjoy your day. Bye.